हाँ जी, सत श्री अकाल जी सारिਆਂ ਨੂੰ। स्वागत है तुहाडा सारिਆਂ ਦਾ ਆਪਣੇ ਅੱਜ ਦੇ ਇਸ ऑनलाइन सैशन ਦੇ ਵਿੱਚ। ਅੱਜ ਦੀ ਆਪਣੀ डिस्कशन ਅੱਜ ਆਪਾਂ जो सबजैक्ट शुरू कर रहे हैं वो है अपना पंजाबी ग्रामर। सो पंजाबी ग्रामर ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ है कि ये ਸਾਡੇ ਲਈ बहुत महत्वपूर्ण हो गई है। महत्वपूर्ण कारण की है कि PSSB ਦੇ ਜਿਹੜੇ ਹੁਣ पेपर भी अपने डिले हो रहे हैं, ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹੀ है पंजाबी, क्योंकि पंजाबी का एक लाजमी पेपर सरकार लैन जा रही है ਜਿਹਦੇ ਵਿੱਚ ਪੰਜਾਬੀ ਗ੍ਰਾਮਰ ਦਾ ਰੋਲ ਤਾਂ ਰਹੇਗਾ ਹੀ ਰਹੇਗਾ। ਇਹ ਤੋਂ ਇਲਾਵਾ ਐਡੀਸ਼ਨ ਉਹ ਕੀ ਕਰਦੇ ਨੇ, ਕਲਚਰ ਪਾਉਂਦੇ ਨੇ ਜਾਂ ਕੀ ਪਾਉਂਦੇ ਨੇ, ਉਹ ਆਪਾਂ ਨੂੰ ਥੋੜ੍ਹੇ ਦਿਨਾਂ 'ਚ ਸਿਲੇਬਸ ਦੇ ਰੂਪ 'ਚ ਆਪਣੇ ਸਾਹਮਣੇ ਆ ਹੀ ਜਾਊਗਾ। ਪਰ ਪੰਜਾਬੀ ਗ੍ਰਾਮਰ ਤਾਂ ਹੈ ਹੀ ਹੈ, ਪੰਜਾਬੀ ਗ੍ਰਾਮਰ ਤਾਂ ਆਉਣੀ ਓ ਆਉਣੀ ਹੈ। ਇਹ ਤੁਹਾਡੇ ਉਹ ਜਿਹੜਾ ਕੁਆਲੀਫਾਈਡ ਐਗਜ਼ਾਮ ਹੋਊਗਾ ਪੰਜਾਬੀ ਦਾ ਸਭ ਨੂੰ ਦੇਣਾ ਪਊ, ਉਹਦੇ ਵਿੱਚ ਵੀ ਆਉਣੀ ਆਉਣੀ ਹੈ। ਇਹ ਤੋਂ ਇਲਾਵਾ ਜਿਹੜਾ ਮੇਨ ਐਗਜ਼ਾਮ ਹੋਊਗਾ ਜਿਹਦੇ ਥਰੂ ਤੁਹਾਡੀ ਸਿਲੈਕਸ਼ਨ ਹੋਣੀ ਹੈ, ਕਿਉਂਕਿ ਉਹ ਤਾਂ ਇਕੱਲਾ ਕੁਆਲੀਫਾਈਂਗ ਐਗਜ਼ਾਮ ਹੋਣਾ ਨਾ, ਕਿਉਂਕਿ ਇੰਨੇ % ਨੰਬਰ ਲੈਣ ਵਾਲੇ ਸਾਰੇ ਕੁਆਲੀਫਾਈਡ ਨੇ, ਨਹੀਂ ਲੈਣਗੇ ਉਹ ਬਾਹਰ ਹੋ ਜਾਣਗੇ, ਮੇਨ ਪੇਪਰ ਨਹੀਂ ਦੇ ਪਾਉਣਗੇ। ਤਾਂ ਮੇਨ ਪੇਪਰ 'ਚ ਤਾਂ ਆਪਾਂ ਨੂੰ ਪਤਾ ਹੀ ਹੈ ਕਿ 15 ਨੰਬਰ ਦੀ ਲਗਭਗ ਪੰਜਾਬੀ ਹੈ ਹੀ ਹੈ। 15 ਦੀ ਪੰਜਾਬੀ, 15 ਦੀ ਇੰਗਲਿਸ਼, ਲਗਭਗ ਐਵੇਂ ਦੀ ਵੇਟੇਜ ਲੈਂਗੁਏਜ ਦੇ ਪੇਪਰਾਂ ਦੀ ਰਹਿੰਦੀ ਹੈ। ਥੋੜ੍ਹਾ ਜਿਹਾ ਕੋਲਡ ਹੋਇਆ ਆਵਾਜ਼ ਦੇ ਵਿੱਚ ਉੱਪਰ ਥੱਲੇ ਹੋ ਸਕਦਾ, ਤਾਂ ਉਹ ਇਨਕਨਵੀਨੀਅੰਸ ਲਈ ਮੈਂ ਮਾਫੀ ਚਾਹੁੰਦਾ। तो अपना जो अज का टॉपिक है जितों आप पंजाबी ग्रामर शुरू करन जा रहे हैं, सब तो पहला मैं पढ़ाउण जा रहा किरिया। देखो किरिया एक बड़ा ही महत्वपूर्ण टॉपिक है। कारण की है, तुसी पिछले कुछ 2-3 पेपर चक्को, जिमें सुपरवाइजर का पेपर होया रीसेंट दे विच, मैं वो पेपरां की गल करदा जिन्हां पेपरां की पंजाबी एक लैवल की आई हैगी। हुण थोड़ा जिहा PSSB इधर नूं शिफ्ट हो रहा कि पंजाबी का लैवल अप कर रहा है। ਕਿਰਿਆ ਦੇ ਵਿੱਚ ਅਕਰਮਕ ਕਿਰਿਆ, ਸਕਰਮਕ ਕਿਰਿਆ ਤਾਂ ਸਭ ਨੂੰ ਹੀ ਪਤਾ ਹੈ, ਠੀਕ ਹੈ। ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਸੈਂਟੈਂਸ ਲਿਖ ਕੇ ਦੇ ਦਿੰਦੇ ਨੇ ਕਿ ਇਹਦੇ ਵਿੱਚ ਮੁੱਖ ਕਿਰਿਆ ਲੱਭੋ, ਇਹਦੇ ਵਿੱਚ ਸਸਰੰਗੀ ਲੱਭੋ, ਜਾਂ ਫਿਰ ਇਹਦੇ ਵਿੱਚ ਤੁਸੀਂ ਸੰਚਾਲਕ ਕਿਰਿਆ ਲੱਭ ਕੇ ਦਿਓ। ਮੈਂ ਕੋਸ਼ਿਸ਼ ਕੀਤੀ ਹੈ ਕਿ ਆ ਸਾਰੇ ਸਵਾਲ ਜਿਹੜੇ ਅੱਜ ਦੇ ਲੇਟੈਸਟ ਪੇਪਰ ਸਾਡੇ ਤੋਂ ਪੁੱਛ ਰਹੇ ਨੇ, ਉਹ ਸਾਰੀਆਂ ਚੀਜ਼ਾਂ ਦਾ ਤੋੜ ਇਸ ਲੈਕਚਰ ਦੇ ਵਿੱਚ ਲੈ ਕੇ ਆਵਾਂ। ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇੰਨਾ ਕੁ ਸਫੀਸ਼ੀਐਂਟ ਮੈਂ ਇੱਥੇ ਕੰਟੈਂਟ ਪ੍ਰੋਵਾਈਡ ਕਰ ਦੇਵਾਂ ਆਪਣੀਆਂ ਵੀਡੀਓਜ਼ ਦੇ ਵਿੱਚ ਥਰੂ ਮਾਈ ਲੈਕਚਰਸ, ਕਿ ਤੁਹਾਨੂੰ ਹੋਰ ਕੁਝ ਪੜ੍ਹਨ ਦੀ ਲੋੜ ਨਾ ਪਵੇ, ਪੰਜਾਬੀ ਨਾਲ ਤੁਹਾਡਾ ਇੱਥੇ ਸਾਰਾ ਕੰਮ ਚੱਲ ਜੇ। ਤੇ ਮੈਂ ਇਹ ਵੀ ਅਸ਼ੋਰਟੀ ਦਊਂਗਾ ਕਿ ਜੇ 15 ਨੰਬਰ ਦੀ ਪੰਜਾਬੀ ਆ ਤਾਂ ਤੁਸੀਂ ਘੱਟੋ ਘੱਟ 13-14 ਨੰਬਰ ਦਾ ਘੱਟੋ ਘੱਟ ਲਵੋ, ਕਿਉਂਕਿ 1-2 ਤਾਂ ਚਲੋ ਫੈਕਟ ਰਹਿ ਜਾਂਦੇ ਨੇ, ਉਹ ਤਾਂ ਤੁਹਾਨੂੰ ਆਪ ਪੜ੍ਹਨੇ ਪੈਣੇ ਆ। ਜਿਵੇਂ ਆਪਾਂ ਕਹਿ ਦਈਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਇਹੋ ਜਿਹੀਆਂ ਚੀਜ਼ਾਂ ਉਹ ਤਾਂ ਰੱਟੇ ਵਾਲੀਆਂ ਚੀਜ਼ਾਂ ਨੇ। जो टैक्नीकल चीज़ा ने वो सारिया मैं इत्थे कवर करूँगा, ताकि वो पासा ना तुहाडा वीक रह जाए जिहड़ा यूजली स्टूडेंट स्किप करते नेगे। देखो ये गल तो बड़ी क्लीयर है यार, कंपीटिशन जिमें दा हैगा उहदे विच जे 15 नंबर का तो 11-12 नंबर तक तो सारे बच्चे पहुँचणगे, क्योंकि इन्नी कि पंजाबी उहे जी आउंदी है जिहड़ी सब नूं आउंदी हुंदी है। सारिਆਂ ने नरेंद्र दुग्गल पढ़ी हुई है, पर जदों नरेंद्र दुग्गल तो एक लैवल उपर जाती है PSSB, उत्थे जाके 90% बच्चों के हथ खड़े हो जाते हैं। तो उही जिहड़ा उपरला हिस्सा है नरेंद्र दुग्गल तो इलावा वो मैं इनकलूड करने की कोशिश की अपने लैक्चरां 'च। बहुतियां गल्लां नहीं करते। सोर्स की है, सोर्स ਇਹਦੇ ਵਿੱਚ नरेंद्र दुग्गल इज़ द मेन सोर्स। मल्टीपल कंटेंट इज़ फ्रॉम द नरेंद्र दुग्गल की किताब है जिहड़ी। ਇਹ ਤੋਂ इलावा 9वीं क्लास की पंजाब बोर्ड की किताब है। ਇਹ ਤੋਂ इलावा 2-3 किताबां होर ने, ठीक है, जिन्हां नूं मिक्स करके मैं सारियां चीज़ां कवर करने की कोशिश की है। शुरू करते हैं अपने अज दे प्रक्रिया, यानी कि अपना अज का जिहड़ा सैशन है। तो अज का अपना सैशन शुरू हुंदा किरिया, जिन्होंने आपां अंग्रेजी च वर्ब कह दिंदे आ। तो समझते हैं कि परिभाषा की है, किरिया हुंदी की है। बड़ा आसान जिहा काम है। कहंदा वाक विच ਉਹ शब्द जिन्हां ਤੋਂ ਕਿਸੇ ਕੰਮ ਦੇ ਹੋਣ ਬਾਰੇ ਜਾਂ ਉਸ ਕੰਮ ਦੇ ਵਾਪਰਨ ਬਾਰੇ ਜਾਂ ਉਸ ਦੇ ਕੀਤੇ ਜਾਣ ਬਾਰੇ ਕਾਲ ਸਹਿਤ ਪਤਾ ਲੱਗੇ। ਕਾਲ ਸਹਿਤ मतलब ਉਹ ਐਟ ਪ੍ਰੈਜ਼ੈਂਟ ਕੀਤਾ ਗਿਆ ਹੈ ਜਾਂ ਪਿੱਛੇ ਪਾਸਟ 'ਚ ਕੀਤਾ ਗਿਆ ਸੀਗਾ, ਯਾਨੀ ਕਿ ਜਾਂ ਉਹ ਫਿਊਚਰ ਯਾਨੀ ਕਿ ਭਵਿੱਖ 'ਚ ਕਰਿਆ ਜਾਊਗਾ। ਕਾਲ ਦਾ ਵੀ ਪਤਾ ਲੱਗੇ ਤੇ ਕੰਮ ਦੇ ਵਾਪਰਨ ਦਾ ਵੀ ਪਤਾ ਲੱਗੇ ਜਿਹੜੀ ਚੀਜ਼ ਤੋਂ, ਉਹ ਸਾਡੇ ਕੋਲੇ ਕਿਰਿਆ ਖਵਾਉਂਦੀ ਹੈ। ਆ ਕੁਛ ਹੈਗੇ ਨੇ, ਜਿਵੇਂ ਖਾਂਦਾ ਹੈ, ਇਹਦਾ ਮਤਲਬ ਲੱਗਿਆ ਹੋਇਆ ਖਾਣ, ਪ੍ਰੈਜ਼ੈਂਟ ਦੀ ਗੱਲ ਹੈ ਨਾ। ਤੇ ਜੇ ਆਪਾਂ ਗੱਲ ਕਰ ਲਈਏ ਖਾਂਦਾ ਸੀ, ਪਿਛਲੀ ਗੱਲ ਹੋ ਗਈ ਪਾਸਟ ਦੀ। ਜੇ ਮੈਂ ਗੱਲ ਕਰ ਲਾਂ ਜਾਂਦਾ ਹੈ, ਜਾਏਗਾ, ਤਾਂ ਭਵਿੱਖ ਦੀ ਗੱਲ ਹੋ ਗਈ, ਫਿਊਚਰ ਦੀ ਗੱਲ ਹੋ ਗਈ। ਜਿਵੇਂ ਹੁਣ ਆ ਮੇਰੇ ਕੋਲੇ ਕੁਛ ਉਦਾਹਰਨਾਂ ਨੇ। ਰਣਜੀਤ ਸਬਕ ਪੜ੍ਹਦਾ ਹੈ, ਮੀਤ ਰੋਟੀ ਖਾਂਦਾ ਹੈ, ਕੁਵਰ ਸਕੂਲ ਜਾਂਦਾ ਸੀ। ਇਹਨਾਂ ਦੇ ਵਿੱਚੋਂ ਜੇ ਆਪਾਂ ਨੂੰ ਕਿਹਾ ਜਾਵੇ ਕਿ ਕਿਰਿਆ ਪਹਿਚਾਣੋ, ਕਿਰਿਆ मतलब जिथों काम के होने का पता लग रहा। इत्थे रंजीत कर की रहा, पढ़ रहा है, ਇਹਦਾ मतलब जिहड़ा पढ़ता है या मेरे को एक किरिया दिखा रहा। मीत रोटी खांदा है, खाना
ਇੱਕ ਪ੍ਰਕਿਰਿਆ ਜੋ ਕੰਮ ਉੱਥੇ ਹੋ ਰਿਹਾ ਹੈ, ਤੇ ਨਾਲ ਹੀ ਖਾਂਦਾ ਹੈ। ਜਿਵੇਂ ਆਪਾਂ ਟੈਂਸ ਦੇ ਵਿੱਚ ਪੜ੍ਹਦੇ ਹੁੰਦੇ ਆ ਨਾ ਕਿ ਦਾ ਦੇ ਦੀ ਆਵਾਜ਼ ਜਦੋਂ ਸਾਡੇ ਕੋਲੇ ਆਉਂਦੀ ਹੈ ਤਾਂ ਸਾਡੇ ਕੋਲੇ ਪ੍ਰੈਜ਼ੈਂਟ ਇੰਡੈਫੀਨਿਟ ਦਾ ਸਿਗਨਲ ਦਿੰਦੀ ਹੈ। ਇੱਥੇ ਵੀ ਮੈਂ ਕਾਲ ਪੜ੍ਹਾਊਂਗਾ, ਕਾਲ ਦੇ ਵਿੱਚ ਆ ਸਾਰੀਆਂ ਚੀਜ਼ਾਂ ਆਪਾਂ ਕਵਰ ਕਰਾਂਗੇ ਕਿ ਕਿਵੇਂ ਪਹਿਚਾਣ ਹੁੰਦੀ ਹੈ ਕਿ ਇਹ ਭਵਿੱਖ ਕਾਲ ਦੀ ਗੱਲ ਕਰ ਰਿਹਾ, ਭੂਤ ਕਾਲ ਦੀ ਗੱਲ ਕਰ ਰਿਹਾ, ਜਾਂ ਆਪਣੇ ਕੋਲ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ ਹੈ। ਤਾਂ ਤੀਸਰੇ ਦੇ ਵਿੱਚ ਸਕੂਲ ਜਾਣਾ, ਜਾਣਾ ਇੱਕ ਕਿਰਿਆ, ਤਾਂ ਜਾਂਦਾ ਸੀ ਕੀ ਹੋ ਗਿਆ ਮੇਰੇ ਕੋਲੇ, ਇਹ ਹੋ ਗਈ ਕਿਰਿਆ। ਤਾਂ ਇਹ ਤਾਂ ਇੱਕ ਬੇਸਿਕ ਡੈਫੀਨੇਸ਼ਨ ਹੋ ਗਈ ਕਿ ਕਿਰਿਆ ਕੀ ਹੈ ਤੇ ਮੇਰੇ ਕੋਲੇ ਕਿਰਿਆ ਦੀ ਪਹਿਚਾਣ ਕਿਵੇਂ ਹੁੰਦੀ ਹੈ ਮੇਰੇ ਕੋਲੇ ਸੈਂਟੈਂਸਸ ਦੇ ਵਿੱਚ। ਹੁਣ ਧਾਤੂ ਤੇ ਕਿਰਿਆ ਦੇਖੋ, ਕਹਿੰਦਾ ਕਿਰਿਆ ਜਿਹੜੀ ਹੁੰਦੀ ਆ ਨਾ ਇਹ ਧਾਤੂ ਤੋਂ ਬਣਦੀ ਹੈ। ਧਾਤੂ ਤੁਸੀਂ ਸਮਝਦੇ ਹੋ, ਅੰਗਰੇਜ਼ੀ 'ਚ ਆਪਾਂ ਇਹਨੂੰ ਰੂਟ ਵਰਡ ਬੋਲ ਦਿੰਦੇ ਆ। ਰੂਟ, ਕੋਈ ਵੀ ਰੂਟ ਯਾਨੀ ਕਿ ਇੱਕ ਸ਼ਬਦ ਹੈ, ਉਹ ਸ਼ਬਦ ਤੋਂ ਅੱਗੇ ਕਿਰਿਆ ਬਣਾਈ ਜਾਂਦੀ ਹੈ। ਜਿਹੜਾ ਉਹ ਸ਼ਬਦ ਹੁੰਦਾ ਉਹਨੂੰ ਆਪਾਂ ਧਾਤੂ ਬੋਲ ਦਿੰਦੇ ਆ। ਧਾਤੂ ਮੂਲ ਸ਼ਬਦਾਂ ਨੂੰ ਰੂਟ ਵਰਡਸ ਨੂੰ ਕਿਹਾ ਜਾਂਦਾ ਹੈ। ਮੂਲ ਸ਼ਬਦ ਰੂਟ ਵਰਡਸ ਹੀ ਹੁੰਦੇ ਨੇ, ਤਾਂ ਰੂਟ ਵਰਡਸ ਨੂੰ ਕਿਹਾ ਜਾਂਦਾ ਹੈ। ਇਹ ਸਵਾਲ ਪੇਪਰ ਨੇ ਬਹੁਤ ਵਾਰ ਪੁੱਛਿਆ PSSB ਨੇ ਕਿ ਮੇਰੇ ਕੋਲੇ ਕਿਰਿਆ ਹੈ ਉਹ ਕਿਸ ਤੋਂ ਬਣਦੀ ਹੈ। ਤਾਂ ਕਿਰਿਆ ਧਾਤੂ ਤੋਂ ਬਣਦੀ ਹੈ ਜਾਂ ਹੋਰ ਕਈ ਤਰ੍ਹਾਂ ਦੀ ਆਪਸ਼ਨਾਂ, ਸਾਨੂੰ 4 ਆਪਸ਼ਨਾਂ ਮਿਲ ਸਕਦੀਆਂ ਨੇ। ਤਾਂ ਸਾਡਾ ਆਨਸਰ ਹੋਊਗਾ ਕਿ ਧਾਤੂ, ਕਿਰਿਆ ਧਾਤੂ ਤੋਂ ਬਣਦੀ ਹੈ। ਧਾਤੂ ਜਿਹੜਾ ਬਣਦਾ ਹੈ ਉਹ ਅੱਗੇ ਬਣਦਾ ਸਾਡੇ ਕੋਲੇ ਮੂਲ ਸ਼ਬਦਾਂ ਤੋਂ। ਜਦੋਂ ਮੈਂ ਸ਼ਬਦ ਬੋਧ ਪੜ੍ਹਾਊਂਗਾ ਨਾ, ਸ਼ਬਦ ਬੋਧ ਦੇ ਵਿੱਚ ਮੈਂ ਧਾਤੂ ਤੇ ਧਾਤੂ ਕਿਵੇਂ ਮੂਲ ਸ਼ਬਦਾਂ ਤੋਂ ਬਣ ਰਹੀ ਹੈ, ਆਹ ਸਾਰੀਆਂ ਚੀਜ਼ਾਂ ਡਿਟੇਲ 'ਚ ਕਵਰ ਕਰੂੰਗਾ ਕਿਉਂਕਿ ਇਹ ਉਹਦਾ ਹਿੱਸਾ ਹੈ। ਇੱਥੇ ਤਾਂ ਸਿਰਫ ਸਾਡੇ ਕੋਲੇ ਇੰਨੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਰਿਆ ਜਿਹੜੀ ਹੈਗੀ ਆ ਸੌਰੀ ਉਹ ਧਾਤੂ ਤੋਂ ਬਣ ਰਹੀ ਹੈ, ਤੇ ਧਾਤੂ ਜਿਹੜਾ ਹੁੰਦਾ ਰੂਟ ਉਹ ਮੂਲ ਸ਼ਬਦਾਂ ਨੂੰ ਕਹਿੰਦੇ ਆ ਅਸੀਂ ਬੇਸਿਕਲੀ। ਤਾਂ ਧਾਤੂ ਉਹ ਮੂਲ ਸ਼ਬਦ ਹਨ ਜਿਨ੍ਹਾਂ ਤੋਂ ਹਰ ਪ੍ਰਕਾਰ ਦੀਆਂ ਕਿਰਿਆਵਾਂ ਬਣਦੀਆਂ ਹਨ, ਜਿਵੇਂ ਕਰ, ਖਾ, ਲਿਖ, ਸੁਣ, ਪੜ੍ਹ। ਹੁਣ ਇਹ ਮੇਰੇ ਕੋਲੇ ਰੂਟ ਵਰਡ ਨੇ। ਪੜ੍ਹ ਤੋਂ ਪੜ੍ਹਨਾ ਵੀ ਬਣ ਸਕਦਾ, ਪੜ੍ਹ ਤੋਂ ਪੜ੍ਹਦਾ ਵੀ ਬਣ ਸਕਦਾ। ਹੁਣ ਜਿਵੇਂ ਸਿਮਿਲਰਲੀ ਇੱਥੇ ਦੇਖ ਲਓ, ਮੂਲ ਧਾਤੂ ਲਿਖ ਹੈ। ਹੁਣ ਲਿਖ ਤੋਂ ਤੁਸੀਂ ਲਿਖਦਾ, ਲਿਖਦੇ, ਲਿਖਦੀ, ਲਿਖਦੀਆਂ, ਲਿਖਾਂ, ਲਿਖੋ, ਜਿੰਨੇ ਮਰਜ਼ੀ ਮੇਰੇ ਕੋਲੇ ਕਿਰਿਆਵਾਂ ਬਣਾ ਲਓ। ਅੱਗੇ ਅਸੀਂ ਇਹਨੂੰ ਅਸੀਂ ਕੀ ਬੋਲਦੇ ਆ, ਇਹਦੇ ਨਾਲ ਜੋੜ ਕੇ ਜਿਹਦੇ ਨਾਲ ਅਸੀਂ ਕਿਰਿਆਵਾਂ ਬਣਾਉਂਦੇ ਆ। ਵਾਕਾਂਸ਼ ਨਾਮ ਦੀ ਚੀਜ਼ ਕੀ ਹੁੰਦੀ ਹੈ, ਆਹ ਸਾਰੀਆਂ ਚੀਜ਼ਾਂ ਸ਼ਬਦ ਬੋਧ ਦੇ ਵਿੱਚ ਪੜ੍ਹੀਆਂ ਜਾਂਦੀਆਂ ਨੇ। ਠੀਕ ਹੈ, ਤਾਂ ਸ਼ਬਦ ਬੋਧ ਚੈਪਟਰ 'ਚ ਆਪਾਂ ਇਹਨੂੰ ਡਿਟੇਲ 'ਚ ਡਿਸਕਸ ਕਰਾਂਗੇ। ਪਰ ਇੱਥੇ ਮੇਰੇ ਕੋਲੇ ਮੇਨ ਮਕਸਦ ਕੀ ਹੈ ਕਿ ਕਿਰਿਆ ਧਾਤੂ ਤੋਂ ਬਣਦੀ ਹੈ, ਧਾਤੂ ਮੂਲ ਸ਼ਬਦਾਂ ਤੋਂ ਬਣਦੀ ਹੈ। ਆਹ ਉਦਾਹਰਨਾਂ ਸਾਡੇ ਸਾਹਮਣੇ ਦੇ ਹੀ ਰੱਖੀਆਂ ਨੇ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਰਤਾ ਤੇ ਕਰਮ। ਠੀਕ ਹੈ, ਜਿਹਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਸਬਜੈਕਟ ਤੇ ਆਬਜੈਕਟ ਕਹਿ ਦਿੰਦੇ ਆਪਾਂ। ਦੇਖੋ, ਕਿਉਂਕਿ ਇੰਗਲਿਸ਼ ਵੀ ਮੈਂ ਹੀ ਪੜ੍ਹਾਈ ਹੈ, ਜਿਨ੍ਹਾਂ ਨੇ ਮੇਰੇ ਤੋਂ ਇੰਗਲਿਸ਼ ਪੜ੍ਹੀ ਹੈ ਉਹਨਾਂ ਨੂੰ ਇਸ ਗੱਲ ਦਾ ਬੜਾ ਕਲੀਅਰਲੀ ਪਤਾ ਕਿ ਇੱਕ ਜੇ ਮੈਂ ਪੂਰਾ ਵਾਕ ਬਣਾਉਣਾ ਹੋਵੇ ਤਾਂ ਸਬਜੈਕਟ, ਠੀਕ ਹੈ, ਹੈਲਪਿੰਗ ਵਰਬ, ਮੇਨ ਵਰਬ ਤੇ ਆਬਜੈਕਟ, ਆਹ ਪੂਰੇ ਸੈਂਟੈਂਸ ਦੀ ਬਣਤਰ ਹੁੰਦੀ ਹੈ। ਐਸਰਟਿਵ ਬਣਦਾ ਇਹਦੇ ਨਾਲ ਮੇਰੇ ਕੋਲੇ। ਤਾਂ ਇਹਦੇ ਵਿੱਚੋਂ ਕਰਤਾ ਸਬਜੈਕਟ ਨੂੰ ਬੋਲਦੇ ਆ ਤੇ ਆਬਜੈਕਟ ਨੂੰ ਅਸੀਂ ਕੀ ਬੋਲਦੇ ਆ, ਆਬਜੈਕਟ ਨੂੰ ਅਸੀਂ ਕਰਮ ਬੋਲਦੇ ਆ। ਹੁਣ ਆਪਾਂ ਇਹਨਾਂ 'ਚ ਫਰਕ ਕੱਢਣ ਦੀ ਕੋਸ਼ਿਸ਼ ਕਰਦੇ ਆ ਕਿ ਸੈਂਟੈਂਸ 'ਚ ਸਾਨੂੰ ਪੇਪਰ ਪਹਿਚਾਨਣ ਨੂੰ ਦੇ ਸਕਦਾ ਕਿ ਇਹਦੇ ਵਿੱਚ ਕਰਤਾ ਹੈ ਕਿ ਨਹੀਂ, ਜਾਂ ਇਸ ਵਾਕ ਦੇ ਵਿੱਚ ਕਰਮ ਹੈ ਜਾਂ ਨਹੀਂ ਹੈ, ਇਹ ਪਹਿਚਾਣ ਕੇ ਦਿਓ। ਕਰਤਾ ਯਾਨੀ ਕਿ ਸਬਜੈਕਟ, ਕਿਸੇ ਵੀ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ। ਭਾਵ ਵਾਕ ਵਿੱਚ ਕਿਰਿਆ ਦਾ ਜਿਹੜਾ ਕਾਰਜ ਕਰਨ ਵਾਲਾ ਉਹਨੂੰ ਆਪਾਂ ਕੀ ਬੋਲਦੇ ਆ, ਕਰਤਾ ਬੋਲਦੇ ਆ। ਠੀਕ ਹੈ, ਕਰਤਾ ਕਰਤਾ ਬੋਲਿਆ ਜਾਂਦਾ। ਜਿਵੇਂ ਹਰਮਨ ਖੇਡ ਰਿਹਾ ਹੈ, ਖੇਡਣਾ ਆਪਣੇ ਆਪ ਦੇ ਵਿੱਚ ਕੀ ਹੈ, ਕਿਰਿਆ। ਕੋਈ ਵੀ ਕੰਮ ਕਰਨਾ, ਖੇਡਣਾ। ਕੌਣ ਖੇਡ ਰਿਹਾ ਹੈ, ਕਰ ਕੌਣ ਰਿਹਾ ਖੇਡਣ ਦਾ ਕੰਮ, ਹਰਮਨ। ਇਹਦਾ ਮਤਲਬ ਹਰਮਨ ਕੀ ਹੋ ਗਿਆ, ਕਰਤਾ ਹੋ ਗਿਆ। ਗੁਰਪ੍ਰੀਤ ਰੋਟੀ ਖਾ ਰਿਹਾ ਹੈ, ਬਈ ਰੋਟੀ ਖਾਣਾ ਆਪਣੇ ਆਪ ਦੇ ਵਿੱਚ ਕੀ ਹੈ, ਕਿਰਿਆ। ਤੇ ਰੋਟੀ ਖਾ ਕੌਣ ਰਿਹਾ ਹੈ, ਗੁਰਪ੍ਰੀਤ। ਤਾਂ ਗੁਰਪ੍ਰੀਤ ਕੀ ਹੋ ਗਿਆ, ਕਰਤਾ ਹੋ ਗਿਆ। ਦੂਜਾ ਇਹ ਹੋ ਗਿਆ ਸਬਜੈਕਟ। ਹੁਣ ਮੈਂ ਕਰਮ ਤੇ ਯਾਨੀ ਕਿ ਆਬਜੈਕਟ ਤੇ ਚੱਲਦਾ। ਵਾਕ ਵਿੱਚ ਕਰਤਾ ਜਿਹਦੇ ਉੱਤੇ ਕੰਮ ਕਰਦਾ ਹੈ, ਮਤਲਬ ਕਰਤਾ ਦੁਆਰਾ ਜਿਸ ਚੀਜ਼ ਦੇ ਉੱਪਰ ਕੰਮ ਕਰਿਆ ਜਾਂਦਾ ਹੈ ਉਹਨੂੰ ਅਸੀਂ ਯੂਜ਼ਲੀ ਕੀ ਬੋਲਦੇ ਆ, ਉਹਨੂੰ ਅਸੀਂ ਬੋਲਦੇ ਆ ਕਰਮ ਜਾਂ ਫਿਰ ਆਬਜੈਕਟ। ਜਿਵੇਂ ਹੁਣ ਆਪਾਂ ਇੱਥੇ ਲੈ ਕੇ ਚੱਲਦੇ ਆ, ਜਤਿੰਦਰ ਨੇ ਗੀਤ ਗਾਇਆ। ਹੁਣ ਜੇ ਮੈਂ ਤੁਹਾਨੂੰ ਕਹਾਂ ਇਹਦੇ ਵਿੱਚ ਮੈਨੂੰ ਵਰਬ ਵੀ ਪਹਿਚਾਣੋ, ਕਰਤਾ ਵੀ ਪਹਿਚਾਣੋ, ਕਰਮ ਵੀ ਪਹਿਚਾਣੋ। ਕਰਤਾ ਕੌਣ ਹੈ, ਜਿਹੜਾ ਕੰਮ ਕਰਦਾ ਹੈ। ਤਾਂ ਕੰਮ ਕੌਣ ਕਰ ਰਿਹਾ ਇੱਥੇ, ਮਤਲਬ ਪਹਿਲਾਂ ਤਾਂ ਕੰਮ ਕੀ ਹੋ ਰਿਹਾ ਹੈ, ਕੰਮ ਤੁਸੀਂ ਕਹੋਗੇ ਗਾਇਆ ਜਾ ਰਿਹਾ ਕੁਛ। ਗਾਉਣਾ ਆਪਣੇ ਆਪ ਦੇ ਵਿੱਚ ਇੱਕ ਕਿਰਿਆ, ਤਾਂ ਆ ਤਾਂ ਗਾਇਆ ਤਾਂ ਮੇਰੇ ਕੋਲੇ ਹੋ ਗਿਆ ਕਿਰਿਆ। ਅੱਛਾ, ਹੁਣ ਕਿਰਿਆ ਕੌਣ ਕਰ ਰਿਹਾ ਹੈ, ਠੀਕ ਹੈ, ਕਿਰਿਆ ਕਰ ਰਿਹਾ ਜੀ ਜਤਿੰਦਰ, ਤੇ ਕਰਨ ਵਾਲੇ ਨੂੰ ਅਸੀਂ ਕੀ ਕਹਿੰਦੇ ਆ, ਤਾਂ ਜਤਿੰਦਰ ਮੇਰੇ ਕੋਲੇ ਕੀ ਹੋ ਗਿਆ, ਕਰਤਾ। ਹੁਣ ਗਾ ਕਿਸ ਚੀਜ਼ ਨੂੰ ਰਿਹਾ ਹੈ, ਕੋਈ ਗਜ਼ਲ ਗਾ ਰਿਹਾ ਹੈ, ਕੋਈ ਭਜਨ ਗਾ ਰਿਹਾ, ਕੀ ਚੀਜ਼ ਗਾ ਰਿਹਾ ਹੈ, ਮਤਲਬ ਇਹ ਕਿਰਿਆ ਗਾਉਣ ਵਾਲੀ ਕਿਹਦੇ ਉੱਪਰ ਕਰ ਰਿਹਾ ਹੈ, ਕਰ ਰਿਹਾ ਗੀਤ ਦੇ ਉੱਪਰ। ਤਾਂ ਇਸ ਕਰਕੇ ਗੀਤ ਕੀ ਹੋ ਗਿਆ, ਕਰਮ।
ਤਾਂ ਕਰਤਾ ਕਰਮ ਅੰਗਰੇਜ਼ੀ 'ਚ ਜਿਹਨੂੰ ਅਸੀਂ ਸਬਜੈਕਟ ਤੇ ਆਬਜੈਕਟ ਬੋਲਦੇ ਹਾਂ। ਕਰਤਾ ਮਤਲਬ ਜਿਹੜਾ ਇੱਕ ਵਾਕ ਦੇ ਵਿੱਚ ਕਿਰਿਆ ਨੂੰ ਕਰੂਗਾ, ਦੈਟ ਇਜ਼ ਕਰਤਾ, ਤੇ ਜਿਹਦੇ ਉੱਤੇ ਕਰਤੇ ਦੁਆਰਾ ਕੰਮ ਕਰਿਆ ਜਾਊਗਾ, ਕਿਰਿਆ ਕਰੀ ਜਾਊਗੀ, ਉਹਨੂੰ ਅਸੀਂ ਕੀ ਬੋਲਾਂਗੇ? ਕਰਮ। ਇਹ 'ਚ ਦੇਖ ਲਓ, ਸਚਿਨ ਨੇ ਕ੍ਰਿਕਟ ਖੇਡੀ। ਸਚਿਨ ਮੇਰੇ ਕੋਲੇ ਕਰਤਾ, ਖੇਡਣਾ ਮੇਰੇ ਕੋਲੇ ਕੀ ਹੋ ਗਿਆ? ਕਿਰਿਆ, ਜਿਹੜਾ ਕੰਮ ਹੋ ਰਿਹਾ ਮੇਰੇ ਕੋਲੇ। ਤੇ ਕੀ ਖੇਡਿਆ ਉਹਨੇ? ਕ੍ਰਿਕਟ ਖੇਡੀ ਹੈ, ਤਾਂ ਕ੍ਰਿਕਟ ਮੇਰੇ ਕੋਲੇ ਕੀ ਆ ਗਿਆ? ਕਰਮ ਆ ਗਿਆ। ਤਾਂ ਦਿਸ ਇਜ਼ ਕਰਤਾ ਐਂਡ ਕਰਮ। ਕਿਉਂਕਿ ਵਰਬ ਨੂੰ ਪੜ੍ਹਦੇ ਹੋਏ ਸਾਨੂੰ ਕਰਤਾ ਤੇ ਕਰਮ ਦਾ ਪਤਾ ਹੋਣਾ ਬਹੁਤ ਲਾਜ਼ਮੀ ਆ। ਤੇ ਪਿੱਛੇ ਆਪਾਂ ਇਹੀ ਚੀਜ਼ਾਂ ਹੁਣ ਤੱਕ ਦੇਖੀਆਂ ਨੇ ਕਿ ਕਿਰਿਆ ਧਾਤੂ ਤੋਂ ਬਣਦੀ ਹੈ, ਧਾਤੂ ਗਾਹਾਂ ਮੂਲ ਸ਼ਬਦਾਂ ਤੋਂ ਬਣਦੀ ਹੈ, ਜਿਹਨੂੰ ਆਪਾਂ ਰੂਟ ਵਰਡਸ ਬੋਲ ਦਿੰਦੇ ਹਾਂ, ਜਿਵੇਂ ਲਿਖ ਤੋਂ, ਲਿਖਦਾ, ਲਿਖਦੇ ਆਦਿ ਬਣਾਏ ਸੀਗੇ। ਆਹ ਬੇਸਿਕ ਡੈਫੀਨੇਸ਼ਨ ਆ ਕਿਰਿਆ ਦੀ ਪੜ੍ਹੀ ਸੀ ਆਪਾਂ ਨੇ। ਹੁਣ ਆਪਾਂ ਇਸ ਤੋਂ ਬਾਅਦ ਇਹਦੀਆਂ ਕਿਸਮਾਂ ਤੇ ਚੱਲਦੇ ਹਾਂ। ਕਿਸਮਾਂ ਇਹਦੀਆਂ ਇੰਪੋਰਟੈਂਟ। ਕਿਰਿਆ ਇੱਕ ਬੜਾ ਹੀ ਇੰਪੋਰਟੈਂਟ ਟੌਪਿਕ ਹੈ। ਇਹਦੇ ਚੋਂ 1 ਜਾਂ 2 ਸਵਾਲ PTET+ ਵੀ ਬਣਾਉਂਦਾ ਹੀ ਬਣਾਉਂਦਾ, ਤੇ ਜ਼ਿਆਦਾਤਰ ਸਵਾਲ ਇਹਦੇ ਚੋਂ ਔਖਾ ਬਣਦਾ ਹੈ। ਇਸੇ ਕਰਕੇ ਮੈਂ ਚਾਹੁੰਦਾ ਕਿ ਜਦੋਂ ਔਖੇ ਦੀ ਮਿੱਥ ਤੋੜ ਲਾਂਗੇ ਤਾਂ ਸੌਖਾ ਤਾਂ ਉਹੀ ਨਿਕਲ ਜੂਗਾ ਆਪਣੇ ਕੋਲੇ। ਤਾਂ ਸਭ ਤੋਂ ਪਹਿਲਾਂ ਮੇਰੇ ਕੋਲੇ ਆਉਂਦੀ ਹੈ ਆਕਰਮਕ ਕਿਰਿਆ, ਜਿਹਨੂੰ ਅਸੀਂ ਅੰਗਰੇਜ਼ੀ 'ਚ ਬੋਲਦੇ ਨੇ ਇੰਟ੍ਰਾਂਜ਼ਿਟਿਵ ਵਰਬ। ਕਹਿੰਦਾ ਆਕਰਮਕ ਕਿਰਿਆ ਤੋਂ ਭਾਵ ਕੀ ਹੁੰਦਾ ਹੈ? ਕਿ ਕਰਮ ਤੋਂ ਬਿਨਾਂ। ਹੁਣ ਮੈਨੂੰ ਇੱਕ ਗੱਲ ਸਮਝ ਲੱਗ ਗਈ ਕਿ ਸੈਂਟੈਂਸ ਦੇ ਵਿੱਚ ਇੱਕ ਕਰਤਾ ਹੁੰਦਾ, ਇੱਕ ਮੇਰੇ ਕੋਲੇ ਕੀ ਹੁੰਦਾ? ਕਰਮ, ਤੇ ਤੀਜੀ ਚੀਜ਼ ਮੈਨੂੰ ਕੀ ਪਤਾ ਹੋਣੀ ਚਾਹੀਦੀ ਹੈ? ਕਿਰਿਆ। ਕਿਰਿਆ ਕਰਨ ਵਾਲੇ ਨੂੰ ਕਿਹਾ ਕਰਤਾ, ਤੇ ਜਿਹਦੇ ਉੱਪਰ ਕਿਰਿਆ ਕੀਤੀ ਜਾ ਰਹੀ ਹੈ ਮਤਲਬ ਕਰਤਾ ਕਰ ਰਿਹਾ ਜਿਹੜੀ ਕਿਰਿਆ ਨੂੰ, ਉਹਨੂੰ ਅਸੀਂ ਕੀ ਬੋਲਦੇ ਹਾਂ? ਜਿਹਦੇ ਉੱਪਰ ਕਰੀ ਜਾ ਰਹੀ ਹੈ ਕਰਮ। ਹੁਣ ਜੇ ਆਕਰਮਕ ਕਿਰਿਆ ਦਾ ਕੀ ਮਤਲਬ ਹੈ? ਜਿਹੜੀ ਇਹ ਟਾਈਪ ਹੈ, ਪ੍ਰਕਾਰ, ਕਰਮ ਤੋਂ ਬਿਨਾਂ। ਮਤਲਬ ਤੁਹਾਡੀ ਕਿਰਿਆ ਦਿੱਤੀ ਹੋਈ ਹੈ, ਇੱਕ ਸੈਂਟੈਂਸ ਦਿੱਤਾ ਹੋਇਆ, ਉਹ 'ਚ ਕਰਤਾ ਤਾਂ ਹੈਗਾ ਪਰ ਕਰਮ ਨਹੀਂ ਹੈਗਾ। ਠੀਕ ਹੈ, ਤਾਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਤੇ ਜਿਸ ਕਿਰਿਆ ਦਾ ਕਾਰਜ ਉਸਦੇ ਕਰਤਾ ਤੱਕ ਹੀ ਸੀਮਿਤ ਰਹੇ, ਉਹਨੂੰ ਆਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਹੁਣ ਕੁੜੀ ਖੇਡਦੀ ਹੈ, ਖੇਡਣਾ ਮੇਰੇ ਕੋਲੇ ਕੀ ਹੈ? ਖੇਡਣਾ ਮੇਰੇ ਕੋਲੇ ਕਿਰਿਆ। ਕੁੜੀ ਕੀ ਹੈ? ਕਰਤਾ, ਜਿਹੜਾ ਸਬਜੈਕਟ ਜਿਹੜਾ ਇਸ ਕਿਰਿਆ ਨੂੰ ਕਰ ਰਿਹਾ ਹੈ। ਪਰ ਕੀ ਖੇਡ ਰਹੀ ਹੈ? ਇਹ ਤਾਂ ਮੈਨੂੰ ਦਿੱਤਾ ਨਹੀਂ। ਫੁੱਟਬਾਲ ਖੇਡ ਰਹੀ ਹੈ, ਹਾਕੀ ਖੇਡ ਰਹੀ ਹੈ, ਕੋਈ ਹੋਰ ਗੇਮ ਖੇਡ ਰਹੀ ਹੈ, ਉਹੀ ਤਾਂ ਮੇਰੇ ਕੋਲੇ ਕੀ ਹੋਣਾ ਸੀਗਾ? ਉਹੀ ਤਾਂ ਕਰਮ ਹੋਣਾ ਸੀ। ਤਾਂ ਐਵੇਂ ਦੇ ਸੈਂਟੈਂਸ ਜਿਨ੍ਹਾਂ ਦੇ ਵਿੱਚ ਕਰਮ ਮਿਸਿੰਗ ਹੋਵੇ, ਕਰਮ ਨਾ ਹੋਵੇ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਉਹਨਾਂ ਨੂੰ ਆਕਰਮਕ ਕਿਰਿਆ ਦੀ ਸ਼੍ਰੇਣੀ ਦੇ ਵਿੱਚ ਆਪਾਂ ਪਾਉਂਦੇ ਹਾਂ। ਤਾਂ ਪੇਪਰ ਕਿਵੇਂ ਦਾ ਸਵਾਲ ਪੁੱਛੂਗਾ? ਜਾਂ ਤਾਂ ਡੈਫੀਨੇਸ਼ਨ ਦੇ ਕੇ ਪੁੱਛੂ ਕਿ ਉਹ ਵਾਕ ਜਿਨ੍ਹਾਂ ਵਿੱਚ ਕਰਮ ਰਹਿਤ ਹੁੰਦੇ ਨੇ ਜਾਂ ਕਰਮ ਨਹੀਂ ਹੁੰਦਾ, ਉਹਨਾਂ ਨੂੰ ਕੀ ਕਹਿੰਦੇ ਆਪਾਂ? ਆਕਰਮਕ ਕਿਰਿਆ ਕਹਿੰਦੇ ਆ। ਕਿ ਅੱਦੂ ਬਾਅਦ ਆਊਗੀ ਇੱਕ ਸਕਰਮਕ ਕਿਰਿਆ ਜਾਂ ਸੰਚਾਲਕ ਕਿਰਿਆ, ਜਿੰਨੀਆਂ ਵੀ ਟਾਈਪਸ ਇੱਥੇ ਆਉਣਗੀਆਂ, ਟਾਈਪਸ ਆਪਸ਼ਨ 'ਚ ਆ ਜਾਣਗੀਆਂ। ਦੂਜਾ, ਉਹਨੇ 4 ਸੈਂਟੈਂਸ ਦੇ ਦੇਣੇ ਨੇ, ਤੁਹਾਨੂੰ ਪੁੱਛ ਸਕਦਾ ਕਿ ਇਹਨਾਂ ਦੇ ਵਿੱਚੋਂ ਆਕਰਮਕ ਕਿਰਿਆ ਦੀ ਜਾਂ ਸਕਰਮਕ ਕਿਰਿਆ ਦੀ ਉਦਾਹਰਨ ਪਛਾਣ ਕੇ ਦਿਓ ਮੈਨੂੰ। ਤਾਂ ਉਦਾਹਰਨ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। ਹੁਣ ਇੱਥੇ ਦੇਖ ਲਓ, ਮੁੰਡਾ ਗਾਉਂਦਾ ਹੈ। ਬਈ ਮੁੰਡਾ ਮੇਰੇ ਕੋਲੇ ਕੀ ਹੈ? ਮੁੰਡਾ ਮੇਰੇ ਕੋਲੇ ਕਰਤਾ। ਗਾਉਣਾ ਕੀ ਆ ਗਿਆ ਮੇਰੇ ਕੋਲੇ? ਗਾਉਣਾ ਆ ਗਿਆ ਮੇਰੇ ਕੋਲੇ ਕਿਰਿਆ। ਬਈ ਗਾਉਂਦਾ ਹੈ, ਕੀ ਗਾਉਂਦਾ ਹੈ? ਜਿਹੜੀ ਚੀਜ਼ ਜਿਹਦੇ ਉੱਤੇ ਹੋਣੀ ਸੀ ਇਹ ਗਾਉਣ ਵਾਲਾ ਕੰਮ, ਉਹ ਮਿਸਿੰਗ ਹੈ। ਇਹਦਾ ਮਤਲਬ ਇਹਦੇ ਵਿੱਚ ਵੀ ਕੀ ਮਿਸਿੰਗ ਹੈ? ਇਹਦੇ ਵਿੱਚ ਵੀ ਮੇਰੇ ਕੋਲੇ ਕਰਮ ਮਿਸਿੰਗ ਹੈ। ਤਾਂ ਇਹ ਵੀ ਕਿਹਦੀ ਐਗਜ਼ਾਮਪਲ ਹੋ ਗਈ? ਆਕਰਮਕ ਕਿਰਿਆ ਦੀ। ਬੱਚੇ ਪੜ੍ਹਦੇ ਹਨ। ਕੀ ਪੜ੍ਹਦੇ ਹਨ? ਬੱਚੇ ਕਿਤਾਬਾਂ ਪੜ੍ਹਦੇ ਹਨ, ਰਸਾਲੇ ਪੜ੍ਹਦੇ ਹਨ, ਮੈਗਜ਼ੀਨ ਕੀ ਪੜ੍ਹ ਰਹੇ ਨੇ? ਕਹਾਣੀਆਂ ਪੜ੍ਹਦੇ ਹਨ। ਜਿਹੜੀ ਚੀਜ਼ ਮਿਸਿੰਗ ਹੈ ਦੈਟ ਇਜ਼ ਯੂਅਰ ਕਰਮ, ਤੇ ਬੱਚੇ ਕਰਤਾ, ਤੇ ਮੇਰੇ ਕੋਲੇ ਪੜ੍ਹਦੇ ਕੀ ਹੋ ਗਿਆ? ਪੜ੍ਹਦੇ ਇਜ਼ ਯੂਅਰ ਕਿਰਿਆ। ਤਾਂ ਇਹ ਪਹਿਚਾਣ ਹੋ ਗਈ ਆਕਰਮਕ ਕਿਰਿਆ ਦੀ। ਮੈਂ ਉਮੀਦ ਕਰਦਾ ਕਿ ਕਲੀਅਰ ਹੋ ਗਈ ਤੁਹਾਨੂੰ ਕਿ ਆਕਰਮਕ ਕਿਰਿਆ ਕੀ ਹੁੰਦੀ ਹੈ। ਦੂਜੀ ਮੇਰੇ ਕੋਲੇ ਕਿਰਿਆ, ਹੁਣ ਆਕਰਮਕ ਕਿਰਿਆ ਨੂੰ ਵੀ ਅੱਗੇ ਮੈਂ 2 ਹਿੱਸਿਆਂ 'ਚ ਵੰਡਦਾ। ਆਕਰਮਕ ਕਿਰਿਆ 2 ਹਿੱਸੇ ਕਿਹੜੇ ਕਿਹੜੇ ਨੇ? ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਪੂਰਨ ਆਕਰਮਕ ਕਿਰਿਆ, ਦੂਜੀ ਨੂੰ ਅਸੀਂ ਕਹਿ ਦਿੰਦੇ ਹਾਂ ਅਪੂਰਨ ਕਰਮਕ ਕਿਰਿਆ। ਕੀ ਫਰਕ ਹੁੰਦਾ ਜਾਣਦੇ ਹਾਂ, ਪਹਿਲਾਂ ਡੈਫੀਨੇਸ਼ਨ ਪੜ੍ਹਦੇ ਹਾਂ। ਜਿਹੜੀ ਆਕਰਮਕ ਕਿਰਿਆ ਕਰਤੇ ਦੇ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਬਣਾ ਦੇਵੇ, ਉਸ ਨੂੰ ਪੂਰਨ ਆਕਰਮਕ ਕਿਰਿਆ ਕਿਹਾ ਜਾਂਦਾ ਹੈ। ਦੇਖੋ ਇੱਕ ਚੀਜ਼ ਤਾਂ ਕਲੀਅਰ ਹੈ ਆਕਰਮਕ ਕਿਰਿਆ 'ਚ ਕਿ ਇਹਦੇ ਵਿੱਚ ਕਰਮ ਤਾਂ ਨਹੀਂ ਹੋਊਗਾ। ਚਾਹੇ ਇਹਦੀਆਂ ਟਾਈਪਸ ਪੜ੍ਹ ਲਓ ਅੱਗੇ ਫਰਦਰ, ਪੂਰਨ ਅਪੂਰਨ, ਉਹਨਾਂ 'ਚ ਵੀ ਕਰਮ ਨਹੀਂ ਹੋਏਗਾ। ਪਰ ਫਰਕ ਕੀ ਹੈ? ਬਿਨਾਂ ਕਰਮ ਤੋਂ ਫਿਰ 2 ਹੀ ਚੀਜ਼ਾਂ ਹੋ ਸਕਦੀਆਂ, ਇੱਕ ਕਰਤਾ ਹੋ ਸਕਦਾ ਹੈ ਤੇ ਦੂਜਾ ਮੇਰੇ ਕੋਲੇ ਕੀ ਹੋ ਸਕਦਾ ਹੈ? ਕਿਰਿਆ ਹੋ ਸਕਦੀ ਹੈ। ਯਾਨੀ ਕਿ ਇੱਕ ਤੁਹਾਡਾ ਸਬਜੈਕਟ ਤੇ ਇੱਕ ਮੇਰੇ ਕੋਲੇ ਵਰਬ ਹੋਊਗੀ। ਇਹੋ ਜਿਹੇ ਆਪਾਂ ਅੰਗਰੇਜ਼ੀ 'ਚ ਕਿੰਨੇ ਸੈਂਟੈਂਸ ਤਾਂ ਪੜ੍ਹੇ ਨੇ ਜਿਨ੍ਹਾਂ 'ਚ ਮੇਰੇ ਕੋਲੇ ਆਬਜੈਕਟ ਹੁੰਦਾ ਹੀ ਨਹੀਂ ਸੀਗਾ। ਤਾਂ ਉਹੀ ਚੀਜ਼ ਹੈ। ਹੁਣ ਇਸ ਕੇਸ ਦੇ ਵਿੱਚ ਜੇ ਤਾਂ ਮੇਰੇ ਕੋਲੇ ਬਣਾਇਆ ਹੋਇਆ ਪੂਰਾ ਸੈਂਟੈਂਸ ਜਿਹੜਾ ਹੈਗਾ, ਮਤਲਬ ਪੂਰਾ, ਇਹ ਤੋਂ ਇਲਾਵਾ ਤੁਸੀਂ ਵਾਕ ਬਣਾ ਰਹੇ ਹੋ ਜਿਹੜਾ, ਜੇ ਤਾਂ ਵਾਕ ਪੂਰਾ ਮੀਨਿੰਗ ਆਪਦੇ ਵਿੱਚ ਡਿਫਾਈਨ ਕਰ ਰਿਹਾ ਹੈ, ਮਤਲਬ ਕੋਈ ਮਤਲਬ ਨਿਕਲ ਰਿਹਾ ਹੈ ਵਾਕ ਦਾ। ਜਿਵੇਂ ਉਰੇ ਪੜੋ, ਰਿਤਿਕਾ ਬਣ ਗਈ, ਕੁੱਤਾ ਭੌਂਕਿਆ, ਠੀਕ ਹੈ, ਬੱਚਾ ਰੋਇਆ। ਇਹ ਕੁਝ ਸੈਂਟੈਂਸ ਨੇ, ਠੀਕ ਹੈ। ਬੱਚਾ ਰੋਇਆ, ਕੁੱਤਾ ਭੌਂਕਿਆ। ਹੁਣ ਮੈਂ ਇੱਕ ਇੱਥੇ ਪੜਾਉਣਾ ਤੁਹਾਨੂੰ, ਬਬਲੂ ਹੋ ਗਿਆ। ਇਹ ਐਗਜ਼ਾਮਪਲ ਪੜੋ ਬਈ, ਬਬਲੂ
की हो गया, पास हो गया, फेल हो गया, ठीक हो गया, की हो गया, कोई मीनिंग तो नहीं मेरे को निकल रहा। पर जे मैं इत्थे देखा कि मेरे को कुत्ता भौंकिया, हुण कित्थे भौंकिया वो गल अड्ड है कि इहदे विच कर्म नहीं हैगा, ठीक है, किसी बंदे उत्ते भौंकिया, ठीक है, कोई होर कुत्तियां दे उत्ते भौंकिया जिहड़े आ रहे सी, पर कुत्ता भौंकिया अपने आप दे विच मीनिंग तो डिफाइन कर रहा ना, ਉਹਦਾ मतलब तो निकल रहा कि कुत्ता भौंकिया है। बच्चा रोया है, क्यों रोया, वो थप्पड़ पै गया तां रोया है, या कोई होर कारण है रोण दा। तो जिहड़े एवें दे सेंटेंस ने ये पैणगे पूर्ण कर्मक किरिया च, कर्म इहदे च भी नहीं पर बिना कर्म तो भी मीनिंग दिखा रहे ने। पर जिहड़े सेंटेंस करता नाल मिल के वाक ना पूरा सार्थक बना पाउण, मतलब इहदे विच भी सेम ही कहानी है कि करता ते किरिया दोने होणगे पर इन्हां दा मतलब नहीं कोई निकलूगा। बबलू हो गया, जिवें सब तो वधिया एग्जाम्पल है कि पास हो गया, फेल हो गया, दसो की हो गया। तो ये मेरे को दो टाइप आ गई, पूर्ण कर्मक किरिया ते अपूर्ण कर्मक किरिया दियां। तो अगे चलते हैं, आ साडा एक कोर्स चल रहा ऑलरेडी, मिशन SI ते PSSB 2023, मतलब कि 2023 ਦੇ ਵਿੱਚ जिन्ने होने वाले एग्जाम ने PSSB ने लैने ने, जिवें कुछ तो साडे सामने ने, सब इंस्पैक्टर, पटवारी, वीडियो क्लर्क, ठीक है, या एक्साइज इंस्पैक्टर की गल कर लीए आपां, जिन्ने हले तक आए ने ਜਾਂ होर जिन्ने भी आउणगे 1 साल च, क्योंकि इसकी वैलिडिटी 1 साल है, जिन्ने आउणगे इसे फोल्डर दे विच ऐड हुंदे जाणगे। मतलब हो सकदा कोई इहो जिहा नवां पेपर आ जिह कुछ नवां सबजैक्ट ऐड कर देण, ਤਾਂ ਤੁਹਾਨੂੰ ਉਹ ਇਸੇ ਕੋਰਸ ਦੇ ਵਿੱਚ ਅਵੇਲੇਬਲ ਮਿਲੂਗਾ। मतलब फुल फ्लैज 1 ਸਾਲ 'ਚ PSSB ਤੇ SI ਦੇ ਐਗਜ਼ਾਮ ਵਾਸਤੇ ਇਹ ਕੋਰਸ ਹੈ। ਤੇ ਤੁਸੀਂ ਜੇ ਇੰਟਰਸਟਿਡ ਹੋਵੋ, ਪਹਿਲਾਂ ਸਾਡੀਆਂ ਡੈਮੋ ਵੀਡੀਓਜ਼ ਦੇਖੋ, ਸਾਰੀਆਂ ਇੰਗਲਿਸ਼ ਦੀ ਵੀ ਦੇਖੋ। ਤੁਸੀਂ ਜਦੋਂ ਜਾਓਗੇ ਨਾ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਤੇ, ਸਾਰੀਆਂ ਵੀਡੀਓਜ਼ ਤੁਹਾਡੇ ਕੋਲੇ 2-2 3-3 ਮਿੰਟ ਤਾਂ ਚੱਲਣਗੀਆਂ ਹੀ, ਉੱਥੋਂ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਲੀ ਵੀਡੀਓ ਦੀ। ਤੇ ਦੂਜਾ ਤੁਹਾਨੂੰ ਇਹ ਵੀ ਪਤਾ ਲੱਗ ਜੂਗਾ ਵੀ ਸਾਡਾ ਕੰਟੈਂਟ ਕਿੰਨਾ ਕੁ ਪੂਰਾ ਨਹੀਂ ਹੈਗਾ। ਅਸੀਂ ਨੇ ਸਟੈਟਿਕ ਨੂੰ ਲੈ ਕੇ ਸਾਡਾ ਲਾਂਭਾ ਰਹਿੰਦਾ ਸੀ ਬੱਚਿਆਂ ਦਾ, ਇਸ ਵਾਰ ਸਟੈਟਿਕ ਵੀ ਅਸੀਂ ਪੂਰੀ ਥੋਰੋਲੀ ਕੱਲੀ ਚੀਜ਼ ਕਵਰ ਕਰਤੀ ਸਟੈਟਿਕ ਦੀ, ਚਾਹੇ ਸਪੋਰਟਸ ਹੋਵੇ, ਚਾਹੇ ਲਿਟਰੇਚਰ ਹੋਵੇ, ਕੁਝ ਵੀ ਹੋਵੇ, ਹਰ ਚੀਜ਼ ਤੁਹਾਨੂੰ ਇਨਕਲੂਡਡ ਮਿਲੂਗੀ ਇਸ ਪੂਰੇ ਕੋਰਸ ਦੇ ਵਿੱਚ। इंग्लिश पूरी एक लैवल की तुसीं पढ़ोगे, क्योंकि मैंने बहुत सारे इंग्लिश नूं लैके बच्चों के कमेंट आए, मैं उन्होंने सारिਆਂ ਦਾ धन्नवाद करदा कि हाँ उन्होंने मैनू एप्रीशिएट किया। एप्रीशिएट करने नाल साडा हौसला वधदा सी, होर मैं इस करके पंजाबी दे उत्ते उहदे नालों भी होर वधिया काम करन दे विच मैनू हौसला मिलिया कि मैं उही लैवल जो इंग्लिश का मेनटेन किया तुहाडे वास्ते पंजाबी का लैवल भी मेनटेन कर पावां, ताकि तुसीं अपने पेपर नूं क्लीयर कर पाओ। तो इहदे लई तुसीं इस नंबर ते कॉल करके अपनी क्वेरी जान सकते हो, ठीक है। प्रदीप सर का नंबर है। आपां अगे चलते हैं। किरिया दी किस्मां, दूजी किस्म आ गई इहदी सकर्मक किरिया। सकर्मक किरिया का मतलब हुंदा कर्म रहत। अकर्मक दे विच की सी मेरे कोले कि दो ही चीज़ां सी, एक करता सी, दूजी मेरे कोले किरिया सी। पर इहदे विच मेरे कोले दोने ही ने, करता भी हो, कर्म भी हो ते किरिया भी हो, तिन्ने ही चीज़ां होणगियां। किरिया तो चलो होनी वो तो बिना तो कुछ बनना नहीं, मतलब करता ते कर्म दोने होणगे। जिवें आ बेसिक जी मुंडा फुटबॉल खेडदा है, ये तो आपां पिछे पढ़ ही लिया कि मुंडा करता, फुटबॉल कर्म ते खेडना किरिया, ठीक है। सिमिलरली कुड़ी गीत गाउंदी है, कुड़ी की है करता, गीत कर्म ते गाउणा की है मेरे कोले किरिया। सिमिलरली हरमन गणित पढ़ाउंदा है, हरमन की है मेरे कोले करता, गणित कर्म हो गया, ते पढ़ाउणा पढ़ाउंदा है की है मेरे कोले किरिया होगी। तो ये तो इन्हां दी पहचान होगी। हुण जिवें ये है, इहदी भी अगे उही दो सेम टाइप बनदियां ने। इहदे विच भी मैं की पढ़दा, पूर्ण कर्मक किरिया ते अपूर्ण कर्मक किरिया, दोने किरियावां जिवें आपां उहदे विच अकर्मक दे विच पढ़ियां, एवें सकर्मक च पढ़ियां। इहदी डेफिनेशन बहुत पेपर पुछदा है कि किहदे विच किहड़ी करता दे नाल हुंदी है, किहड़ी बिना करता तो हुंदी है, सॉरी कर्म तो बिना हुंदी है ते कर्म दे नाल हुंदी है। तो डेफिनेशन च कई बार असीं पेपर च उलझ जाने आ, अकर्मक नूं सकर्मक ला जाने आ, सकर्मक नूं अकर्मक ला जाने आ। तो ध्यान देण वाली गल है, ठीक है। हुण अगली गल उही सेम मीनिंग आ, कुछ नहीं हैगा, होणगे दोनों करता ते कर्म, पर दोनों के होण नाल भी जे तां अर्थपूर्ण वाक बनाऊगा तुहाडा सेंटेंस वाक, तां मेरे कोले होऊगा पूर्ण अपनी सकर्मक किरिया। जे तुहाडे कोले अर्थपूर्ण वाक नहीं बन पाऊगा, मतलब वाक जिहड़ा सेंटेंस तुसीं बना रहे हो दा कोई मतलब ही नहीं निकल रहा हैगा, इनकंप्लीट वाक है, तां मेरे कोले अपूर्ण कहाऊगा। जिवें कुड़ियां ने गिद्धा पाया, किसानां ने हल बाहे, ठीक है। एक तो यह है, हरप्रीत भैन नूं कहण लगी, पिता ने बड़े पुत्र नूं बना दिता। हुण तुसीं इन्हां च समझो, कुड़ियां की है मेरे कोले करता,
पाया की है किरिया, की पाया गा गिद्धा, गिद्धा की है कर्म। अपने आप च पूरा सेंटेंस है, कुड़ियां ने मिलकर गिद्धा पाया, करता भी है, कर्म भी है, किरिया भी है। किसानां ने हल वाहे, किसान करता, वाहे की है किरिया की है, तो की वाहे ने हल आ भी, तो पूरे सेंटेंस मीनिंग दे रहे ने भी हल वाहे गए ने आ करया गया। हुण तुसीं जरा इहनूं पढ़ के देखो, पिता ने बड़े पुत्र नूं बना दिता, बई पिता ने करता हो गया, बड़ा पुत्र उहदा की हो गया कर्म, क्योंकि जिन्हों बनाया गया, तो बनाना की है मेरे को किरिया, पर की बनाता, डॉक्टर बनाता, हलवाई बनाता, की बनाता सानू नहीं पता। तो जिहड़ी चीज़ मिसिंग है, मतलब वाक दे विच अर्थ पूरा नहीं हो रहा, वाक का वाक अपने आप दे विच इनकंप्लीट है। तो इस चीज़ नूं असीं की बोल दिंदे फिर अपूर्ण सकर्मक किरिया। सिमिलरली इत्थे हरप्रीत भैन नूं कहण लगी, हरप्रीत अपने आप दे विच की है करता, भैन की है मेरे को कर्म, तो कहना की है, कहण की लगी वो नहीं सानू पता भी की कहण लगी है। ठीक है, तो ये जिहड़े इनकंप्लीट मीनिंग वाले ने अपूर्ण, कंप्लीट मीनिंग वाले ने वो हो गए मेरे को पूर्ण। दोनों च सेम है, कोई फर्क नहीं, फर्क इन्ना बस इह सारा कुछ अवेलेबल होऊगा, उहदे विच मेरे को कर्म जिहड़ा मिसिंग होऊगा। मैं उम्मीद करदा कि क्लीयर हो गया हो। आज तो इलावा साडे कुछ होर कोर्स ने, जिवें लैक्चरर हिस्टरी का कोर्स चल रहा पूरे का पूरा, जिवें आपां देखिया कि लैक्चरर का लैवल इस बार बहुत ਜਿਹੜਾ ਪਿੱਛੇ ਪੇਪਰ ਹੋਇਆਗਾ, ਤੁਸੀਂ ਦੇਖੋ ਕਿ ਜਿਹੜੇ ਮਾਸਟਰ ਕੇਡਰ ਵਾਲੇ ਪੇਪਰ ਇਹਨਾਂ ਦਾ ਲੈਵਲ ਕਿੱਥੇ ਪਹੁੰਚ ਗਿਆ, ਤੇ ਅਸੀਂ ਉਹਨੂੰ ਹੀ ਧਿਆਨ 'ਚ ਰੱਖਦੇ ਹੋਏ ਇਹ ਕੋਰਸ ਅਸੀਂ ਨੇ ਬਣਾਇਆਗਾ ਸਪੈਸ਼ਲੀ ਗੁਰਸ਼ਰਨ ਸਰ ਦੁਆਰਾ, ਤੇ ਤੁਸੀਂ ਇਹਦੀਆਂ ਡੈਮੋ ਜ਼ਰੂਰ ਦੇਖਿਓ ਤੇ ਲੈਵਲ ਚੈੱਕ ਕਰਿਓ। ਉਦੋਂ ਬਾਅਦ ਹੀ ਤੁਸੀਂ ਅੱਗੇ ਸਾਡੇ ਨਾਲ ਗੱਲ ਕਰਿਓ ਕਿ ਹਾਂ ਇਹਦਾ ਲੈਵਲ ਕੀ ਆ, ਫਿਰ ਤੁਸੀਂ ਦੇਖੋਗੇ ਖੁਦ ਹੀ ਵੀ ਕਿਸ ਲੈਵਲ ਦਾ ਇਹ ਕੋਰਸ ਬਣਾਇਆ ਹੋਇਆ ਤੇ ਤੁਹਾਡੇ ਲਈ ਕਿੰਨਾ ਮਹੱਤਵਪੂਰਨ ਹੋ ਸਕਦਾ। ਬਾਕੀ ਆ ਕੋਰਸ ਨੇ ਤੁਸੀਂ ਦੇਖ ਸਕਦੇ ਹੋ। ਅੱਗੇ ਆ ਜਾਓ। ਇਹ ਤੋਂ ਇਲਾਵਾ ਦੋ ਕਿਰਿਆ ਦੀਆਂ ਟਾਈਪਸ ਤਾਂ ਅਸੀਂ ਨੇ ਦੇਖ ਲਈਆਂ, ਅਕਰਮਕ ਸਕਰਮਕ, ਉਹਨਾਂ ਦੇ ਅੱਗੇ ਦੋ ਟਾਈਪ। ਹੁਣ ਉਹ ਹਿੱਸਾ ਜਿਹੜਾ ਪੇਪਰ ਦਾ ਸਾਡਾ ਫਸਦਾ ਹੈ, मतलब पेपर च पूछा भी जाऊगा, तो ये सवाल 90% जवाब गलत भी करनगे ते होऊगा भी नहीं, तो उन्होंने मैं छूण जा रहा। सब तो पहला आ गई ससरंगी, जिन्हों असीं अंग्रेजी च कह देना लिंकिंग वर्ब। तो लिंकिंग वर्ब तो मैनूं लगदा जिन्होंने मेरे तो अंग्रेजी पढ़ी है याद आ गया होगा लिंकिंग वर्ब, क्योंकि लिंकिंग वर्ब उहदे मैं बड़ी डिटेल च पढ़ाया होया है कि लिंकिंग वर्ब का की हुंदा की नहीं हुंदा। हुण यही फायदा है, तुसीं किन्नियां चीज़ां देखोगे जे इंग्लिश दे विच सेम टीचर तो तुसीं ने पढ़ रखिया है, तो है कि इंग्लिश नूं पंजाबी वो कराया होया, होर की कराया होया, लिंकिंग वर्ब नूं ससरंगी बोलता, मेन वर्ब नूं मुख किरिया बोलता, आही चीज़ां ने। जे इंग्लिश उन्नी डिटेल च वधिया पढ़ी जा चुकी है तो पंजाबी क्यों नहीं पढ़ी जा सकती। तो अंग्रेजी नाल लिंक करके पढ़ोगे तो, क्योंकि बहुते बच्चे इंग्लिश दे विच तां हुंदे ने वधिया, पंजाबी च मार खा जांदे ने जिन्हां दा पंजाबी मीडियम ना होवे। तो तुसीं दोनों नूं जे पैरलल लैके पढ़ोगे, मैं कहना ज़्यादा स्वाद आऊगा, दोनों ही चीज़ां बहुत क्लीयर होणगियां। चलदे आं, कहना कि वो जिहड़ी किरिया नाब यानी कि नाउन विशेषण ਅਤੇ ਉਦੇਸ਼ ਨੂੰ जोड़दी ਜਾਂ ਉਹਨਾਂ ਵਿਚਕਾਰ ਸੰਯੋਗ पैदा करती है, ਉਹਨੂੰ ससरंगी कहा जाता है। ਜਾਂ कई ਵਾਕਾਂ ਵਿੱਚ है ਜਾਂ ਸੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਉਹਨੂੰ ਵੀ ਸਸਰੰਗੀ ਕਹਿ ਦਿੰਦੇ ਆ। ਜਿਵੇਂ ਹੁਣ ਨਾ ਤੁਸੀਂ ਇੱਥੇ ਆਓ, ਮੋਹਨ ਇੱਕ ਹੁਸ਼ਿਆਰ ਲੜਕਾ ਹੈ, ਠੀਕ ਹੈ। ਹੁਣ ਮੋਹਨ ਹੁਸ਼ਿਆਰ ਹੋਣਾ ਉਹਦਾ ਕੀ ਹੈ, ਇਹ ਉਹਦੀ ਵਿਸ਼ੇਸ਼ਤਾ ਹੈ, ठीक है। एडजैक्टिव है यानी कि भी हुशियार है, विशेषता दस रहा। हुण लड़का है, हुण इहदे विच तुहानूं किते किरिया दिख रही है, किरिया किते भी नहीं हैगी, ठीक है। मतलब हुशियार लड़का है की है, किरिया तो मिसिंग है। जिहड़े इहो जिहे सेंटेंस हुंदे ने जिन्हां दे विच डायरैक्ट किरिया ना दित्ती होवे, उत्थे फिर जिहड़े लास्ट दे विच मेरे कोले आ वर्ब हुंदे ने ना लिंक करन वाले, इज एम आर वॉज वर, यही मेरे को किरिया का काम करते हैं। जिवें इत्थे देख सकते हो मोहन एक हुशियार लड़का है, तो जिहदे विच तुहानूं कहा जाए कि किरिया पहचानो तो तुसीं कहोगे किरिया हैगी है। तो जे ये पूछ लिया जाए कि किहड़े प्रकार की किरिया, तो बोलोगे ससरंगी प्रकार की किरिया, यानी कि लिंकिंग वर्ब बोलिया जाता इस चीज़ नूं। इहदे च देख लो अलका आलसी सी, इहदे विच भी मेरे को कोई किरिया नहीं, भी की करदी सी, वो काम तो कोई नहीं। आलसी सी, तो सी मेरे को डायरैक्ट ससरंगी का काम कर रहा। ओह मेरी मामी है, तो है मेरे को सेम किहदा काम कर रहा, ससरंगी का काम कर रहा है। हरनाम बहुत कंजूस सी, हुण कंजूस होना तो कोई किरिया नहीं ना हैगी, तो एक विशेषता जो वो कंजूस सी, तो सी अपने आप दे विच की हो गया ससरंगी। उम्मीद है कि यह बहुत सौखा तुसीं पहचान लोगे। जो किरिया रहत है, किरिया नहीं हैगी सेंटेंस दे विच, तो लिंकिंग वर्ब ही तुहाडे कोले किरिया का काम करूगी, तो उहनूं असीं बोलांगे ससरंगी। अगे आ जाओ,
दूजी हैगी सहायक क्रिया जिन्हों असीं बोलते हैं ऑक्सिलरी वर्ब अंग्रेजी दे विच। देखो कहना ਜਿਹੜੇ ਵਾਕ ਦੇ ਵਿੱਚ ਕੋਈ ਸ਼ਬਦ ਵਾਕ ਵਿੱਚ ਕਿਰਿਆ ਦੇ ਨਾਲ ਕਾਲ ਬਾਰੇ ਵੀ ਦੱਸੇ, ਬੜੀ ਇੰਪੋਰਟੈਂਟ ਪੁਆਇੰਟ ਹੈ। ਮਤਲਬ ਕਿਰਿਆ ਤਾਂ ਹੋ ਰਹੀ ਹੈ, ਕਿਰਿਆ ਦੇ ਨਾਲ ਤੁਹਾਨੂੰ ਕਾਲ ਦਾ ਵੀ ਪਤਾ ਲੱਗ ਰਿਹਾ, ਕਾਲ ਮਤਲਬ ਟੈਂਸ ਦਾ ਵੀ ਪਤਾ ਲੱਗ ਰਿਹਾ ਵੀ ਉਹ ਕਿਰਿਆ ਤੁਹਾਡੇ ਕੋਲੇ ਭਵਿੱਖ 'ਚ ਫਿਊਚਰ 'ਚ ਹੋ ਰਹੀ ਹੈ ਜਾਂ ਪ੍ਰੈਜ਼ੈਂਟ 'ਚ ਹੁਣੀ ਚੱਲ ਰਹੀ ਹੈ ਵਰਤਮਾਨ 'ਚ, ਜਾਂ ਫਿਰ ਪਾਸਟ ਦੇ ਵਿੱਚ ਸੀ, ਕੋਈ ਭੂਤਕਾਲ ਦੇ ਵਿੱਚ ਹੋ ਰਹੀ ਸੀ। ਜਦੋਂ ਸਾਨੂੰ ਕਿਰਿਆ ਦਾ ਵੀ ਪਤਾ ਲੱਗੇ ਤੇ ਕਿਰਿਆ ਦੇ ਨਾਲ ਸਾਨੂੰ ਉਹਦੇ ਕਾਲ ਦਾ ਵੀ ਪਤਾ ਲੱਗੇ, ਫਿਰ ਅਸੀਂ ਜਾਂਦੇ ਹਾਂ ਕਿਤੇ ਸਹਾਇਕ ਕਿਰਿਆ ਤੇ, ਉਹਨੂੰ ਸਹਾਇਕ ਕਿਰਿਆ ਕਹਿੰਦੇ ਆ। ਜਿਵੇਂ ਇਹ ਮੁੱਖ ਕਿਰਿਆ ਦਾ ਕਾਲਬੋਧਕ ਅੰਸ਼ ਹੁੰਦਾ ਹੈ, ਠੀਕ ਹੈ। ਤੇ ਪੰਜਾਬੀ ਵਿੱਚ ਦੋ ਸਹਾਇਕ ਕਿਰਿਆਵਾਂ ਹਨ, ਹੈ ਤੇ ਸੀ। ਇਹ ਦੋ ਸਹਾਇਕ ਕਿਰਿਆ ਨੇ, ਹੈ ਮੂਲ ਵਿੱਚ ਵਰਤਮਾਨ ਦਿਖਾਉਂਦੀ ਹੈ, ਮੇਰੇ ਕੋਲੇ ਪ੍ਰੈਜ਼ੈਂਟ ਦਿਖਾਉਂਦੀ ਹੈ, ਤੇ ਸੀ ਮੈਨੂੰ ਦਿਖਾਉਂਦੀ ਹੈ ਭੂਤਕਾਲ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜੇ ਸੀ ਲੱਗ ਗਿਆ ਤਾਂ ਪਾਸਟ ਦੀ ਗੱਲ ਹੋ ਰਹੀ ਹੈ ਲੱਗ ਗਿਆ ਤਾਂ ਪ੍ਰੈਜ਼ੈਂਟ ਦੀ ਯਾਨੀ ਕਿ ਵਰਤਮਾਨ ਦੀ ਗੱਲ ਹੋ ਰਹੀ ਹੈ। ਹੁਣ ਜਿਵੇਂ ਇੱਥੇ ਆਪਾਂ ਪਹਿਚਾਨਣ ਦੀ ਕੋਸ਼ਿਸ਼ ਕਰਦੇ ਹਾਂ, ਸਿਕੰਦਰ ਰੋਟੀ ਖਾ ਰਿਹਾ ਹੈ। ਹੁਣ ਖਾਣਾ ਤਾਂ ਮੇਰੇ ਕੋਲੇ ਠੀਕ ਹੈ, ਖਾਣਾ ਕੀ ਹੈ, ਇੱਕ ਕਿਰਿਆ ਹੈ। ਪਰ ਜਦੋਂ ਕਿਰਿਆ ਦੇ ਨਾਲ ਕੋਈ ਇਹੋ ਜਿਹੀ ਚੀਜ਼ ਜਿਹੜਾ ਕਾਲ ਵੀ ਦਿਖਾਵੇ, ਕਾਲ ਕਿਹੜੀ ਚੀਜ਼ ਦਿਖਾ ਰਿਹਾ ਹੈ, ਕਿਉਂਕਿ ਰਿਹਾ ਹੈ ਕੀ ਦੱਸ ਰਿਹਾ ਕਿ ਕੰਟੀਨਿਊਟੀ 'ਚ ਚੀਜ਼ ਚੱਲ ਰਹੀ ਹੈ, ਬੰਦਾ ਐਟ ਪ੍ਰੈਜ਼ੈਂਟ ਕੁਛ ਨਾ ਕੁਛ ਕਰ ਰਿਹਾ ਹੈ, ਖਾਣ ਲੱਗਿਆ ਹੋਇਆ, ਖੇਡ ਰਿਹਾ ਹੈ, ਜਿਹਨੂੰ ਅਸੀਂ ਕੰਟੀਨਿਊਸ ਟੈਂਸ ਬੋਲਦੇ ਸੀਗੇ। ਤਾਂ ਜਿਹੜੀ ਚੀਜ਼ ਆ ਮੈਨੂੰ ਇਹ ਦਿਖਾਉਂਦੀ ਹੈ ਉਹਨੂੰ ਮੈਂ ਸਹਾਇਕ ਕਿਰਿਆ ਕਹਿੰਦਾ। ਕਿਰਿਆ ਦੀ ਮਦਦ ਕਰਦੀ ਹੈ ਕਿ ਉਹ ਕਾਲ ਦੱਸ ਸਕੇ। ਜਿਹੜੀ ਚੀਜ਼ ਕਿਰਿਆ ਦੀ, ਕਿਰਿਆ ਤਾਂ ਇੱਥੇ ਬੇਸਿਕਲੀ ਖਾ ਹੈ, ਜਿਹੜੀ ਮਦਦ ਕਰ ਰਹੀ ਹੈ ਉਹਨੂੰ ਕਾਲ ਦੱਸਣ ਵਾਸਤੇ ਉਹ ਰਿਹਾ ਹੈ, ਉਹਨੂੰ ਅਸੀਂ ਕੀ ਬੋਲਾਂਗੇ ਫਿਰ, ਉਹਨੂੰ ਅਸੀਂ ਬੋਲਾਂਗੇ ਆਕਸਿਲਰੀ ਵਰਬ ਜਾਂ ਸਹਾਇਕ ਕਿਰਿਆ। ਰੋਨਾਲਡੋ ਖੇਡ ਚੁੱਕਾ ਸੀ ਮਤਲਬ ਕਰ ਚੁੱਕਿਆ, ਠੀਕ ਹੈ, ਜਿਹਨੂੰ ਅਸੀਂ ਪਰਫੈਕਟ ਟੈਂਸ ਬੋਲਦੇ ਹੁੰਦੇ ਹਾਂ। ਕਾਲ 'ਚ ਪੜਾਂਗੇ ਬੇਸਿਕਲੀ ਕਿ ਪਰਫੈਕਟ ਟੈਂਸ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ ਜਾਂ ਹੋਰ ਕੀ ਕਹਿੰਦੇ ਨੇ। ਤਾਂ ਚੁੱਕਾ ਸੀ ਮੈਨੂੰ ਦੱਸ ਰਿਹਾ ਹੈ ਸਹਾਇਕ ਕਿਰਿਆ ਬਾਰੇ, ਸੌਰੀ ਕਾਲ ਬਾਰੇ ਦੱਸ ਰਿਹਾ। ਮਾਸਟਰ ਜੀ ਕੱਲ ਕਲਾਸ ਲੈਣਗੇ, ਗਾਗੇਗੀ ਆਵਾਜ਼ ਕਦੋਂ ਆਉਂਦੀ ਹੈ, ਜਦੋਂ ਅਸੀਂ ਨੇ ਫਿਊਚਰ ਦਿਖਾਉਣਾ ਹੋਵੇ, ਭਵਿੱਖ ਦਿਖਾਉਣਾ ਹੋਵੇ। ਤਾਂ ਭਵਿੱਖ ਦਿਖਾਉਣ ਕਾਲ ਦਾ ਕਿੱਥੋਂ ਪਤਾ ਲੱਗ ਰਿਹਾ, ਲੈਣਗੇ ਤੋਂ। ਤਾਂ ਇੱਥੇ ਲੈਣ ਕਿਰਿਆ ਵੀ ਹੈ ਤੇ ਨਾਲ ਨਾਲ ਹੀ ਉਹ ਇਹ ਵੀ ਦਿਖਾ ਰਹੀ ਹੈ ਕਿ ਕਾਲ ਹੈ, ਇਸ ਕਰਕੇ ਇਹੀ ਮੇਰੇ ਕੋਲੇ ਕੀ ਹੋਗੀ, ਸਹਾਇਕ ਕਿਰਿਆ ਹੋਗੀ। ਜਾਂ ਫਿਰ ਕਈ ਵਾਰ ਕੀ ਹੁੰਦਾ, ਇਹਨਾਂ ਦੇ ਹੋਰ ਰੂਪ ਵੀ ਦੇਖਣ ਨੂੰ ਮਿਲ ਜਾਂਦੇ ਨੇ, ਸਕਦਾ, ਚਾਹੀਦਾ, ਇਸ ਫਾਰਮ ਦੇ ਵਿੱਚ। ਮਤਲਬ ਚਾਹੇ ਕਰਮਕ ਹੋਵੇ ਚਾਹੇ ਸਕਰਮਕ ਕਿਰਿਆ ਹੋਵੇ, ਉਹਨਾਂ ਦੇ ਨਾਲ ਆਹ ਚੀਜ਼ਾਂ ਲਾ ਕੇ ਸਹਾਇਕ ਕਿਰਿਆ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਨੇ। ਜਿਵੇਂ ਮੈਂ ਭਾਸ਼ਣ ਦੇ ਸਕਦਾ ਹਾਂ, ਦੇਣਾ ਆਪਣੇ ਆਪ ਦੇ ਵਿੱਚ ਕੀ ਹੈ, ਕਿਰਿਆ, ਪਰ ਦੇਣ ਦੇ ਸਕਦਾ ਜਿਹੜਾ ਹੈਗਾ ਕਾਲ ਦਿਖਾਉਂਦਾ ਹੈ ਬੇਸਿਕਲੀ। ਤਾਂ ਸਕਦਾ ਹਾਂ ਮੇਰੇ ਕੋਲੇ ਕੰਮ ਕਰੂਗਾ ਕਿਹਦਾ, ਸਹਾਇਕ ਕਿਰਿਆ ਦਾ। ਤੁਹਾਨੂੰ ਪੜ੍ਹਨਾ ਚਾਹੀਦਾ ਹੈ, ਠੀਕ ਹੈ, ਤਾਂ ਚਾਹੀਦਾ ਤੇ ਇਹਨਾਂ ਨੂੰ ਸਪੈਸ਼ਲੀ ਯਾਦ ਕਰ ਲਿਓ, ਸਕਦਾ ਤੇ ਚਾਹੀਦਾ ਵੀ ਮੇਰੇ ਕੋਲੇ ਸਹਾਇਕ ਕਿਰਿਆ ਦਾ ਕੰਮ ਕਰਦੀ ਹੈ ਸੈਂਟੈਂਸ ਦੇ ਵਿੱਚ। ਤਾਂ ਤੁਹਾਨੂੰ ਇਹਦੇ 'ਚ ਸਵਾਲ ਐਵੇਂ ਹੀ ਬਣੂਗਾ ਕਿ ਐਗਜ਼ਾਮਪਲ ਲਿਖੀ ਹੋਊਗੀ ਤੇ ਐਗਜ਼ਾਮਪਲ ਲਿਖਣ ਤੋਂ ਬਾਅਦ ਸਿੱਧਾ ਵਿੱਚ ਪਹਿਚਾਨਣ ਨੂੰ ਬੋਲਣਗੇ ਕਿ ਸਹਾਇਕ ਕਿਰਿਆ ਲੱਭ ਕੇ ਦਿਓ ਸਾਨੂੰ ਕਿ ਸਹਾਇਕ ਕਿਰਿਆ ਕਿਹੜੀ ਹੈ। ਮੈਂ ਉਮੀਦ ਕਰਦਾ ਕਿ ਇੰਨੀਆਂ ਕੁ ਉਦਾਹਰਨਾਂ ਨਾਲ ਗੱਲ ਬਣ ਜੂਗੀ। ਹੁਣ ਆ ਜਾਓ ਮੇਨ ਵਰਬ ਮੁੱਖ ਕਿਰਿਆ। ਮੁੱਖ ਕਿਰਿਆ ਕੀ ਹੁੰਦੀ ਹੈ, ਵਾਕ ਬਣਤਰ ਵਿੱਚ ਕਿਰਿਆਵੀ ਸ਼ਬਦ ਰੂਪ ਆਮ ਤੌਰ ਤੇ ਸ਼ਬਦ ਸਮੂਹਾਂ ਵਜੋਂ ਕਾਰਜਸ਼ੀਲ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਕਿਰਿਆਵੀ ਰੂਪ ਹੋਣ ਵਾਲੇ ਕਾਰਜ ਵੱਲ ਸੰਕੇਤ ਕਰਦਾ ਹੈ। ਮਤਲਬ ਕਾਫੀ ਚੀਜ਼ਾਂ ਮਿਲ ਕੇ ਕਿਰਿਆ ਬਣਾ ਸਕਦੀਆਂ ਨੇ। ਕਿਰਿਆ ਵੀ ਹੋਊਗੀ, ਮੇਨ ਸਹਾਇਕ ਕਿਰਿਆ ਵੀ ਹੋਊਗੀ, ਵਿੱਚ ਸਸਰੰਗੀ ਵੀ ਹੋ ਸਕਦੀ ਹੈ, ਠੀਕ ਹੈ, ਪਰ ਸਸਰੰਗੀ ਤਾਂ ਚਲੋ ਕੱਲੀ ਉਹ ਹੁੰਦੀ ਹੈ, ਤਾਂ ਸਹਾਇਕ ਕਿਰਿਆ ਨਾਲ ਹੋ ਸਕਦੀ ਹੈ। ਪਰ ਇੱਕ ਕੱਲਾ ਸ਼ਬਦ ਜਿਹੜਾ ਇੱਕ ਮੁੱਖ ਜਿਹੜੀ ਕਿਰਿਆ ਹੋ ਰਹੀ ਹੈ, ਕੰਮ ਹੋ ਰਿਹਾ, ਉਹਦੇ ਵੱਲ ਇਸ਼ਾਰਾ ਕਰ ਰਿਹਾ, ਸੰਕੇਤ ਦੇ ਰਿਹਾ, ਉਹ ਮੁੱਖ ਕਿਰਿਆ ਕਹਾਊਗੀ, ਮੇਨ ਵਰਬ ਕਹਾਊਗੀ। ਜਿਵੇਂ ਸੈਂਟੈਂਸ ਦੇ ਵਿੱਚ ਸਬਜੈਕਟ ਹੁੰਦਾ ਹੈ, ਹੈਲਪਿੰਗ ਵਰਬ ਹੁੰਦਾ ਹੈ, ਮੇਨ ਵਰਬ ਹੁੰਦਾ। ਹੁਣ ਵਰਬ ਤਾਂ ਆ ਵੀ ਹੈ, ਵਰਬ ਤਾਂ ਆ ਵੀ ਹੈ, ਪਰ ਤੁਸੀਂ ਨਾ ਤਾਂ ਹੈਲਪਿੰਗ ਵਰਬ ਕੰਸੀਡਰ ਕਰਨਾ, ਕੱਲਾ ਹੀ ਮੇਨ ਵਰਬ ਕੰਸੀਡਰ ਕਰਨਾ, ਉਹੀ ਮੁੱਖ ਕਿਰਿਆ ਮੇਰੇ ਕੋਲੇ। ਤਾਂ ਇਹਦਾ ਬਹੁਤ ਸੌਖਾ ਹੈ। ਜਿਵੇਂ ਹੁਣ ਮੈਂ ਉਰੇ ਦੱਸਾਂ, ਹੁਣ ਜੇ ਮੈਂ ਆਹ ਸੈਂਟੈਂਸ ਬੋਲਦਾ ਤੁਹਾਨੂੰ ਕਿ ਕਹਿੰਦਾ ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਤੇ ਸਹਾਇਕ ਕਿਰਿਆ ਦੇ ਨਾਲ ਵੀ ਹੋ ਸਕਦੀ ਹੈ, ਦੋਨੋਂ ਗੱਲਾਂ ਹੋ ਸਕਦੀਆਂ ਨੇ। ਜਿਵੇਂ ਇੱਥੇ ਦੇਖੋ, ਬੱਚਾ ਰੋ ਰਿਹਾ ਹੈ। ਜੇ ਮੈਂ ਤੁਹਾਨੂੰ ਇੱਥੇ ਪੁੱਛਾਂ ਕਿ ਸਹਾਇਕ ਕਿਰਿਆ ਕੀ ਹੈ, ਇਹਦੇ ਵਿੱਚ ਸਹਾਇਕ ਕਿਰਿਆ ਜਿਹੜਾ ਕਾਲ ਦੱਸਦੀ ਹੈ, ਠੀਕ ਹੈ, ਟੈਂਸ, ਤਾਂ ਟੈਂਸ ਤਾਂ ਦੱਸ ਰਿਹਾ ਮੇਰੇ ਕੋਲ ਰਿਹਾ ਹੈ, ਕਿਉਂਕਿ ਰਿਹਾ ਹੈ ਤੋਂ ਕੀ ਪਤਾ ਚੱਲ ਰਿਹਾ ਕਿ ਕੰਟੀਨਿਊਸ ਦੇ ਵਿੱਚ ਹੀ ਚੱਲ ਰਹੀ ਹੈ, ਤਾਂ ਰਿਹਾ ਹੋਇਆ ਹੋ ਗਿਆ ਸਹਾਇਕ ਕਿਰਿਆ। ਪਰ ਜੇ ਪੁੱਛਿਆ ਜਾਵੇ ਮੁੱਖ ਕਿਰਿਆ ਕੀ ਹੈ, ਮੁੱਖ ਕਿਰਿਆ ਤਾਂ ਰੋਣਾ ਨਾ, ਜੋ ਰੋ ਰਿਹਾ ਬੱਚਾ ਉਹੀ ਤਾਂ ਕਾਰਜ ਹੋ ਰਿਹਾ। ਤਾਂ ਮੁੱਖ ਕਿਰਿਆ ਦੀ ਪਹਿਚਾਣ ਰੋ ਹੋਊ, ਸਹਾਇਕ ਕਿਰਿਆ ਕੀ ਹੋਗੀ, ਇੱਥੇ ਰਿਹਾ ਹੈ। ਤਾਂ ਇਹਦਾ ਮਤਲਬ ਇਹ ਸੈਂਟੈਂਸ, ਇਹ ਵਾਕ ਇਹੋ ਜਿਹਾ ਵਾਕ ਹੈ ਜਿਹਦੇ ਵਿੱਚ ਸਹਾਇਕ ਕਿਰਿਆ ਵੀ ਹੈ ਤੇ ਇਹਦੇ ਵਿੱਚ ਮੁੱਖ ਕਿਰਿਆ ਵੀ ਹੈ, ਦੋਨੋਂ ਹੀ ਇਕੱਠੇ ਲੱਗੇ ਹੋਏ ਨੇ। ਤਾਂ ਜੇ ਸਹਾਇਕ ਕਿਰਿਆ ਲੱਭਣ ਲਈ ਕਹਿਤਾ ਤਾਂ ਰਿਹਾ ਹੈ ਆਨਸਰ, ਜੇ ਲੱਭਣ ਨੂੰ ਕਿਹਾ ਕਿ ਮੁੱਖ ਕਿਰਿਆ ਤਾਂ ਰੋ ਆਨਸਰ। ਹੁਣ ਜਿਵੇਂ ਆ ਜਾਓ,
ਗੁਰਦਿੱਤ ਨੇ ਚਾਹ ਪੀ ਲਈ ਹੈ। ਕੀ ਪੀਤਾ? ਚਾਹ। ਚਾਹ ਤਾਂ ਕੀ ਹੈ ਫਿਰ? ਜੇ ਮੈਂ ਪੁੱਛਾਂ ਕਿ ਚਾਹ ਕੀ ਹੈ, ਮੈਂ ਸੈਂਟੈਂਸ ਆਈ ਬਣਾਦਾ ਕਿ ਇਹਦੇ ਵਿੱਚ ਚਾਹ ਕਿਸ ਚੀਜ਼ ਨੂੰ ਸੰਕੇਤ ਦੇ ਰਹੀ ਹੈ ਜਾਂ ਕੀ ਦੱਸ ਰਹੀ ਹੈ ਸਾਨੂੰ। ਗੁਰਦਿੱਤ ਕੀ ਹੈ? ਕੰਮ ਕਰਨ ਵਾਲਾ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਕਰਤਾ। ਪੀਣਾ ਕੀ ਹੈ? ਕਿਰਿਆ ਜਿਹੜੀ ਉਹਨੇ ਕੀਤੀ ਹੈ। ਕਿਹਦੇ ਉੱਤੇ ਕੀਤੀ ਹੈ? ਚਾਹ ਤੇ। ਤਾਂ ਚਾਹ ਕੀ ਹੋ ਗਿਆ? ਕਰਮ ਹੋ ਗਿਆ। ਤਾਂ ਐਵੇਂ ਪਛਾਣਨ ਨੂੰ ਤੁਹਾਨੂੰ ਸੈਂਟੈਂਸ ਕਿਵੇਂ ਮਿਲ ਸਕਦਾ ਹੈ? ਕਰਿਆ ਕੀ ਹੈ? ਪੀਤੀ ਹੈ। ਤਾਂ ਪੀ ਕੀ ਹੋ ਗਿਆ ਮੇਰੇ ਕੋਲੇ? ਮੁੱਖ ਕਿਰਿਆ ਹੋ ਗਈ ਇਸ ਕੇਸ ਦੇ ਵਿੱਚ। ਸਿਮਿਲਰਲੀ ਜੀਨਤ ਦਾ ਵਿਆਹ ਕਰ ਦਿੱਤਾ ਗਿਆ। ਦਿੱਤਾ ਗਿਆ ਮੇਰੇ ਕੋਲੇ ਦਿਖਾ ਰਿਹਾ ਟੈਂਸ ਨੂੰ ਕਿ ਕਿਹੜਾ ਟੈਂਸ ਹੋ ਸਕਦਾ ਹੈ। ਤਾਂ ਟੈਂਸ ਨੂੰ ਅਸੀਂ ਬੇਸਿਕਲੀ ਕੀ ਬੋਲਦੇ ਹਾਂ? ਸਹਾਇਕ ਕਿਰਿਆ। ਤੇ ਆ ਜਿਹੜਾ ਕਰ ਵਿਆਹ ਕਰਿਆ ਗਿਆ, ਤਾਂ ਵਿਆਹ ਕਰਨਾ ਮੇਰੇ ਕੋਲੇ ਕੀ ਹੈ? ਕਰਨਾ ਇੱਕ ਕਿਰਿਆ ਹੈ। ਤਾਂ ਕਰ ਮੇਰੇ ਕੋਲ ਇੱਥੇ ਕੀ ਦਿਖਾਊਗਾ? ਮੁੱਖ ਕਿਰਿਆ ਨੂੰ ਦਿਖਾਊਗਾ ਬੇਸਿਕਲੀ। ਇਹ ਸੈਂਟੈਂਸ ਦੇਖ ਲੈਂਦੇ ਆ। ਕਹਿੰਦਾ ਖੇਤਾਂ ਤੋਂ ਪਰੇ ਇੱਕ ਨਦੀ ਵਗਦੀ ਹੈ। ਵਗਣਾ ਇੱਕ ਕਿਰਿਆ ਹੈ, ਪਾਣੀ ਫਲੋ ਕਰ ਰਿਹਾ ਹੈ। ਤਾਂ ਵਗਣਾ ਮੇਰੇ ਕੋਲੇ ਕੀ ਹੈ? ਆਪਣੇ ਆਪ ਦੇ ਵਿੱਚ ਵਗਦੀ ਮੁੱਖ ਕਿਰਿਆ। ਸਿਮਿਲਰਲੀ ਇੱਥੇ ਆ ਜਾਓ। ਉਹ ਖਾਸੀ ਦੂਰ ਜਾ ਚੁੱਕੇ ਹਨ। ਚੁੱਕੇ ਹਨ ਮੇਰੇ ਕੋਲੇ ਦਿਖਾ ਰਿਹਾ ਸਹਾਇਕ ਕਿਰਿਆ ਨੂੰ, ਕਿਉਂਕਿ ਇਹ ਕੀ ਦਿਖਾ ਰਿਹਾ? ਕਾਲ ਨੂੰ ਦਿਖਾ ਰਿਹਾ ਕਿ ਹੋ ਚੁੱਕੀ ਹੈ ਇਹ ਚੀਜ਼। ਠੀਕ ਹੈ। ਤੇ ਦੂਰ ਜਾ, ਦੂਰ ਮੇਰੇ ਕੋਲੇ ਕੀ ਹੈ? ਬੇਸਿਕਲੀ ਤੁਸੀਂ ਕਹਿ ਸਕਦੇ ਹੋ ਕਰਮ ਹੈ ਕਿ ਬਹੁਤ ਦੂਰ ਤੱਕ ਜਾ ਰਿਹਾ ਹੈ। ਪਰ ਮੇਰਾ ਕੰਮ ਮੋਟਿਵ ਇੱਥੇ ਕੀ ਸੀ? ਮੁੱਖ ਕਿਰਿਆ ਪਛਾਣਨਾ। ਤਾਂ ਜਾਣਾ ਜਾਂ ਜਾ ਆਪਣੇ ਆਪ ਦੇ ਵਿੱਚ ਮੁੱਖ ਕਿਰਿਆ ਹੈ। ਸਿਮਿਲਰਲੀ ਇੱਥੇ ਦੇਖ ਸਕਦੇ ਹੋ ਦਿਨ ਭਰ, ਇੱਥੇ ਪਰ ਨਹੀਂ ਆਊਗਾ, ਭਰ ਆਊਗਾ। ਦਿਨ ਭਰ ਦਿਨ ਉਹ ਬੁੱਢਾ ਹੋ ਰਿਹਾ ਸੀ। ਜੇ ਮੈਂ ਕਹਾਂ ਸਹਾਇਕ ਕਿਰਿਆ ਪਹਿਚਾਣੋ ਤਾਂ ਤੁਸੀਂ ਕਹੋਗੇ ਜੀ ਰਿਹਾ ਸੀ, ਕਿਉਂਕਿ ਕਾਲ ਦੱਸ ਰਿਹਾ। ਜੇ ਮੈਂ ਕਹਾਂ ਕਿ ਮੁੱਖ ਕਿਰਿਆ ਪਹਿਚਾਣੋ ਤਾਂ ਤੁਸੀਂ ਕਹੋਗੇ ਹੋਣਾ, ਕਿ ਉਹਦਾ ਬੁੱਢਾ ਹੋਣਾ। ਕੀ ਹੋਣਾ? ਬੁੱਢਾ। ਤਾਂ ਬੁੱਢਾ ਕੀ ਹੈ ਮੇਰੇ ਕੋਲੇ? ਕਰਮ। ਪਰ ਹੋਣਾ ਕੀ ਹੈ? ਕਿਰਿਆ। ਕਿਰਿਆ ਕਿਹੜੀ? ਮੁੱਖ ਕਿਰਿਆ। ਤਾਂ ਇਹ ਬਹੁਤ ਇੰਪੋਰਟੈਂਟ ਹੈ, ਬਹੁਤ ਜਾਂਦੀ ਹੈ ਪੇਪਰ ਦੇ ਵਿੱਚ। ਸਹਾਇਕ ਕਿਰਿਆ ਕੀ ਹੈ? ਸਸਰੰਗੀ ਕੀ ਹੈ? ਤੇ ਤੀਜੀ ਮੇਰੇ ਕੋਲੇ ਮੁੱਖ ਕਿਰਿਆ ਕੀ ਹੈ? ਤੇ ਮੈਂ ਹੁਣ ਉਮੀਦ ਕਰਦਾ ਕਿ ਜਿੰਨੀਆਂ ਮੈਂ ਐਗਜ਼ਾਮਪਲਾਂ ਇੱਥੇ ਦੇਤੀਆਂ ਤੇ ਜਿਹੜੀਆਂ ਚੀਜ਼ਾਂ ਮੈਂ ਸਮਝਾਤੀਆਂ, ਇਹਨੂੰ ਇੱਕ ਵਾਰ ਹੋਰ ਸੁਣਿਓ ਧਿਆਨ ਦੇ ਨਾਲ, ਤਾਂ ਤੁਹਾਡਾ ਸਵਾਲ ਬਣ ਜਾਊਗਾ। ਸਵਾਲ ਦੇ ਵਿੱਚ ਗੜਬੜ ਨਹੀਂ ਹੋਊਗੀ। ਤੁਸੀਂ ਬੜੇ ਆਰਾਮ ਨਾਲ ਇੰਨੀਆਂ ਉਦਾਹਰਨਾਂ ਤੋਂ ਤੁਸੀਂ ਮੁੱਖ ਕਿਰਿਆ ਵੀ ਸੈਂਟੈਂਸ ਚੋਂ ਕੱਢ ਕੇ ਦੇ ਸਕਦੇ ਹੋ, ਤੁਸੀਂ ਸਹਾਇਕ ਕਿਰਿਆ ਵੀ ਦੇ ਸਕਦੇ ਹੋ, ਤੇ ਸਸਰੰਗੀ ਵੀ। ਤਿੰਨੋਂ ਚੀਜ਼ਾਂ ਨੂੰ ਕੱਢ ਕੇ ਦੇ ਦੋਗੇ। ਆ ਚੌਥੀ ਕਿਰਿਆ ਜਿਹੜੀ ਆਮ ਤੌਰ ਤੇ ਪੜ੍ਹਾਈ ਨਹੀਂ ਜਾਂਦੀ, ਪਰ ਹੁਣ ਜਿਵੇਂ ਅੱਜ ਕੱਲ੍ਹ ਲੇਟੈਸਟ ਪੇਪਰ ਚੱਲ ਰਹੇ ਨੇ, ਇਹ ਆਮ ਬੇਸਿਕ ਕਿਤਾਬਾਂ 'ਚ ਮਿਲਦੀ ਵੀ ਨਹੀਂ ਸੰਚਾਲਕ ਕਿਰਿਆ। ਠੀਕ ਹੈ। ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਮੈਕਸਿਮਮ ਕੰਟੈਂਟ ਮੈਂ ਇਹਦਾ ਲਿਆ ਨਰਿੰਦਰ ਦੁੱਗਲ ਚੋਂ, ਪਰ ਕੱਲੀ ਨਰਿੰਦਰ ਦੁੱਗਲ ਤੇ ਰਿਲਾਈ ਕਰਕੇ ਤੁਸੀਂ ਇਸ ਪੇਪਰ 'ਚ ਹੁਣ ਬੈਠ ਨਹੀਂ ਸਕਦੇ, ਕਿਉਂਕਿ ਉਹਦੇ ਨਾਲ ਤੁਸੀਂ 15 ਚੋਂ 11-12 ਨੰਬਰ ਤਾਂ ਲੈ ਲਓਗੇ, ਪਰ 15 ਚੋਂ 14-15 ਨੰਬਰ ਨਹੀਂ ਲੈ ਸਕਦੇ ਹੈਗੇ। ਉਹਦੇ ਲਈ ਤੁਹਾਨੂੰ ਹੋਰ ਕਿਤਾਬਾਂ ਵਿੱਚ ਮਿਕਸ ਕਰਨੀਆਂ ਪੈਣਗੀਆਂ, ਪਰ ਉਹ ਕੰਮ ਤੁਹਾਡਾ ਮੈਂ ਕਰ ਰਿਹਾ, ਤੁਹਾਨੂੰ ਕਰਨ ਦੀ ਲੋੜ ਨਹੀਂ। ਤੁਹਾਨੂੰ ਜੋ ਪੜ੍ਹਾਇਆ ਜਾ ਰਿਹਾ ਕੰਟੈਂਟ ਮਿਲੂਗਾ, ਬਸ ਉਹ 'ਤੇ ਰਿਲਾਈ ਕਰੋ ਤੇ ਤੁਸੀਂ ਬੜੇ ਆਰਾਮ ਨਾਲ ਪੇਪਰ 'ਚ ਚੰਗਾ ਸਕੋਰ ਕਰ ਲਓਗੇ। ਸੰਚਾਲਕ ਕਿਰਿਆ ਬੜੀ ਇੰਪੋਰਟੈਂਟ ਕਿਰਿਆ। ਜਿਵੇਂ ਕਹਿੰਦਾ ਜਿਵੇਂ ਸਹਾਇਕ ਕਿਰਿਆ, ਕਿਰਿਆ ਦਾ ਕਾਲਬੋਧਕ ਅੰਸ਼ ਹੈ। ਮਤਲਬ ਸਹਾਇਕ ਕਿਰਿਆ ਤੋਂ ਮੈਨੂੰ ਕੀ ਪਤਾ ਲੱਗ ਰਿਹਾ? ਕਾਲ ਦਾ ਪਤਾ ਚੱਲ ਰਿਹਾ ਹੈ। ਇਹੀ ਪੜ੍ਹਿਆ ਆਪਾਂ ਹੁਣ ਤੱਕ ਕਿ ਰਿਹਾ ਹੈ, ਚੁੱਕਾ ਹੈ। ਉਹ ਮੈਨੂੰ ਕੀ ਚੀਜ਼ ਦੱਸ ਰਹੀ ਸੀ ਵੀ ਇਹ ਜਾਂ ਤਾਂ ਫਿਊਚਰ 'ਚ ਕੰਮ ਹੋਇਆ, ਭਵਿੱਖ 'ਚ ਹੋਇਆ, ਜਾਂ ਫਿਰ ਪਿੱਛੇ ਭੂਤਕਾਲ ਪਾਸਟ 'ਚ ਹੋਇਆ, ਜਾਂ ਵਰਤਮਾਨ 'ਚ ਕੰਮ ਹੋਇਆ। ਤਾਂ ਸਹਾਇਕ ਕਿਰਿਆ ਤਾਂ ਕਾਲਬੋਧਕ ਅੰਸ਼ ਹੈ, ਮਤਲਬ ਕਾਲ ਦੱਸਦਾ, ਟੈਂਸ ਦੱਸਦਾ, ਟਾਈਮ ਦੱਸਦਾ ਵੀ ਕਦੋਂ ਹੋਇਆ। ਐਵੇਂ ਹੀ ਇੱਕ ਹੋਰ ਅੰਸ਼ ਵੀ ਹੁੰਦਾ, ਅੰਸ਼ ਮਤਲਬ ਪਾਰਟ ਹੁੰਦਾ, ਜਿਹੜਾ ਮੁੱਖ ਕਿਰਿਆ ਦੇ ਨਾਲ ਹੀ ਆਉਂਦਾ ਹੈ। ਮੁੱਖ ਕਿਰਿਆ ਦੇ ਨਾਲ ਆਉਂਦਾ ਹੈ। ਕਿਰਿਆ ਪਦ ਦੇ ਇਸ ਅੰਸ਼ ਨੂੰ ਅਸੀਂ ਸੰਚਾਲਕ ਕਿਰਿਆ ਦਾ ਨਾਮ ਦਿੰਦੇ ਹਾਂ। ਕਿਰਿਆ ਵਾਕੰਸ਼ ਵਿੱਚੋਂ ਕਾਲ, ਪੱਖ, ਵਾਚ, ਲਿੰਗ, ਵਚਨ, ਪੁਰਖ, ਅਕਰਮਕਤਾ ਜਾਂ ਸਕਰਮਕਤਾ, ਇਹ ਸਾਰੀਆਂ ਸ਼੍ਰੇਣੀਆਂ ਸੰਚਾਲਕ ਕਿਰਿਆ ਦੁਆਰਾ ਹੀ ਪ੍ਰਗਟ ਕੀਤੀਆਂ ਜਾਂਦੀਆਂ ਹਨ। ਉਦਾਹਰਨ ਤੋਂ ਗੱਲ ਸਮਝ ਲੱਗੂਗੀ, ਐ ਨਹੀਂ ਗੱਲ ਸਮਝ ਲੱਗਣੀ ਕਿ ਇਹਦੇ ਕੀ ਲਿਖਿਆ ਹੋਇਆ। ਜਿਵੇਂ ਦੇਖੋ, ਇਹਦੀ ਇੱਕ ਪਹਿਲੀ ਟਾਈਪ ਹੈ, ਇਹਨੂੰ ਆਪਰੇਟਰ ਬੋਲਦੇ ਨੇ ਅੰਗਰੇਜ਼ੀ 'ਚ। ਮੁੱਢਲੀ ਸੰਚਾਲਕ ਕਿਰਿਆ ਯਾਨੀ ਕਿ ਪ੍ਰਾਇਮਰੀ ਆਪਰੇਟਰ। ਉਦਾਹਰਨਾਂ ਨਾਲ ਸਮਝਾਂਗੇ। ਇਹ ਮੁੱਖ ਕਿਰਿਆ ਤੋਂ ਬਾਅਦ ਆਉਂਦੀ ਹੈ। ਪਹਿਲੀ ਗੱਲ ਤਾਂ ਮਤਲਬ ਮੁੱਖ ਕਿਰਿਆ ਅੱਗੇ ਆਊਗੀ, ਮੁੱਖ ਕਿਰਿਆ ਤੋਂ ਬਾਅਦ ਆਊਗੀ ਸੰਚਾਲਕ ਕਿਰਿਆ। ਇੱਕ ਗੱਲ ਤਾਂ ਕਲੀਅਰ ਹੋ ਗਈ। ਦਬਾਅਵਾਚੀ ਜਾਂ ਨਾਂਹਵਾਚੀ ਅੰਸ਼ ਮੁੱਖ ਤੌਰ ਤੇ ਮੁੱਢਲੀ ਕਿਰਿਆ ਦੇ ਵਿਚਾਲੇ ਆ ਸਕਦੇ ਹਨ। ਦਬਾਅਵਾਚੀ ਜਾਂ ਨਾਂਹਵਾਚੀ ਅੰਸ਼ ਮੁੱਖ ਤੇ ਮੁੱਢਲੀ ਕਿਰਿਆ ਦੇ ਮਤਲਬ ਕੀ? ਦਬਾਅਵਾਚੀ ਸਮਝਦੇ ਹੋ? ਜਦੋਂ ਅਸੀਂ ਕਿਸੇ ਦੇ ਉੱਤੇ ਕਿਸੇ ਚੀਜ਼ ਨੂੰ ਪ੍ਰੈਸ਼ਰ ਜਾਂ ਇੰਟੈਂਸਿਟੀ ਨਾਲ ਕਹਿੰਦੇ ਆ ਵੀ ਉਹ, ਜਿਵੇਂ ਆਪਾਂ ਕਹਿੰਦੇ ਆ ਉਹ ਬਹੁਤ ਹੀ ਚੰਗਾ ਪੜ੍ਹਾਉਂਦਾ ਹੈ, ਬਹੁਤ ਹੀ ਲਾਤਾ ਨਾ, ਹੀ ਮੇਰੇ ਕੋਲੇ ਦਬਾਅ ਦੱਸ ਰਿਹਾ ਹੈ। ਦਬਾਅ ਮਤਲਬ ਉਸ ਚੀਜ਼ ਦੀ ਗਹਿਰਾਈ ਨੂੰ ਦੱਸ ਰਿਹਾ ਹੈ।
ਜਿਵੇਂ ਉਹ ਬਹੁਤ ਹੀ ਵਧੀਆ ਖੇਡਦਾ ਹੈ ਫਿਰ ਹੀ ਲੱਗ ਗਿਆ। ਜੇ ਮੈਂ ਇਕੱਲਾ ਇਹੀ ਕਹਿੰਦਾ ਉਹ ਬਹੁਤ ਵਧੀਆ ਖੇਡਦਾ, ਪਰ ਜਦੋਂ ਤੁਸੀਂ ਕਹੋਗੇ ਬਹੁਤ ਹੀ ਵਧੀਆ ਖੇਡਦਾ ਹੈ ਤਾਂ ਉਹਦੇ ਵਧੀਆ ਖੇਡਣ ਨੂੰ ਥੋੜ੍ਹੇ ਜਿਹੇ 4 ਚੰਦ ਹੋਰ ਲਾਤੇ ਤੁਸੀਂ ਨੇ ਵੀ ਜ਼ਿਆਦਾ ਹੀ ਵਧੀਆ ਖੇਡਦਾ ਕੁਛ, ਜਾਂ ਜ਼ਿਆਦਾ ਹੀ ਵਧੀਆ ਪੜ੍ਹਾਉਂਦਾ, ਉਹਨੂੰ ਅਸੀਂ ਕਹਿੰਦੇ ਨੇ ਦਬਾਅਬਾਜ਼ੀ। ਜਾਂ ਤੁਸੀਂ ਨਾਬਾਜ਼ੀ ਕਰਨਾ ਹੋਵੇ, ਉਹ ਕੋਈ ਬਹੁਤਾ ਵਧੀਆ ਨਹੀਂ ਖੇਡਦਾ। ਆਹ ਦੋ ਚੀਜ਼ਾਂ ਨਾਬਾਜ਼ੀ ਤੇ ਜਿਹੜੇ ਦਬਾਅਬਾਜ਼ੀ ਨੇ ਮੇਰੇ ਕੋਲੇ, ਇਹ ਨਾ ਯੂਜ਼ਲੀ ਕੀ ਹੁੰਦੇ ਨੇ, ਇਹਨਾਂ ਦੇ ਵਿਚਕਾਰ ਆਉਂਦੇ ਨੇ। ਮਤਲਬ ਪਹਿਲਾਂ ਤੁਹਾਡੇ ਕੋਲੇ ਮੁੱਖ ਕਿਰਿਆ ਆਊਗੀ, ਉਸ ਤੋਂ ਬਾਅਦ ਮੁੱਢਲੀ ਕਿਰਿਆ, ਤੇ ਇਹਨਾਂ ਦੋਹਾਂ ਦੇ ਵਿਚਾਲੇ ਇਹ ਦਬਾਅਬਾਜ਼ੀ ਚੀਜ਼ ਆਊਗੀ। ਕਿਵੇਂ? ਉਦਾਹਰਨ 'ਚ ਦੇਖੋ, ਪਹਿਲਾਂ ਤੈਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੁੱਢਲੀ ਸੰਚਾਲਕ ਕਿਰਿਆ ਹੈ ਕੀ। ਬਾਰੂ ਘਰ ਨੂੰ ਤੁਰ ਪਿਆ। ਹੁਣ ਇਹਦੇ ਵਿੱਚ ਜੇ ਮੈਂ ਤੁਹਾਨੂੰ ਕਹਾਂ ਕਿ ਮੁੱਖ ਕਿਰਿਆ ਪਹਿਚਾਣੋ, ਮੁੱਖ ਕਿਰਿਆ ਕੀ ਹੈ? ਤੁਰਨਾ। ਤਾਂ ਤੁਰ ਕੀ ਹੈ? ਤੁਰ ਮੇਰੇ ਕੋਲੇ ਮੁੱਖ ਕਿਰਿਆ, ਤੇ ਜਿਹੜਾ ਪਿਆ ਮੇਰੇ ਕੋਲੇ ਦੱਸ ਰਿਹਾ ਹੈ ਮੁੱਢਲੀ ਸੰਚਾਲਕ ਕਿਰਿਆ ਨੂੰ ਕਿ ਤੁਰ ਪਿਆ। ਇਹ ਹਮੇਸ਼ਾ ਕਿਤੋਂ ਬਾਅਦ ਆਉਂਦੀ ਹੈ? ਮੁੱਖ ਕਿਰਿਆ ਤੋਂ ਬਾਅਦ ਆਉਂਦੀ ਹੈ, ਠੀਕ ਹੈ। ਤੇ ਦੂਜੀ ਜੇ ਉਹੀ ਡੈਫੀਨੇਸ਼ਨ 'ਚ ਆਪਾਂ ਜਾਈਏ, ਇਹਦੇ ਤੋਂ ਤੁਹਾਨੂੰ ਵਾਚ, ਲਿੰਗ ਤੇ ਵਚਨ। ਹੁਣ ਲਿੰਗ ਵਚਨ ਤੇ ਆ ਜਾਓ। ਪਿਆ ਤੋਂ ਕੀ ਸਮਝ ਆ ਰਿਹਾ? ਮਤਲਬ ਉਹ ਮੁੰਡਾ ਹੀ ਹੈ। ਨਹੀਂ ਤਾਂ ਆਪਾਂ ਕਹਿਣਾ ਸੀ ਕਿ ਬਾਰੂ ਘਰ ਨੂੰ ਤੁਰ ਪਈ, ਤਾਂ ਪਈ ਕੀ ਦੱਸਣਾ ਸੀ? ਕੁੜੀ ਨੂੰ ਦੱਸਣਾ ਸੀਗਾ ਉਹਨੇ ਮੇਰੇ ਕੋਲੇ, ਇਸਤਰੀ ਲਿੰਗ ਨੂੰ ਦੱਸਣਾ ਸੀ, ਇਹ ਪੁਰਖ ਲਿੰਗ ਨੂੰ ਦੱਸ ਰਿਹਾ। ਤਾਂ ਉਹ ਚੀਜ਼ ਜਿਹੜੀ ਮੇਰੇ ਕੋਲ ਆ, ਸਾਰੀਆਂ ਚੀਜ਼ਾਂ, ਕਾਲ ਵੀ, ਲਿੰਗ ਵੀ, ਵਚਨ ਵੀ, ਪੁਰਖ, ਇਹ ਸਾਰੀਆਂ ਚੀਜ਼ਾਂ ਨੂੰ ਦਿਖਾਉਂਦੀ ਹੈ ਸੈਂਟੈਂਸ 'ਚ, ਉਹ ਮੇਰੇ ਕੋਲੇ ਸੰਚਾਲਕ ਕਿਰਿਆ ਦਾ ਕੰਮ ਕਰਦੀ ਹੈ। ਤੇ ਇਸ ਸੈਂਟੈਂਸ ਦੇ ਵਿੱਚ ਮੈਂ ਜੇ ਦੇਖਾਂ, ਪਿਆ ਮੇਰੇ ਕੋਲੇ ਸੰਚਾਲਕ, ਮੁੱਢਲੀ ਸੰਚਾਲਕ ਕਿਰਿਆ ਨੂੰ ਦੱਸ ਰਹੀ ਹੈ। ਦੂਜੇ 'ਚ ਆ ਜਾਓ, ਉਹ ਇਸ ਯਾਤਰਾ ਦੌਰਾਨ ਸਾਰਾ ਦੇਸ਼ ਘੁੰਮ ਆਇਆ ਹੈ। ਅਗੇਨ ਮੇਰੇ ਕੋਲੇ ਜਿਹੜਾ ਆਇਆ ਉਹ ਕੀ ਦੱਸ ਰਿਹਾ? ਉਹ ਮੇਰੇ ਕੋਲੇ ਉਸੇ ਚੀਜ਼ ਨੂੰ ਦੱਸ ਰਿਹਾ, ਸੰਚਾਲਕ ਕਿਰਿਆ ਨੂੰ। ਹੁਣ ਇੱਥੇ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਮੇਨ ਕਿਰਿਆ ਕਿਹੜੀ ਹੈ, ਮੁੱਖ ਕਿਰਿਆ ਕਿਹੜੀ ਹੈ, ਤਾਂ ਤੁਸੀਂ ਕਹੋਗੇ ਘੁੰਮਣਾ ਮੁੱਖ ਕਿਰਿਆ ਹੈ, ਕਿ ਜਿਹੜਾ ਮੇਨ ਕੰਮ ਕਰ ਰਿਹਾ ਹੈ ਉਹ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਸੰਚਾਲਕ ਕਿਰਿਆ ਕੀ ਹੈ, ਹਮੇਸ਼ਾ ਇਹ ਤੋਂ ਪਿੱਛੇ ਆਊਗੀ, ਹਮੇਸ਼ਾ ਮੁੱਖ ਕਿਰਿਆ ਤੋਂ ਸੰਚਾਲਕ ਕਿਰਿਆ ਪਿੱਛੇ ਆਊਗੀ। ਉਹ ਇਸ ਯਾਤਰਾ ਦੌਰਾਨ ਸਾਰਾ ਦੇਸ਼ ਨਹੀਂ ਘੁੰਮ ਪਾਇਆ ਹੈ, ਠੀਕ ਹੈ। ਘੁੰਮ ਨਹੀਂ ਆਊਗਾ, ਘੁੰਮ ਨਹੀਂ ਪਾਇਆ ਹੈ ਆਊਗਾ। ਮਤਲਬ ਜਿਹੜਾ ਨਾਬਾਜ਼ੀ ਤੇ ਦਬਾਅਬਾਜ਼ੀ ਹੋਊਗਾ ਨਾ, ਉਹ ਇੱਥੇ ਆਊਗਾ, ਇਹਨਾਂ ਦੇ ਵਿਚਾਲੇ ਆਊਗਾ। ਇਹ ਵੀ ਪਾਇਆ ਜਾ ਸਕਦਾ ਵਿੱਚ ਸਾਡੇ ਕੋਲੇ, ਤੇ ਉਹ ਵੀ ਸਾਡੇ ਕੋਲੇ ਸੰਚਾਲਕ ਕਿਰਿਆ ਦਾ ਹੀ ਕੰਮ ਕਰਦਾ ਹੈ, ਠੀਕ ਹੈ। ਤਾਂ ਇਹ ਸੰਚਾਲਕ ਕਿਰਿਆ ਬਾਰੇ ਹੋ ਗਿਆ। ਹਾਲੇ ਤਾਂ ਕਈ ਆਉਣਗੀਆਂ, ਮੈਂ ਸਾਰੀਆਂ ਪੜਾਉਣ ਦੀ ਕੋਸ਼ਿਸ਼ ਕਰਦਾ। ਕਰਮਣੀ ਥੋੜੇ ਜਿਹਾ ਡਿਫੀਕਲਟ ਹੈ ਇਹ ਪੋਰਸ਼ਨ, ਇੰਨਾ ਕੁ ਸੰਚਾਲਕ ਕਿਰਿਆ ਵਾਲਾ 2-3 ਵਾਰ ਪੜੋਗੇ ਤਾਂ ਕਲੀਅਰ ਹੋ ਜਾਊਗਾ ਪੂਰੇ ਦਾ ਪੂਰਾ ਕੰਸੈਪਟ। ਪਰ ਅੱਜ ਕੱਲ੍ਹ ਪੇਪਰਾਂ ਦਾ ਲੈਵਲ ਇੱਥੇ ਤੱਕ ਪਹੁੰਚ ਚੁੱਕਿਆ। ਸੰਚਾਲਕ ਕਿਰਿਆ ਉਹ ਡਾਇਰੈਕਟ ਪੁੱਛੀ ਆ ਉਹਨਾਂ ਨੇ, ਮਤਲਬ ਉਹਨਾਂ ਨੇ ਐ ਪੁੱਛ ਲਈ ਵੀ ਇਹਨਾਂ ਦੇ ਵਿੱਚੋਂ ਸੰਚਾਲਕ ਕਿਰਿਆ ਪਹਿਚਾਣ ਕੇ ਦਿਓ, ਤੇ ਤੁਸੀਂ, ਮੈਨੂੰ ਲੱਗਦਾ ਉਹਦਾ ਆਨਸਰ ਬਹੁਤ ਸੌਖਾ। ਜਿਵੇਂ ਹੁਣ ਇੱਥੇ ਤੁਰ ਪਿਆ ਦੇ ਵਿੱਚ ਤੁਹਾਨੂੰ ਪੁੱਛ ਲਿਆ ਕਿ ਸੰਚਾਲਕ ਕਿਰਿਆ ਪਹਿਚਾਣ ਕੇ ਦਿਓ, ਤੇ ਤੁਸੀਂ ਪਿਆ ਤੇ ਜਦੀ ਝੱਟ ਟਿਕ ਲਾ ਦੋਗੇ ਕਿ ਦਿਸ ਇਜ਼ ਦਾ ਸੰਚਾਲਕ ਕਿਰਿਆ। ਪੇਪਰ ਤਾਂ ਹਲੇ ਇਸ ਲੈਵਲ ਤੱਕ ਹੀ ਗਿਆ। ਸੰਚਾਲਕ ਕਿਰਿਆ ਕਿਸੇ ਕਿਤਾਬ 'ਚ ਹੈ ਨਹੀਂ, ਠੀਕ ਹੈ। ਤਾਂ ਕਰਕੇ ਜਿਹੜੀਆਂ ਆਮ ਕਿਤਾਬਾਂ ਚੱਲਦੀਆਂ ਨੇ ਪੰਜਾਬੀ ਦੀਆਂ, ਤਾਂ ਸ਼ਾਇਦ ਸਟੂਡੈਂਟਸ ਨਹੀਂ ਕਵਰ ਕਰਦੇ, ਤਾਂ ਕੁਐਸਚਨ ਰਹਿ ਜਾਂਦਾ, ਸਕਿਪ ਹੋ ਜਾਂਦਾ। ਪਰ ਮੈਂ ਇਹਨੂੰ ਇੱਕ ਹੋਰ ਅੱਗੇ ਲੈਵਲ ਤੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਵੀ ਜੇ ਪੇਪਰ ਇੱਥੇ ਤੱਕ ਪਹੁੰਚ ਚੁੱਕਿਆ ਹੈ ਤਾਂ ਉਹਦਾ ਇੱਕ ਸਟੈਪ ਅੱਗੇ ਵੀ ਪੱਟ ਸਕਦਾ, ਉਹਦੀਆਂ ਟਾਈਪਸ 'ਚ ਵੀ ਜਾ ਸਕਦਾ ਕਿ ਇਹਨਾਂ ਦੀ ਆਹ ਫਲਾਣੀ ਟਾਈਪ ਕੱਢ ਕੇ ਦਿਓ ਮੈਨੂੰ। ਤਾਂ ਹੁਣ ਮੈਂ ਉਹ ਟਾਈਪਸ ਦੇ ਵਿੱਚ ਹੀ ਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੂਜੀ ਹੈਗੀ ਆ ਕਰਮਣੀ ਸੰਚਾਲਕ ਕਿਰਿਆ, ਜਿਹਨੂੰ ਅਸੀਂ ਪੈਸੇ ਬੋਲ ਦਿੰਦੇ ਹਾਂ। ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਕਹਿੰਦਾ ਕਰਮਵਾਚੀ ਵਾਕਾਂ ਵਿੱਚ ਹੀ ਆਉਂਦੀ ਹੈ। ਇਹ ਹਮੇਸ਼ਾ ਮੁੱਖ ਵਾਕਾਂ ਤੋਂ ਤੁਰੰਤ ਬਾਅਦ ਆਉਂਦੀ ਹੈ। ਲਓ ਜੀ, ਮੁੱਖ ਵਾਕ ਤੋਂ ਤੁਰੰਤ ਬਾਅਦ ਆਉਂਦੀ ਹੈ। ਜੇਕਰ ਕਿਰਿਆ ਵਾਰੰਸ਼ ਵਿੱਚ ਮੁੱਢਲੀ ਸੰਚਾਲਕ ਕਿਰਿਆ ਮੌਜੂਦ ਹੋਵੇ ਤਾਂ ਉਹ ਉਸ ਤੋਂ ਬਾਅਦ ਆਉਂਦੀ ਹੈ। ਮਤਲਬ ਮੁੱਢਲੀ ਵੀ ਹੋ ਸਕਦੀ ਹੈ। ਮੁੱਢਲੀ ਦੇ ਨਾਲ ਜੇ ਇਹ ਵੀ ਪਾਈ ਗਈ ਹੈ, ਮਤਲਬ ਮੁੱਢਲੀ ਇਹਦੇ ਵਿੱਚ ਸੈਂਟੈਂਸ 'ਚ ਵਾਕ 'ਚ ਹੈਗੀ ਹੈ, ਤਾਂ ਇਹ ਮੁੱਢਲੀ ਤੋਂ ਵੀ ਬਾਅਦ ਹੋਊਗੀ ਜਿਹੜੀ ਕਰਮਣੀ ਸੰਚਾਲਕ ਕਿਰਿਆ ਹੋਊਗੀ। ਇੱਕ ਨਿਸ਼ਾਨੀ ਹੈ ਇਹਨੂੰ ਪੜ੍ਹਨ ਦੀ ਵੀ ਕਿੱਥੇ ਹੋ ਸਕਦੀ ਹੈ। ਇਸ ਉਪ ਸ਼੍ਰੇਣੀ ਦੇ 2 ਮੈਂਬਰ ਨੇ, ਜਾ ਤੇ ਗਿਆ। ਜਾ ਤੇ ਗਿਆ ਤੋਂ ਮੈਨੂੰ ਇਹਨਾਂ ਦੀ ਪਹਿਚਾਣ ਹੁੰਦੀ ਹੈ ਬੇਸਿਕਲੀ, ਜੋ ਆਪਣੇ ਵੱਖ-ਵੱਖ ਰੂਪਾਂ ਵਿੱਚ ਵਰਤੇ ਜਾਂਦੇ ਹਨ। ਜਿਵੇਂ ਬੇਸਿਕਲੀ ਜੇਤੂਆਂ ਨੂੰ ਇਨਾਮ ਵੰਡੇ ਗਏ। ਤੁਹਾਨੂੰ ਇਹੀ ਪੁੱਛੂਗਾ ਸਿੱਧਾ ਕਿ ਇਹਦੇ ਵਿੱਚ ਤੁਸੀਂ ਇੱਕ ਤਾਂ ਮੁੱਖ ਕਿਰਿਆ ਲੱਭ ਕੇ ਦੇ ਦਿਓ, ਇੱਕ ਮੈਨੂੰ ਸੰਚਾਲਕ ਕਿਰਿਆ ਲੱਭ ਕੇ ਦੇ ਦਿਓ। ਜੇ ਤੁਹਾਨੂੰ ਕਹਿਤਾ ਕਿ ਮੁੱਖ ਕਿਰਿਆ ਵੰਡਣਾ ਇੱਕ ਕਿਰਿਆ, ਤਾਂ ਵੰਡਣਾ ਮੇਰੇ ਕੋਲੇ ਮੁੱਖ ਕਿਰਿਆ ਹੋਗੀ। ਜੇ ਪੁੱਛ ਲਿਆ ਸੰਚਾਲਕ ਕਿਰਿਆ, ਤਾਂ ਸੰਚਾਲਕ ਕਿਰਿਆ ਦੇ ਝੱਟ ਟਿਕ ਲਾ ਦਿਓ, ਗਏ, ਵੰਡੇ ਗਏ, ਠੀਕ ਹੈ। ਸਿਮਿਲਰਲੀ ਇੱਥੇ ਆ ਜਾਓ। ਹੁਣ ਜੇ ਇੱਥੇ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਇੱਥੇ ਮੱਥਾ ਟੇਕਣ ਵਾਲੇ ਨੂੰ ਵਰ ਦਿੱਤਾ ਜਾਂਦਾ ਹੈ, ਬਈ ਵਰ ਦਿੱਤਾ ਜਾਂਦਾ ਹੈ, ਦੇਣਾ ਆਪਣੇ ਆਪ ਦੇ ਵਿੱਚ ਇੱਕ ਕਿਰਿਆ ਹੈ, ਤਾਂ ਦਿੱਤਾ ਤਾਂ ਮੇਰੇ ਕੋਲੇ ਦਿਖਾਊਗਾ ਮੁੱਖ ਕਿਰਿਆ ਨੂੰ। ਤੇ ਜਿਹੜਾ ਇਹ ਜਾਂਦਾ, ਕਿਉਂਕਿ ਜਾ ਤੋਂ ਹੀ ਜਾਂਦਾ ਬਣਿਆ ਹੋਇਆ, ਅੱਗੇ ਦੇ ਜਾ, ਜਾਣਾ, ਠੀਕ ਹੈ, ਇਹ ਸਾਰਾ ਕੁਝ ਵੀ ਹੋ ਸਕਦਾ ਹੈ।
मतलब जा कल्ला ਇਹਦਾ ਇਹ ਨਾ ਸਮਝੋ कि जा ਤੇ ਗਿਆ ਹੀ ਹੈ, जा ਦੇ ਅੱਗੇ ਕਿੰਨੇ ਹੀ ਰੂਪ ਆ ਸਕਦੇ ਨੇ, ਜਾਂਦਾ ਵੀ ਆ ਸਕਦਾ, ਜਾਣੇ ਵੀ ਆ ਸਕਦਾ, ਜਾ ਰਿਹਾ ਵੀ ਆ ਸਕਦਾ, ਕੁਝ ਵੀ ਆ ਸਕਦਾ ਹੈ। ਤਾਂ ਬੇਸਿਕਲੀ ਇਹ 'ਚ ਪੜ੍ਹ ਲੈਂਦੇ ਹਾਂ, ਲੋਕਾਂ ਨੂੰ ਬੜੀ ਦੇਰ ਤੱਕ ਮੂਰਖ ਬਣਾਇਆ ਜਾਂਦਾ ਰਿਹਾ। ਤਾਂ ਮੇਰੇ ਕੋਲੇ ਬਣਾਉਣਾ, ਬਣਾਉਣਾ ਮੇਰੇ ਕੋਲੇ ਮੁੱਖ ਕਿਰਿਆ, ਜਾਂਦਾ ਮੇਰੇ ਕੋਲੇ ਕਿਹੜੀ ਹੈ, ਸੰਚਾਲਕ ਕਿਰਿਆ। ठीक है, तो बेसिक पहचान सानू इन्नी तो जरूर चाहिए है भी संचालक किरिया सेंटेंस कित्थे है। अगले ते आ जाने गतिवाची। हुण गतिवाची का मतलब तो यही हो गया कि कंटीन्यूटी दिखाना, कंटीन्यूटी जो किरिया दिखाऊगी तो गतिवाची च आ जाऊगी। तो ये वो तो भी बाद आऊ, जे तुहाडे कोले मुढ़ली भी लगी है, करमणी भी लगी है, ये तो वो तो भी बाद च आउंदी है मेरे कोले जिहड़ी गतिवाची संचालक किरिया है। तो ये सब तो तकड़ा मैंबर है रह या रेहा है, रेहा सी, रहे सन, रहे हन, ये है इसकी मेन मुख। जिवें हुण सेंटेंस है जोगी बीन बजा रहा सी, हुण इस चीज़ नूं तुसीं कॉन्ट्राडिक्ट भी कर सकते हो, तुसीं कह सकते हो भी रेहा तो मेरे कोले संचालक नूं भी दसदा है, पर तुहाडे कोले इह की हो सकता है कि संचालक भी किरिया हो सकती है, क्योंकि पिछे संचालक तो हो ही सकती है। इत्थे पढ़ो जिहड़ा मैं तुहानूं इत्थे पढ़ाया एक चीज़, जिवें आ गया सहायक किरिया, सहायक दे विच भी तो मैं रेहा है ही पढ़ाया तुहानूं कि सहायक किरिया की सी जिहड़ी काल बारे दसदी सी, ते काल इत्थे नाल ही तां दस रहा रोटी खा रहा है, रोटी तो होगी मुख किरिया, खा रहा कदों हुण खा रहा है, पहला खा चुके है जा खाऊगा, वो चीज़ मेरे को की दिखाऊगी सहायक किरिया जिन्हें मैनू काल टेंस बारे दसना कि कदों होया, तो वह भी तो रेहा दे विच आ गई। तो ये कॉन्ट्राडिक्ट करनगियां, पेपर वाला एवें बेवकूफ नहीं होगा कि एक कोई चीज़ पा के ऑप्शन थले दोनों दे दूगा कि च सहायक किरिया भी है, संचालक किरिया भी है, किहड़ी है दसो, तुहानूं जा ऑप्शन च सहायक होगी, जा ऑप्शन दे विच संचालक किरिया होगी। तो दोनों ही मेरे कोले जिहड़ी गतिवाची संचालक किरिया है, तो जे इत्थों मैं इहदे च कड्ढना होवे जोगी बीन बजा रहा है, जोगी मेरे कोले हो गया करता जिहड़ा काम कर रहा है, किहदे उत्ते काम कर रहा है, बीन ते, बीन मेरे कोले होगी कर्म, बजाउणा मेरे कोले की हो गया किरिया जिहड़ा काम किया जा रहा है। तो फिर आ हिस्सा जिहड़ा बचदा है ਇਹਦੇ ਵਿੱਚ ਮੇਰੇ ਕੋਲੇ जो मेरे कोले आया रेहा, रेहा मेरे कोले काम करूगा संचालक किरिया दा, ठीक है। जा जे तुहानूं पुछ लिया जांदा कि सहायक किरिया लभ के दे दो, ਇਹਦੇ ਵਿੱਚ सहायक किरिया सी है मेरे कोले, रेहा सी, क्योंकि सी की दस रहा है, काल दस रहा है कि पास्ट दे विच हो चुके है, ठीक है। जे तुहानूं कल्ला ऐं पुछ लिया जांदा कि मेरे कोले कल्ला ये भी हो सकता कि क्वेश्चन दे विच ओह तुहानूं सिंपल रेहा सी ऑप्शन ला के पुछ लैण कि इहदे विच रेहा सी किहदा काम कर रहा है, रेहा सी कल्ला सहायक किरिया दा काम भी कर सकता है, पर जदों संचालक किरिया नूं विच इनकलूड करोगे फिर इहनूं तुहानूं तोड़ना पऊगा। रेहा तुहाडे कोले संचालक दा काम करूगा ते सी तुहानूं सिर्फ कल्ला की दिखाऊगा, टेंस दिखाऊगा, काल दिखाऊगा, उहनूं मतलब इहदे इस सेंटेंस च की हो गया, बजा मेरे कोले मुख किरिया होगी, सी मेरे कोले की होगी सहायक किरिया होगी, ते रेहा मेरे कोले की होगी एक गतिवाची संचालक किरिया होगी मेरे कोले, जां संचालक किरिया कह सकते हो। होर देख लैना एग्जाम्पल, जगरूप नूं सारा दिन ताप चढ़िया रहा, जगरूप नूं सारा दिन, जगरूप है गया करता जिहदे ते जिहड़ा कर रहा जा काम जिहदा भी यह रोल है इहदे च, ताप मेरे कोले की है कर्म दा काम कर रहा है, चढ़ना मेरे कोले की आपस दे विच किरिया है क्योंकि ताप चढ़िया जिहड़ा चढ़ना किरिया होगी, तो मुख किरिया पहचानण नूं कहण दा झट टिक ला दिओ की है जी चढ़िया। हुण इहदे विच कल्ला रेहा लाता, तो रेहा इत्थे किहदा काम कर रहा संचालक किरिया दा, इह च सहायक किरिया है ही नहीं, रेहा है सी जां कुछ भी लग्या हुंदा वो मेरे कोले सहायक किरिया दा काम करनी सी। अगे आ जाओ, लोगों नूं बड़ी देर तक मूर्ख बनाया जाता रहा, हुण इहदे च आ जाओ, बनाया मुख किरिया, जांदा मेरे कोले पिछी पढ़ी आपां ने कर्मणी संचालक किरिया, ते रेहा मेरे कोले किहड़ी टाइप की किरिया है, रेहा मेरे कोले हैगी है जी संचालक किरिया, किहड़ी गतिवाची संचालक किरिया। तो तुहाडे कोले दो तरीके नाल सवाल आ सकदा, इत्थे भी जे मैं गल करां जां तां कहणगे इहदे च संचालक किरिया पहचाणो, जे कल्ला संचालक किरिया पहचानण नूं कहता उहदियां टाइप्स च ना बढ़िया तो आंसर होना चाहिए जांदा रहा, जांदा रहा। बनाया यानी कि बनाया तो की सीगा मुख किरिया सी, तो जांदा रहा क्योंकि आ भी एक संचालक किरिया की टाइप है, ये भी एक संचालक किरिया की टाइप है। जे बनाउण च मैं कल्ली संचालक किरिया कहना तो दोनों ही तो संचालक किरिया ने मेरे को, तां आंसर आऊगा जांदा रहा। जे तोड़ के पुछ लिया तो कर्मणी ये है, तो जिहड़ी दूजी तुहाडे कोले रेहा हैगी आ वो मेरे कोले हैगी आ गतिवाची संचालक किरिया। तो संचालक किरिया तो मैं उम्मीद करदा कि ये भी तुहानूं क्लीयर हो गया हो। अगली टाइप हुंदी आ संचालक दे विच असीं बोलदे आ संभावी संचालक, जिन्हों असीं मॉडल ऑपरेटर्स भी बोल दिंदे हां।
ਇਹਦੇ ਵਿੱਚ ਤੁਸੀਂ ਮੋਡਾਲ ਤੁਹਾਨੂੰ ਯਾਦ ਹੋਣਗੇ, ਠੀਕ ਹੈ, ਮੇ, ਮਾਈਟ, ਸ਼ੁੱਡ, ਉਹ ਚੀਜ਼ਾਂ ਨੇ। ਤਾਂ ਤੁਸੀਂ ਸ਼ੱਕ, ਝੁੱਕ, ਦੱਸ, ਹੋ, ਕਰ, ਦਿਸ, ਆਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ, ਠੀਕ ਹੈ। ਇਹ ਵੀ ਪਿੱਛੇ ਲੱਗਦੀਆਂ ਨੇ। ਜਿਵੇਂ ਆਹ ਸੈਂਟੈਂਸ ਦੇ ਵਿੱਚ ਤੁਹਾਨੂੰ ਕਹਿ ਸਕਦਾ ਕਿ ਇਹਦੇ 'ਚ ਪਹਿਚਾਣੋ, ਸਾਡੇ ਗੁਰੂ ਜੀ ਸਾਗ ਖਾ ਲਿਆ ਕਰਦੇ ਸਨ। ਤਾਂ ਹੁਣ ਖਾਣਾ ਆਪਣੇ ਆਪ ਦੇ ਵਿੱਚ ਮੁੱਕ ਰਿਹਾ ਹੋਗੀ, ਠੀਕ ਹੈ। ਤੇ ਉਸ ਤੋਂ ਬਾਅਦ ਲਿਆ ਮੇਰੇ ਕੋਲੇ ਮੁੱਢਲੀ ਸੰਚਾਲਕ ਕਿਰਿਆ, ਤੇ ਕਰਦੇ ਮੈਨੂੰ ਦੱਸਦਾ ਕੀ ਹੈ, ਕਰਦੇ ਮੈਨੂੰ ਦੱਸ ਰਿਹਾ ਹੈ ਸੰਭਾਵੀ ਸੰਚਾਲਕ ਕਿਰਿਆ। ਤੇ ਜੇ ਤੁਹਾਨੂੰ ਪੁੱਛਣਾ ਜਾਵੇ ਸਨ ਕੀ ਹੈ, ਤਾਂ ਸਨ ਤੁਹਾਨੂੰ ਦੱਸੂਗਾ ਸਹਾਇਕ ਕਿਰਿਆ, ਕਿਉਂਕਿ ਸਨ ਨੇ ਕੀ ਦੱਸ ਰਿਹਾ, ਕਾਲ ਦੱਸ ਰਿਹਾ ਵੀ ਸਨ ਜਾਂ ਹਨ ਜਾਂ ਖਾਣਗੇ। ਜਦੋਂ ਕਾਲ ਦੱਸਿਆ ਜਾਊ ਟੈਂਸ ਤਾਂ ਸਹਾਇਕ ਕਿਰਿਆ। ਤਾਂ ਐਵੇਂ ਪਹਿਚਾਨਣਾ ਤੁਸੀਂ ਨੇ। ਹੁਣ ਇਹਦੇ 'ਚ ਆ ਜਾਓ, ਜਿਵੇਂ ਉਹ ਲਾਇਬ੍ਰੇਰੀ ਵਿੱਚ ਕੋਈ ਨਾ ਕੋਈ ਕਿਤਾਬ ਪੜ੍ਹ ਰਿਹਾ। ਪੜ੍ਹਨਾ ਆਪਣੇ ਆਪ ਦੇ ਵਿੱਚ ਕੀ ਹੈ, ਪੜ੍ਹਨਾ ਆਪਣੇ ਆਪ ਦੇ ਵਿੱਚ ਮੁੱਕ ਰਿਹਾ। ਰਿਹਾ ਆਪਣੇ ਆਪ ਦੇ ਵਿੱਚ ਕੀ ਆ, ਰਿਹਾ ਗਤੀਵਾਚਕ ਹੋ ਗਿਆ, ਜਿਹੜਾ ਪਿਛਲਾ ਪੜ੍ਹਿਆ ਆਪਾਂ ਨੇ ਗਤੀਵਾਚਕ ਸੰਚਾਲਕ ਕਿਰਿਆ, ਕਿਉਂਕਿ ਰਿਹਾ ਗਤੀਵਾਚਕ 'ਚ ਪਾਵਾਂਗੇ। ਤੇ ਹੁੰਦਾ ਮੇਰੇ ਕੋਲੇ ਅਗੇਨ ਕੀ ਆ ਗਿਆ, ਸੰਭਾਵੀ। ਹੁੰਦਾ ਰਿਹਾ ਹੈ, ਕਰਦੇ ਰਹੇ ਸਨ, ਮਤਲਬ ਪ੍ਰੋਬਿਲਟੀ ਦੱਸ ਰਿਹਾ ਇੱਕ ਤਰੀਕੇ ਨਾਲ। ਤਾਂ ਉਹ ਪ੍ਰੋਬਿਲਟੀ ਵਾਲੀ ਚੀਜ਼ ਸੰਭਾਵੀ 'ਚ ਪਾਵਾਂਗੇ ਅਸੀਂ, ਕਿ ਸੰਭਾਵਨਾ ਹੈ ਵੀ ਕਰਦਾ ਰਿਹਾ ਹੋਊਗਾ ਜਾਂ ਕਰਦੇ ਰਹੇ ਹਨ। ਤਾਂ ਜਿੰਨੀ ਵੀ ਪ੍ਰੋਬਿਲਟੀ ਵਾਲੀ ਚੀਜ਼ ਹੈ ਉਹ ਕਿਹਦੇ 'ਚ ਜਾਊਗੀ, ਸੰਭਾਵੀ ਸੰਚਾਲਕ 'ਚ ਜਾਊ। ਇੱਕ ਹੋਰ ਦੇਖ ਲੈਂਦੇ ਆ, ਉਸਦਾ ਉਧਾਰ ਸਮੇਂ ਸਿਰ ਮੋੜ ਦਿੱਤਾ ਜਾ ਸਕਦਾ ਸੀ। ਸੰਭਾਵਨਾ ਸੀ, ਜੇ ਸਹੀ ਟਾਈਮ ਤੇ ਪੈਸੇ ਦਿੰਦਾ ਰਹਿੰਦਾ ਮੋੜ ਸਕਦਾ ਸੀ। ਪੁੱਛਣ ਕਿ ਸੰਭਾਵੀ ਕੱਢ ਕੇ ਦੋ ਸੰਚਾਲਕ ਕਿਰਿਆ, ਤਾਂ ਸਕਦਾ ਮੈਨੂੰ ਕੀ ਦੱਸ ਰਿਹਾ, ਉਹ ਸੰਭਾਵਨਾ ਦੱਸ ਰਿਹਾ ਕਿ ਹੋ ਸਕਦਾ ਸੀ ਇਹ ਚੀਜ਼। ਮੋੜਨਾ ਆਪਣੇ ਆਪ ਦੇ ਵਿੱਚ ਕੀ ਹੈ, ਮੁੱਕ ਕਿਰਿਆ। ਦਿੱਤਾ ਕੀ ਹੈ, ਮੁੱਢਲੀ। ਜਾ ਕੀ ਹੈ ਮੇਰੇ ਕੋਲੇ, ਕਰਮਣੀ। ਇਹਦੇ ਵਿੱਚ ਤੁਸੀਂ ਦੇਖੋ ਸਾਰੀਆਂ ਹੀ ਆ ਗਈਆਂ ਜਿੰਨੀਆਂ ਟਾਈਪਸ ਆਪਾਂ ਨੇ ਪੜ੍ਹੀਆਂ ਨੇ। ਤਾਂ ਹਮੇਸ਼ਾ ਇੱਕ ਚੀਜ਼ ਦਾ ਧਿਆਨ ਰੱਖਣਾ ਆਪਾਂ ਨੇ, ਜੇ ਪਹਿਚਾਨਣ ਨੂੰ ਤੁਹਾਨੂੰ ਟਾਈਪਸ ਵੀ ਆ ਜਾਣ, ਮਤਲਬ ਸਭ ਤੋਂ ਪਹਿਲਾਂ ਮੇਰੇ ਕੋਲੇ ਮੁੱਢਲੀ ਆਉਂਦੀ ਹੈ, ਮੁੱਢਲੀ ਤੋਂ ਬਾਅਦ ਪਿੱਛੇ ਕਰਮਣੀ ਆਉਂਦੀ ਹੈ, ਕਰਮਣੀ ਤੋਂ ਬਾਅਦ ਪਿੱਛੇ ਤੀਜੀ ਟਾਈਪ ਇਹ ਆਉਂਦੀ ਹੈ ਜਿਹੜੀ ਆਪਾਂ ਪਿੱਛੇ ਪੜ੍ਹੀ ਸੀਗੀ, ਤੁਹਾਡੀ ਕੀ ਹੈ ਇਹਦਾ ਨਾਮ, ਸੰਭਾਵੀ ਆਉਂਦੀ ਹੈ। ਮਤਲਬ ਐਵੇਂ ਸੀਕੁਐਂਸ 'ਚ ਹੋਣਗੇ ਇਹ, ਅੱਗੇ ਪਿੱਛੇ। ਜੇ ਚਾਰਾਂ 'ਚ ਐਵੇਂ ਪਛਾਣਨ ਨੂੰ ਕਹਤਾ ਤਾਂ ਲਾਸਟ ਵਾਲੇ 'ਤੇ ਟਿਕ ਲਾਉਣਾ ਚੁੱਪ ਕਰਕੇ, ਕਿ ਇਹ ਇੱਕ ਸਟ੍ਰੈਟਜੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ। ਤਾਂ ਇਹ ਸੰਭਾਵੀ ਸੰਚਾਲਕ ਕਿਰਿਆ। ਅੱਗੇ ਇੱਕ ਟਰਮ ਆਉਂਦੀ ਹੈ ਸਾਡੇ ਕੋਲੇ ਨਿਪਾਤ, ਕਿ ਨਿਪਾਤ ਕੀ ਚੀਜ਼ ਹੁੰਦੀ ਹੈ। ਕਹਿੰਦਾ ਇਸ ਦੇ ਵਿੱਚ ਦੋ ਤੱਤ ਦਬਾਅਵਾਚੀ ਤੇ ਨਾਂਹਵਾਚੀ ਆਉਂਦੇ ਨੇ ਨਿਪਾਤ ਦੇ ਵਿੱਚ, ਤੇ ਜੋ ਕਿਰਿਆ ਰੂਪਾਂ ਨਾਲੋਂ ਵੱਖਰੇ ਹੁੰਦੇ ਹਨ। ਵਾਕ ਵਿੱਚ ਜਾਂ ਕਿਰਿਆ ਵਾਕੰਸ਼ ਵਿੱਚ ਇਹਨਾਂ ਦਾ ਸਥਾਨ ਨਿਸ਼ਚਿਤ ਨਹੀਂ ਹੈ। ਜਿਸ ਕਿਰਿਆ ਰੂਪ ਤੇ ਜ਼ੋਰ ਦੇਣਾ ਹੋਵੇ ਉਸ ਕਿਰਿਆ ਰੂਪ ਤੋਂ ਤੁਰੰਤ ਬਾਅਦ ਇਹ ਤੱਤ ਆਉਂਦੇ ਹਨ। ਮਤਲਬ ਜਿਵੇਂ ਹੁਣ ਤੁਸੀਂ ਦੇਖੋ, ਉਹ ਸਾਰਾ ਦਿਨ ਪੜ੍ਹਦਾ ਹੀ ਰਹਿੰਦਾ ਹੈ, ਤੁਸੀਂ ਜ਼ੋਰ ਕਿਹਦਾ ਦੇਣਾ ਚਾਹੁੰਦੇ ਹੋ, ਪੜ੍ਹਨਾ ਤੇ, ਕਿ ਪੜ੍ਹਦਾ ਹੀ ਰਹਿੰਦਾ ਸਾਰਾ ਦਿਨ। ਜਿਹੜੀ ਤੁਸੀਂ ਕਿਰਿਆ ਰੂਪੀ ਚੀਜ਼ ਦੇ ਉੱਤੇ ਜ਼ੋਰ ਦੇਣਾ ਹੈ, ਉਹ ਜ਼ੋਰ ਦੇਣ ਵਾਲੇ ਤੋਂ ਹਮੇਸ਼ਾ ਪਿੱਛੇ ਲਾਉਣਾ ਪਊਗਾ ਤੁਹਾਨੂੰ ਇਹ ਨਿਪਾਤ। ਤਾਂ ਜੇ ਤੁਹਾਨੂੰ ਇਹ ਵੀ ਪੇਪਰ 'ਚ ਸਵਾਲ ਆਇਆ ਹੋਇਆ, ਐਵੇਂ ਸੈਂਟੈਂਸ ਲਿਖ ਕੇ ਉਹ ਬੋਲਣਗੇ ਕਿ ਨਿਪਾਤ ਪਛਾਣੋ ਇਸ ਸੈਂਟੈਂਸ ਦੇ ਵਿੱਚ, ਤਾਂ ਨਿਪਾਤ ਕੀ ਹੈ, ਜਾਂ ਤਾਂ ਉਹ ਦਬਾਅ ਬਣਾ ਰਿਹਾ, ਇੱਥੇ ਦਬਾਅ ਹੀ ਤਾਂ ਬਣਾ ਰਿਹਾ ਕਿ ਬਹੁਤ ਇੰਟੈਂਸਿਟੀ 'ਚ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਪੜ੍ਹਦਾ ਹੀ ਰਹਿੰਦਾ ਸਾਰਾ ਦਿਨ। ਹੁਣ ਇੱਥੇ ਦੇਖ ਲਓ, ਉਹ ਪੜ੍ਹ ਵੀ ਨਹੀਂ ਸਕਦਾ। ਇਹਦੇ 'ਚ ਦੋਨੋਂ ਨੇ, ਜ਼ੋਰ ਵਾਲਾ ਵੀ ਹੈ, ਦਬਾਅ ਵਾਲਾ ਵੀ ਹੈ, ਤੇ ਨਾਂਹਵਾਚੀ ਵੀ ਹੈ। ਤਾਂ ਇਹਦੇ ਵਿੱਚ ਜੇ ਤੁਹਾਨੂੰ ਨਿਪਾਤ ਪਛਾਣਨ ਨੂੰ ਕਵੇ ਤਾਂ ਦੋਨੋਂ ਹੀ ਨਿਪਾਤ ਨੇ, ਵੀ ਹੈ ਤੇ ਨਹੀਂ ਵੀ ਹੈ। ਇਹਦੇ ਵਿੱਚ ਵੀ ਦੋਨੋਂ ਹੀ ਨੇ, ਹੀ ਵੀ ਹੈ ਨਹੀਂ ਵੀ ਹੈ। ਸਾਡੇ ਬੱਚੇ ਸਾਨੂੰ ਯਾਦ ਹੀ ਨਹੀਂ ਕਰਦੇ। ਯਾਦ ਤੇ ਜ਼ੋਰ ਦੇਣਾ ਹੈ ਤਾਂ ਉਹ ਤੋਂ ਬਾਅਦ ਲੱਗੂ ਹਮੇਸ਼ਾ ਹੀ, ਤੇ ਨਹੀਂ ਕਰਦੇ। ਸਿਮਿਲਰਲੀ ਮਤਲਬ ਤੁਹਾਡੇ ਕੋਲ ਦੋ ਸ਼ਬਦ ਆਉਣਗੇ, ਹੀ ਤੇ ਨਹੀਂ, ਤੇ ਇਹਨਾਂ ਦੀ ਕਰੈਕਸ਼ਨ ਮਤਲਬ ਕਈ ਵਾਰ ਸੈਂਟੈਂਸ ਵੀ ਕਰੈਕਟ ਕਰਨ ਨੂੰ ਕਹਿ ਸਕਦੇ ਨੇ ਤੁਹਾਨੂੰ। ਤਾਂ ਇਹਨਾਂ ਦੀ ਜਿਹੜੀ ਪੋਜੀਸ਼ਨ ਥਾਂ ਆਉਣਾ ਹੈ, ਥਾਂ ਹਮੇਸ਼ਾ ਉਸ ਕਿਰਿਆ ਤੋਂ ਬਾਅਦ ਆਉਣਾ ਜਿਹੜੀ ਕਿਰਿਆ ਦੇ ਉੱਤੇ ਦਬਾਅ ਪਾਉਣਾ ਤੁਸੀਂ ਨੇ, ਜਿਹੜੇ ਕਿਰਿਆ ਦੇ ਉੱਤੇ ਜ਼ੋਰ ਲਾਉਣਾ ਹੈਗਾ। ਜਿਵੇਂ ਇੱਥੇ ਪੜ੍ਹ ਤੇ ਜ਼ੋਰ ਲੱਗ ਰਿਹਾ, ਇੱਥੇ ਵੀ ਪੜ੍ਹ ਤੇ, ਇੱਥੇ ਯਾਦ ਤੇ, ਇੱਥੇ ਖਾਦੀ ਤੇ ਜ਼ੋਰ ਲੱਗ ਰਿਹਾ। ਤਾਂ ਇਹ ਤੋਂ ਹਮੇਸ਼ਾ ਬਾਅਦ 'ਚ ਫਿਕਸ ਕਰਨੇ ਨੇ ਇਹ। ਤਾਂ ਅੱਗੇ ਪਿੱਛੇ ਲਾਉਂਦੇ ਨੇ ਤਾਂ ਉਹ ਸੈਂਟੈਂਸ 'ਚ ਗੜਬੜ ਹੋਊਗੀ, ਤੇ ਇਹਨਾਂ ਨੂੰ ਨਿਪਾਤ ਬੋਲਿਆ ਜਾਂਦਾ। ਤਾਂ ਇਹ ਮਤਲਬ ਐਜ਼ ਇਟ ਇਜ਼ ਹੀ ਸੌਖੇ ਸਵਾਲ ਬਣਦੇ ਨੇ, ਪਰ ਸਾਨੂੰ ਜੇ ਹੁਣ ਨਿਪਾਤ ਪਤਾ ਹੀ ਨਹੀਂ ਵੀ ਚੀਜ਼ ਕੀ ਹੈ, ਨਿਪਾਤ ਕਦੇ ਸੁਣਿਆ ਹੀ ਨਹੀਂ, ਕਿਸੇ ਕਿਤਾਬ 'ਚੋਂ ਪੜ੍ਹਿਆ ਹੀ ਨਹੀਂ, ਤਾਂ ਆਨਸਰ ਕਿਵੇਂ ਲਾ ਦਾਂਗੇ। ਹੈ ਤਾਂ ਕੱਖ ਵੀ ਗੱਲ ਨਹੀਂ ਇਹਦੇ ਵਿੱਚ ਕਿ ਹੀ ਨਿਪਾਤ ਹੈ, ਨਹੀਂ ਨਿਪਾਤ ਹੈ, ਕਿਹਨੂੰ ਨਹੀਂ ਆਊਗਾ। ਮੈਂ ਇੱਕ ਵਾਰ ਦੱਸਤਾ, ਤੁਸੀਂ ਤੁਹਾਡੇ 'ਚੋਂ ਕੋਈ ਵੀ ਨਹੀਂ ਭੁੱਲੂਗਾ ਕਦੇ ਵੀ ਕੀ ਚੀਜ਼ ਹੈ। ਪਰ ਪ੍ਰੋਬਲਮ ਉਹੀ ਹੈ, ਮੈਂ ਅਗੇਨ ਦੱਸ ਰਿਹਾ ਕਿ ਇਹਨਾਂ ਦੇ ਸੋਰਸ ਇੱਕ ਨਹੀਂ ਹੈਗਾ। ਜਿਹੜਾ ਇਹ ਕੰਟੈਂਟ ਆ ਨਾ, ਇਹ ਤੁਹਾਨੂੰ ਇੱਕ ਕਿਸੇ ਕਿਤਾਬ 'ਚੋਂ ਮਿਲਣਾ ਨਹੀਂ। ਤੁਸੀਂ ਨਰਿੰਦਰ ਦੁੱਗਲ ਫਲਾ ਲਓਗੇ, ਉਹ 'ਚ ਨਿਪਾਤ ਪੜ੍ਹ ਦਿਓ, ਪੂਰੀ ਦੁੱਗਲ 'ਚ ਲੱਭ ਕੇ ਦੇ ਦਿਓ ਮੈਨੂੰ ਕਿੱਥੇ ਹੈ ਨਿਪਾਤ ਲਿਖਿਆ ਹੋਇਆ, ਨਹੀਂ ਲਿਖਿਆ ਹੋਇਆ। ਤਾਂ ਇਸ਼ੂ ਇਹੀ ਹੈ ਕਿ ਇਹਦੇ ਲਈ ਤੁਹਾਨੂੰ ਜਾਂ ਤਾਂ ਆਪ ਪੜ੍ਹਨਾ ਹੈ, ਕਈ ਕਿਤਾਬਾਂ 'ਤੇ ਮੱਥਾ ਮਾਰੋ, ਜੋੜ ਕੇ ਕੱਢੋ, ਠੀਕ ਹੈ। ਪਰ ਹੁਣ ਤੁਸੀਂ ਜੇ ਕੋਚਿੰਗ ਲੈ ਰਹੇ ਹੋ ਤਾਂ ਤੁਹਾਡੇ ਕੋਲੇ ਤੁਹਾਡਾ ਕੰਮ ਰੋਲ ਅਸੀਂ ਨੇ ਅਦਾ ਕਰਨਾ, ਤੁਸੀਂ ਨੇ ਤਾਂ ਸਿਰਫ ਇਕੱਲਾ ਪੜ੍ਹਨਾ ਹੈਗਾ, ਉਹੀ ਮੱਥਾ ਅਸੀਂ ਨੇ ਮਾਰਨਾ ਇਹਨਾਂ ਚੀਜ਼ਾਂ 'ਤੇ। ਅੱਗੇ ਆ ਗਿਆ ਪ੍ਰੇਰਨਾਤਮਕ ਕਿਰਿਆ, ਜਿਹਨੂੰ ਪੋਜ਼ਿਟਿਵ ਕਿਰਿਆ ਕਹਿ ਦਿੱਤਾ ਜਾਂਦਾ।
इस क्रिया का जिस क्रिया का करता काम नूं आप ना करे जबकि दूजे तो करवावे या दूजे नूं करन दी प्रेरणा देवे। जिवें यह काम सुरजीत ने कराउणा है, आप तो नहीं कर रहा, दूजे नूं प्रेरणा दे रहा या दूजे तो करवाउण लग्या होया है, तो कराउणा मेरे कोले की है प्रेरणात्मक क्रिया। इहदे चालो एक घर हुण अदालत ने तड़वाउणी है, तड़वाउणा प्रेरणात्मक क्रिया, मतलब वो क्रिया करता आप नहीं कर रहा, ठीक है, करता किसी होर नूं जां तां प्रेरित कर रहा करन नूं जां उहदे तो करवा रहा किसी दूजे बंदे तो वो क्रिया मेरे कोले प्रेरणात्मक क्रिया होगी। पंजाबी व्याकरण दा क्रिया पाठ प्रदीप ने सिखाउणा है, तो सिखाउणा अपने आप दे विच की होगी फिर प्रेरणात्मक क्रिया। तो यह तो बहुत सौखी है पहचाननी, बस एक बार ध्यान दे लो। अगे मेरे कोले इस क्रिया का बड़ा इंपॉर्टेंट हिस्सा आउंदा किरदंत, कारदंतक भी बोल दिंदे ने, किरदंत भी बोल दिंदे ने। इहनूं देखदे हां किरदंत की चीज़ है, इहनूं अंग्रेजी च पार्टिसिपल फॉर्म ऑफ द वर्ब भी बोल दिता जाता। कहंदा किरदंत क्रिया दे उस रूप नूं कहंदे हन जो क्रिया दी बजाए किसी होर शब्द श्रेणी वजों वरत्या जावे। पंजाबी वाक जुगत विच किरदंता दा विशेष महत्व है। हुणी सुपरवाइजर का पेपर तुसीं खोलो, मैं इहदे च ऐड भी करे ने, सवाल एंड ते आपां प्रैक्टिस क्वेश्चन करांगे। उहदे च उन्होंने सेंटेंस लिख के उहदे विच किरदंतक पहचानण नूं कहा सी कि किरदंत पहचान के दो, तो पहचानण वाला काम आपां उरे करदे हां। सब तो पहला आउंदा वर्तमान किरदंत, पहली टाइप, यानी कि प्रेजेंट पार्टिसिपल। की पहचान है, जदों कहंदा वर्तमान किरदंत क्रिया का मूल शब्द जिहड़ा होऊगा, मूल शब्द मतलब रूट वर्ड जिहदे तो क्रिया हो रही है, ठीक है, जे उहदे पिछे दा लग गया, दा पिछेतर का मतलब हुंदा पिछे लगना, पिछेतर ला के जे बनाया गया है वो क्रिया का शब्द, तो वह तुहाडे कोले वर्तमान किरदंत कहाऊगा। उदाहरण के तौर पर जिवें कर मेरे कोले रूट वर्ड है, कर मेरे कोले मूल शब्द है, कर दे पिछे मैं करदा लादा, तो दा ला के मैं करदा एक क्रिया बनाती, तो दा मेरे कोले की दिखा रहा लगना अपने आप दे विच पूरा है कि यह इत्थे किरदंत बनाता तुसीं ने। ते किहड़ी टाइप का किरदंत बनाता? वर्तमान, क्योंकि वर्तमान दे विच जे तुहानूं याद होवे तां दा दे दी इहदी ही आवाज़ आउंदी है साडे कोले जो वर्तमान प्रेजेंट टेंस नूं दिखाउंदा साडे कोले इंडेफिनिट नूं। तो आ लिखदा उड़दा जिहड़े भी सेंटेंस वो बहुत तेज उड़दा है, ठीक है, वो पंछी बहुत तेज उड़दा है, वो बहुत ही सोहना लिखदा है, तो तुहानूं सेंटेंस कुछ भी देता तो कहा कि इहदे विच तुसीं पहचान के दो वर्तमान किरदंत, या फिर उन्होंने की करना है लिख के सेंटेंस वो वाले हिस्से नूं मैं अंडरलाइन कर देना कि जिहड़ा मैं अंडरलाइन किया हुआ शब्द है ये की चीज़ है, दसो किहनूं रिप्रजेंट कर रही है, तो उस तरीके नाल क्वेश्चन बन सकदा। भूत किरदंत च की हुंदा है, इनू असीं की बोलते हैं, इनू प्रेजेंट जिथे पास्ट कर लियो, पास्ट पार्टिसिपल जिहड़े क्रिया रूप दे विच मूल शब्द दे पिछे इयां लग जे, जिवें इत्थे कर दे पिछे दा लाया, लिख मूल शब्द सी उहदे पिछे दा लाया, उड मूल शब्द सीगा रूट वर्ड सी उहदे पिछे दा लाया, एवें ही लिख दे पिछे तुसीं ने इया लाता, तां लिख प्लस इया की बन गया लिखिया, उड प्लस इया उड्डिया, पढ़ प्लस इया पढ़िया, तो जदों पिछे तुहानूं इया लग्या मिलूगा पिछेतर च रूट वर्ड दे नाल, ठीक है, मूल शब्द नाल, उहनूं असीं भूत किरदंत बोल दांगे। तीजा मेरे कोले हुंदा क्रियाफल किरदंत, कहंदा इह रूप भूत किरदंत दा अंतम च आ नासकी कर देण नाल बनदा है। जिवें तुसीं वेखे आ लाता, इत्थे उत्ते बिंदी ला लिओ, आ लाउंदा, ए आ नहीं गल्ला लाउंदा, पिछे आ लगना, वेखिया रोया सोचिया, जदों आ पिछे लग जूगा तो तुसीं क्रियाफल किरदंत बोल दोगे। ज़्यादा दो पूछे जाते हैं, पहले दो, ठीक है, पर करांगे तो सारी, पढ़ने तो सारी ने आपां ने। अपूਰਨ, हुण इत्थों एक चीज़ होर भी, एक सवाल बड़ा सौखा पूछा जाता, मैं दसना भुल गया, तुहानूं ये पुछणगे कि कारदंत किन्ने तरह के हुंदे हन जां किरदंत किन्ने तरह के हुंदे हन, क्रिया दे किरदंत, तो आंसर हैगा 7 तरह के हुंदे ने। वो 7 मैं इत्थे पढ़ाउण लग्या होया तुहानूं एक एक करके। पहला वर्तमान है, दूजा भूत है, तीजा हैगा क्रियाफल किरदंत जिन्हों जीरण बोल दिता जाता, चौथा मेरे कोल हैगा अपूर्ण कार्य किरदंत इम्परफेक्ट पार्टिसिपल, जदों कहंदा किरदंत दा यह रूप ई अंतक क्रिया के रूप में विचरदा है, जिवें ओह अखां मीटी, मीट प्लस ई लगूगा नाल रूट वर्ड दे, उंगल फड़ी, फड़ी का मतलब फड़ प्लस ई,
ਜਦੋਂ ਤੁਹਾਡੇ ਕੋਲੇ ਪਿੱਛੇ ਪਿਛੇਤਰ ਈ ਲੱਗ ਗਿਆ ਤਾਂ ਜਦੀ ਫੜ ਲਿਓ ਕਿ ਕਿਹੜੀ ਟਾਈਪ ਹੈ, ਅਪੂਰਨ ਕਾਰਜ ਕਿਰਦੰਤ ਹੈ। ਯਾਦ ਕਰਨੇ ਪੈਣੇ ਆ ਸਾਰੇ ਕਿ ਕਿਹੜੇ ਦੀ ਕਿਹੜੀ ਨਿਸ਼ਾਨੀ ਹੈ ਮੇਰੇ ਕੋਲੇ, ਮਤਲਬ ਤੁਹਾਨੂੰ ਆਇਡੈਂਟੀਫਿਕੇਸ਼ਨ ਇਸ ਵੇ ਨਾਲ ਹੀ ਹੋ ਸਕਦੀ ਹੈ। ਪੂਰਨ ਕਾਰਜ ਦੇ ਵਿੱਚ, ਪੂਰਨ ਕਾਰਜ ਦੇ ਵਿੱਚ ਮੂਲ ਸ਼ਬਦ ਨਾਲ ਆਪਾਂ ਕੇ ਜੋੜ ਦਿੰਦੇ ਆ, ਕੇ। ਪੂਰਨ ਕਾਰਜ ਕਿਰਦੰਤ ਦੇ ਵਿੱਚ ਪਲੱਸ ਰੂਟ ਵਰਡ ਜਿਹੜਾ ਮੇਰੇ ਕੋਲੇ ਮੂਲ ਸ਼ਬਦ ਹੈ ਕਿਰਿਆ ਨੂੰ ਦੱਸਦਾ ਜਿਹੜਾ, ਉਹਦੇ ਨਾਲ ਕੇ ਲਾ ਦਿਓ। ਜਿਵੇਂ ਉਹ ਕੰਮ ਕਰਕੇ ਆਵੇਗਾ ਜਾਂ ਮੈਂ ਕੰਮ ਕਰਕੇ ਆਵਾਂਗਾ, ਤਾਂ ਕਰ ਮੇਨ ਰੂਟ ਵਰਡ ਆ ਮੇਰਾ, ਕਰਨਾ ਕਿਸੇ ਚੀਜ਼ ਨੂੰ, ਠੀਕ ਹੈ। ਇਹਦੇ ਪਿੱਛੇ ਕੇ ਲਾਤਾ ਤਾਂ ਕਰਕੇ ਮੇਰੇ ਕੋਲੇ ਕੀ ਬਣ ਗਿਆ, ਪੂਰਨ ਕਾਰਜ ਕਿਰਦੰਤ ਬਣ ਗਿਆ। ਹੋਰ ਉਦਾਹਰਨ ਦਿੱਤੀ ਹੂੰ, ਮੈਂ ਪਾਣੀ ਪੀ ਕੇ ਕਲਾਸ ਸ਼ੁਰੂ ਕੀਤੀ, ਤਾਂ ਪੀ ਕੇ, ਪੀ ਦੇ ਨਾਲ ਪਲੱਸ ਕੇ ਨਾਲ ਜਦੋਂ ਲੱਗ ਰਿਹਾ ਹੈ ਤਾਂ ਉਹ ਤੁਹਾਨੂੰ ਸ਼ੋਅ ਕਰ ਰਿਹਾ ਕਿਹੜੇ ਟਾਈਪ ਦਾ, ਪੂਰਨ ਕਾਰਜ ਕਿਰਦੰਤ। ਫਿਰ ਆ ਗਿਆ ਇੱਕ ਆਪਣੇ ਕੋਲੇ 6ਵੀਂ ਟਾਈਪ ਹੈਗੀ ਆ ਤਤਕਾਲੀ ਕਿਰਦੰਤ। ਤਤਕਾਲੀ ਕਿਰਦੰਤ ਕੀ ਹੁੰਦਾ ਹੈ? ਕਿਰਦੰਤ ਦਾ ਰੂਪ ਕਿਰਿਆ ਮੂਲ ਪਲੱਸ ਦਿਆ ਲਾ ਦਿਓ, ਮਤਲਬ ਪਿਛਲੇ ਚ ਕੇ ਸੀ ਇਹਦੇ ਵਿੱਚ ਦਿਆ, ਇਹ ਜੋੜਨਾ ਪਊ ਰੂਟ ਵਰਡ ਦੇ ਵਿੱਚ। ਤਾਂ ਇਹਦੇ ਤੋਂ ਤੁਹਾਨੂੰ ਜਿਹੜੀ ਕਿਰਦੰਤ ਦੀ ਬਣੂਗੀ, ਕਹਿੰਦਾ ਹੋਊਗਾ ਕਿ ਇਸ ਕਿਰਦੰਤ ਤੋਂ ਕਿਰਿਆ ਦਾ ਜਾਰੀ ਦਾ ਸੰਕੇਤ ਮਿਲਦਾ ਹੈ, ਮਤਲਬ ਕਿਰਿਆ ਜਾਰੀ ਹੈ, ਚੱਲ ਰਹੀ ਹੈ, ਹਲੇ ਕਿਰਿਆ ਖਤਮ ਨਹੀਂ ਹੋਈ। ਜਦੋਂ ਸਾਨੂੰ ਇਹ ਸੰਕੇਤ ਮਿਲੇ, ਆਇਡੈਂਟੀਫਿਕੇਸ਼ਨ ਮਿਲੇ, ਤਾਂ ਇਹਨੂੰ ਅਸੀਂ ਬੋਲਦੇ ਹਾਂ ਤਤਕਾਲੀ, ਠੀਕ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ, ਸੁਣਦੇ ਹਾਂ, ਵੇਖਦੇ ਹਾਂ, ਮਤਲਬ ਉਹਦੇ ਵੇਖਦਿਆਂ ਵੇਖਦਿਆਂ ਹੀ ਹਾਦਸਾ ਹੋ ਗਿਆ। ਮੈਂ ਕਹਾਂ ਉਹਦੇ ਵੇਖਦਿਆਂ ਵੇਖਦਿਆਂ ਹੀ ਹਾਦਸਾ ਹੋ ਗਿਆ, ਇਹਦਾ ਮਤਲਬ ਉਹ ਜਿਹੜੀ ਵੀ ਟਾਸਕ ਆ ਉਹ ਚੱਲ ਰਿਹਾ ਨਾ, ਤੁਹਾਨੂੰ ਜਾਰੀ ਹੋਣ ਦਾ ਸੰਕੇਤ ਮਿਲ ਰਿਹਾ ਉਹਦੇ ਤੋਂ। ਤੁਸੀਂ ਕਹਿ ਸਕਦੇ ਹੋ ਉਹਦੇ ਪੜ੍ਹਦਿਆਂ ਪੜ੍ਹਦਿਆਂ ਹੀ ਰਾਤ ਹੋ ਗਈ, ਮਤਲਬ ਉਹ ਕਰ ਰਿਹਾ ਸੀ ਉਸ ਟਾਸਕ ਨੂੰ। ਤਾਂ ਇਹੀ ਗੱਲ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਾਰੀ ਹੋਣ ਦਾ ਸੰਕੇਤ ਮਿਲਦਾ ਹੈ ਤਾਂ ਉਹਨੂੰ ਤਤਕਾਲੀ ਅਸੀਂ ਕਿਰਦੰਤ ਬੋਲਦੇ ਹਾਂ। ਲਾਸਟ ਹੈਗਾ ਸਾਡੇ ਕੋਲੇ ਭਾਵਵਾਚੀ, ਇਨਫਿਨਿਟਿਵ ਬੋਲਦਾ ਨਾ ਇਹਨੂੰ। ਇਹਦੇ ਵਿੱਚ ਤੁਹਾਨੂੰ ਅੰਤ 'ਚ ਨਾ ਜਾਂ ਨਾ, ਜਾਣੀ ਕਿ ਨਾਣੇ ਨਾਲ ਜਾਂ ਨੰਨੇ ਨਾਲ ਲਾ ਕੇ ਨਾ ਬਣਾਉਣਾ ਪਊਗਾ। ਤੇਰਾ ਉੱਥੇ ਜਾਣਾ ਠੀਕ ਨਹੀਂ, ਜੇ ਇਕੱਲਾ ਜਾ ਸੀ ਤਾਂ ਮੇਰੇ ਕੋਲੇ ਕਿਰਿਆ ਸੀ, ਜਾਣਾ ਆਪਣੇ ਆਪ ਦੇ ਵਿੱਚ ਨਾ ਬਣ ਗਿਆ, ਠੀਕ ਹੈ। ਤਾਂ ਨਾ, ਦੌੜਨਾ, ਦੌੜਨਾ ਚੰਗੀ ਕਸਰਤ ਹੈ, ਜੇ ਮੈਂ ਇਕੱਲੀ ਉਹ ਦੌੜਦਾ ਹੈ ਦਾ ਲਾਦਾ ਤਾਂ ਉਹ ਕਿਰਿਆ ਹੈ, ਠੀਕ ਹੈ। ਕਿਰਿਆ 'ਚ ਵੀ ਕਿਰਦੰਤ ਦੀ ਕਿਹੜੀ ਹੈ, ਪਹਿਲੀ ਵਾਲੀ ਹੋ ਗਈ ਜਿਹੜੀ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਪੜ੍ਹੀ ਸੀ, ਵਰਤਮਾਨ ਨੂੰ ਦਿਖਾ ਰਹੀ ਹੈ ਜਿਹੜੀ। ਪਰ ਜਦੋਂ ਨਾ ਲੱਗ ਗਿਆ ਤਾਂ ਇਹ ਦੌੜ ਨੂੰ ਨਾ ਬਣਾ ਰਿਹਾ, ਨਾਉਨ ਬਣਾ ਰਿਹਾ। ਤੇ ਜਦੋਂ ਨਾਉਨ ਬਣੂਗਾ ਤਾਂ ਨਾਉਨ ਬਣੂਗਾ ਨਾ ਜਾਂ ਨਾ ਲਗਾ ਕੇ, ਜਿਹੜਾ ਨਾਉਨ ਬਣਾ ਰਿਹਾ ਹੋਊਗਾ ਉਹਨੂੰ ਅਸੀਂ ਭਾਵਵਾਚੀ ਕਹਿ ਦਾਂਗੇ, ਕਿਉਂਕਿ ਭਾਵ ਖੁਸ਼ੀ, ਗਮੀ, ਜੇ ਤੁਹਾਨੂੰ ਯਾਦ ਹੋਵੇ ਇਹ ਸਾਰੇ ਭਾਵਵਾਚੀ ਹੁੰਦੇ ਨੇ, ਜਿਨ੍ਹਾਂ ਚੀਜ਼ਾਂ ਨੂੰ ਅਸੀਂ ਫੀਲ ਕਰ ਸਕਦੇ ਹਾਂ। ਉਹ ਸਾਰੇ ਜਦੋਂ ਨਾਮ ਪੜਾਂਗੇ ਨਾ ਆਪਾਂ, ਨਾਉਨ 'ਚ ਇੱਕ ਟਾਈਪ ਆਉਂਦੀ ਹੈ ਜਿਹਨੂੰ ਅਸੀਂ ਬੋਲਦੇ ਹਾਂ ਭਾਵਵਾਚਕ ਨਾਮ, ਤਾਂ ਉਹ ਵਨ ਕਾਈਂਡ ਆਫ ਉਹੀ ਹੈ ਕਿ ਭਾਵ ਵਾਲੇ ਨਾਮ ਹੀ ਨੇ ਇਹ, ਠੀਕ ਹੈ। ਤਾਂ ਇਹ ਕਿਰਿਆ ਦੇ ਕਾਰਦੰਤਕ ਰੂਪ ਹੋ ਗਏ ਸਾਡੇ ਕੋਲੇ। ਹੁਣ ਇਹਦੇ ਤੋਂ ਇਲਾਵਾ ਵਿਸ਼ੇਸ਼ਣੀ ਕਿਰਦੰਤ ਵੀ ਹੋ ਸਕਦਾ ਹੈ, ਪਰ ਇਹ ਕੋਈ ਟਾਈਪਸ ਉਹੀ ਇੰਪੋਰਟੈਂਟ ਨੇ। ਆ ਇੱਕ ਦੋ ਵੈਸੇ ਆਪਾਂ ਪੜ੍ਹ ਲੈਂਦੇ ਹਾਂ। ਕਹਿੰਦਾ ਇਹਨਾਂ ਤੋਂ ਇਲਾਵਾ ਇੱਕ ਕਰਤਰੀ ਕਿਰਦੰਤ ਵੀ ਹੁੰਦੀ ਹੈ। ਕਰਤਰੀ ਕਿਰਦੰਤ ਕਿਹੜੀ ਹੁੰਦੀ ਹੈ? ਜਦੋਂ ਕਹਿੰਦਾ ਜਿਵੇਂ ਭਾਵਵਾਚੀ ਕਿਰਦੰਤ ਦੇ ਸੰਬੰਧਕੀ ਰੂਪ ਨਾਲ ਪਿਛੇਤਰ ਹਾਰ ਲਗਾ ਕੇ, ਜਿਵੇਂ ਸਿਰਜਣਾ, ਸਿਰਜਣ, ਇੱਕ ਮੇਰੇ ਕੋਲੇ ਕੀ ਹੈ ਨਾਬ ਹੈ, ਉਹਦੇ ਪਿੱਛੇ ਹਾਰ ਲਾਤਾ, ਸਿਰਜਣਹਾਰ, ਚੱਲਣਹਾਰ, ਇਹਨੂੰ ਅਸੀਂ ਬੋਲਦੇ ਹਾਂ ਕਰਤਰੀ ਕਿਰਦੰਤ। ਕਰਤਰੀ ਕਿਰਦੰਤ ਦਾ ਨਾਮ ਦਿੱਤਾ ਜਾਂਦਾ। ਥੋੜਾ ਜ਼ਿਆਦਾ ਡਿਟੇਲ 'ਚ ਆ ਗਿਆ ਪਰ ਫਿਰ ਵੀ ਦੇਖ ਲਿਓ, ਕਿਉਂਕਿ ਜਿਵੇਂ ਹੁਣ ਪੰਜਾਬੀ ਇਹਨਾਂ ਨੇ ਸਪੈਸੀਫਿਕ ਕਰਤੀ ਨਾ ਕਿ ਪੰਜਾਬੀ ਅਲੱਗ ਤੋਂ ਪੇਪਰ ਲਵਾਂਗੇ ਤਾਂ ਕਿਸੇ ਵੀ ਲੈਵਲ ਤੱਕ ਜਾ ਸਕਦੇ ਆ, ਕਿ ਜਿਸ ਹਿਸਾਬ ਨਾਲ ਪੇਪਰ ਦਾ ਲੈਵਲ ਹੋਊਗਾ, ਮਤਲਬ ਪੇਪਰ ਐਕਸਾਈਜ਼ ਦਾ, ਪੇਪਰ ਕਲਰਕ ਦਾ, ਉਸ ਹਿਸਾਬ ਨਾਲ ਉਸ ਲੈਵਲ ਤੱਕ ਪਹੁੰਚ ਸਕਦੇ ਨੇ ਇਹ। ਸਿਮਿਲਰਲੀ ਜਦੋਂ ਅਸੀਂ ਇਹਨੂੰ ਬੋਲਦੇ ਹਾਂ ਦੋਹਰਾ ਕਾਰਦੰਤ, ਜਦੋਂ ਅਸੀਂ ਕਿਰਦੰਤ ਦੇ ਰੂਪ ਨੂੰ ਦੁਹਰਾ ਕੇ ਲਿਖਦੇ ਹਾਂ, ਮਤਲਬ ਜਿਵੇਂ ਦੌੜਦਾ ਦੌੜਦਾ, ਉਹ ਦੌੜਦਾ ਦੌੜਦਾ ਘਰੇ ਪਹੁੰਚ ਗਿਆ, ਠੀਕ ਹੈ, ਤਾਂ ਉਸ ਨੂੰ ਅਸੀਂ ਬੋਲਦੇ ਨਾ ਦੋਹਰਾ ਕਿਰਦੰਤ। ਤੀਸਰਾ ਹੋ ਗਿਆ ਵਿਸ਼ੇਸ਼ਣੀ ਕਿਰਦੰਤ। ਵਿਸ਼ੇਸ਼ਣੀ 'ਚ ਜਿਵੇਂ ਪੜ੍ਹਨ ਤੋਂ ਪੜ੍ਹਨਯੋਗ ਬਣਾ ਦੇਣਾ, ਇਹ ਕਿਤਾਬ ਪੜ੍ਹਨਯੋਗ ਹੈ, ਠੀਕ ਹੈ, ਤਾਂ ਕਿਤਾਬ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਵਿਸ਼ੇਸ਼ਤਾ ਦੱਸੂਗਾ ਤਾਂ ਵਿਸ਼ੇਸ਼ਤਾ ਕਿਰਦੰਤ ਬੋਲ ਦੋ ਉਹਨੂੰ ਬੇਸਿਕਲੀ। ਤਾਂ ਆਹ ਮੇਨ ਸੀਗੇ 6-7 ਟਾਈਪ ਜਿਹੜੇ ਆਪਾਂ ਪੜ੍ਹੇ ਨੇ, ਇਹ ਟਾਈਪਸ ਜ਼ਰੂਰ ਪੜ੍ਹ ਲਿਓ। ਹਾਲੇ ਤੱਕ ਤਾਂ ਮੈਂ 2-3 ਸਵਾਲ ਹੀ ਦੇਖੇ ਨੇ ਕਿਰਦੰਤ ਦੇ ਵਿੱਚੋਂ ਪੇਪਰਾਂ ਦੇ ਵਿੱਚ। ਇੱਕ ਤਾਂ ਪੁੱਛਦੇ ਨੇ ਟਾਈਪ ਕਿੰਨੇ ਆ, 7 ਆ। ਦੂਜਾ ਉਦਾਹਰਨ ਦੇ ਕੇ, ਜਾਂ ਹਾਲੇ ਤੱਕ ਉਹਨਾਂ ਨੇ ਆ 2 ਚੋਂ ਹੀ ਪੁੱਛਿਆ, ਜਾਂ ਤਾਂ ਉਹਨਾਂ ਨੇ ਭੂਤ ਜਾਂ ਵਰਤਮਾਨ, ਆ 2 ਦੀਆਂ ਉਦਾਹਰਨਾਂ ਹੀ ਪੁੱਛੀਆਂ ਨੇ, ਪਰ ਜਾਂ ਅੱਗੇ ਵੀ ਸਕਦੇ ਆ। ਤਾਂ ਤੁਸੀਂ ਸਾਰੇ ਇਕੱਲੇ ਨੂੰ ਨੋਟ ਕਰਨਾ ਹੈ ਤੇ ਰਿਵਾਈਜ਼ 4-5 ਵਾਰ ਕਰੋਗੇ ਤਾਂ ਯਾਦ ਹੋ ਜਾਣਗੇ ਕਿ ਕਿਹਦੇ ਪਿੱਛੇ ਆ ਲੱਗੂ, ਕਿਹਦੇ ਪਿੱਛੇ ਭਾਵਵਾਚਕ ਦਿਖਾ ਦੂਗਾ ਸਾਨੂੰ, ਕਿਹੜਾ ਕੀ ਦਿਖਾ ਦੂਗਾ। ਤਾਂ ਦਿਸ ਇਜ਼ ਵੈਰੀ ਇੰਪੋਰਟੈਂਟ ਟੌਪਿਕ ਤੇ ਇਹਨੂੰ ਬਹੁਤ ਚੰਗੀ ਤਰ੍ਹਾਂ ਨਾਲ ਕਰਨਾ ਹੈ। ਦੁਬਾਰਾ ਸੁਣ ਲਿਓ, 2 ਵਾਰ ਸੁਣ ਲਿਓ, 3 ਵਾਰ ਸੁਣ ਲਿਓ, ਪਰ ਚੰਗੀ ਤਰ੍ਹਾਂ ਨਾਲ ਕਵਰ ਕਰ ਲਿਓ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਸਾਡੇ ਲਈ ਇੰਪੋਰਟੈਂਟ ਹੈ। ਹੁਣ ਅਸੀਂ ਆਉਂਦੇ ਹਾਂ ਕੁਝ ਕੁ ਅਭਿਆਸ ਪ੍ਰਸ਼ਨਾਂ ਤੇ, ਠੀਕ ਹੈ। ਅਭਿਆਸ ਪ੍ਰਸ਼ਨ
ਹੁਣ ਜਿਹੜਾ ਤੁਸੀਂ ਪੜ੍ਹਿਆ ਉਹਨੂੰ ਇੰਪਲੀਮੈਂਟ ਕਰਨ ਦਾ ਟਾਈਮ ਆ ਗਿਆ ਕਿ ਕਿੰਨਾ ਕੁ ਇੰਪਲੀਮੈਂਟ ਕਰ ਪਾਉਂਦੇ ਹੋ ਤੁਸੀਂ। ਲੈਟ ਅਸ ਸੀ ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਨੋਂ ਹੋਣ ਉਹਨੂੰ ਕੀ ਕਿਹਾ ਜਾਂਦਾ ਹੈ? ਕੀ ਕਹਿੰਦੇ ਉਹਨੂੰ ਅਸੀਂ? ਦੱਸ ਸਕਦਾ ਕੋਈ? ਦੋ ਟਾਈਪਸ ਪੜ੍ਹਾਈਆਂ ਸੀ, ਇੱਕ ਸੀਗੀ ਅਕਰਮਕ, ਇੱਕ ਸੀਗੀ ਸਕਰਮਕ, ਠੀਕ ਹੈ। ਤੇ ਜਿਹਦੇ ਵਿੱਚ ਸਾਰਾ ਕੁਝ ਹੈ, ਕਰਤਾ ਵੀ ਹੈ ਕਰਮ ਵੀ ਹੈ, ਉਹਨੂੰ ਸਕਰਮਕ। ਯਾਦ ਕਰਨ ਦਾ ਤਰੀਕਾ ਪਤਾ ਕੀ ਹੈ? ਸੱਸੇ ਦੇ ਮਤਲਬ ਹੋ ਗਿਆ ਸਾਰਾ ਕੁਝ, ਸਾਰਾ ਕੁਝ ਹੀ ਹੈ। ਸਾਰਾ ਕੁਝ ਮਤਲਬ ਉਹ 'ਚ ਕਰਤਾ ਵੀ ਹੈ, ਉਹ 'ਚ ਕਰਮ ਵੀ ਹੈ, ਉਹਦੇ ਵਿੱਚ ਕਿਰਿਆ ਵੀ ਹੈ, ਤਾਂ ਸਾਰਾ ਕੁਝ ਹੈ ਤਾਂ ਸਕਰਮਕ। ਐਵੇਂ ਰਿਲੇਟ ਕਰ ਸਕਦੇ ਹੋ ਕਿਉਂਕਿ ਨਾ ਇਹ ਫੈਕਟ ਹੈ ਜਦੋਂ ਪੇਪਰ ਦੇਣ ਬੈਠਦੇ ਆ ਨਾ ਇੰਨਾ ਦਿਮਾਗ ਤੇ ਪ੍ਰੈਸ਼ਰ ਹੁੰਦਾ ਹੋਰ ਚੀਜ਼ਾਂ ਦਾ, ਕਿਉਂਕਿ ਇਕੱਲੀ ਪੰਜਾਬੀ ਤਾਂ ਆਉਣੀ ਨਹੀਂ, ਹੋਰ ਵੀ ਸਬਜੈਕਟ ਆਉਣੇ ਆ। ਉੱਥੇ ਨਾ ਪੇਪਰ 'ਚ ਯਾਦ ਹੀ ਨਹੀਂ ਆਉਂਦਾ ਵੀ ਜਿਹ 'ਚ ਕਰਮ ਸੀਗਾ ਉਹ ਸਕਰਮਕ ਸੀ ਕਿ ਅਕਰਮਕ ਸੀ। ਤਾਂ ਉੱਥੇ ਇਹੋ ਜਿਹੇ ਛੋਟੇ ਛੋਟੇ ਹਿੰਟ ਕੰਮ ਕਰ ਜਾਂਦੇ ਨੇ ਫਿਰ ਵੀ ਸੱਸੇ ਤੇ ਸਾਰਾ ਕੁਝ ਤਾਂ ਇਹ ਸਕਰਮਕ ਹੋਊਗਾ। ਨਹੀਂ ਯਾਦ ਆਉਂਦਾ, ਬਹੁਤ ਵਾਰ ਹੋ ਜਾਂਦਾ ਇਹ, ਤੁਸੀਂ ਚਾਹੇ ਜਿੰਨੇ ਵਾਰ ਮਰਜ਼ੀ ਪੜ੍ਹੀ ਹੋਵੇ, ਕਿਉਂਕਿ ਇਹਦੇ ਤੇ ਥੋੜਾ ਕੰਟਰੋਲ ਨਹੀਂ। ਜਿਸ ਸ਼ਬਦ ਤੋਂ ਕਿਰਿਆ ਬਣਦੀ ਹੈ ਉਹਨੂੰ ਕੀ ਕਹਿੰਦੇ ਆ? ਜਿਹੜੇ ਸ਼ਬਦ ਤੋਂ ਕਿਰਿਆ ਬਣਦੀ ਹੈ ਉਹਨੂੰ ਕੀ ਕਹਿੰਦੇ ਆ? ਅਸੀਂ ਪੜ੍ਹਾਇਆ ਸੀ ਵੀ ਧਾਤੂ ਜਾਂ ਮੂਲ ਸ਼ਬਦ ਤੋਂ ਹੀ ਕਿਰਿਆ ਬਣਦੀ ਹੈ। ਧਾਤੂ ਤੋਂ ਕਿਰਿਆ ਬਣਦੀ ਹੈ। ਜੇ ਯਾਦ ਕਰੋਗੇ ਦੂਜੀ ਸਲਾਈਡ ਇਹੀ ਆਪਣੀ ਅੱਜ ਦੇ ਲੈਕਚਰ ਦੀ। ਜਿਹੜੇ ਤੁਹਾਡੇ ਜੋ ਲੇਟ ਆਏ ਨੇ ਉਹ ਸੁਣਨਾ ਪਊ ਉਹਨਾਂ ਨੂੰ ਆਪਦਾ ਲੈਕਚਰ ਪੂਰਾ। ਤੇ ਕੱਲ ਤੋਂ ਇਹ ਮਸਟ ਹੈ ਕਿ ਆਪਣੀ 9:30 ਕਲਾਸ ਸ਼ੁਰੂ ਹੋ ਜੂਗੀ, 9:30 35 ਹੋ ਜੂਗੀ, ਇਦੋਂ ਲੇਟ ਨਹੀਂ ਹੋਊਗਾ। ਜਿਹੜੇ ਕਰਨਾ ਚਾਹੁੰਦੇ ਨੇ ਟਾਈਮ ਤੇ ਆਓ, ਤਾਂ 9:30 ਤੋਂ 10:30 ਜਾਂ ਸਵਾ ਘੰਟੇ ਦੀ ਕਲਾਸ ਰਹੂਗੀ ਰੋਜ਼ ਦੀ ਆਪਣੀ। ਤੇ ਇਸ ਵੇ ਨਾਲ ਆਪਾਂ 7-8 ਦਿਨਾਂ ਦੇ ਵਿੱਚ ਕੋਸ਼ਿਸ਼ ਹੈ ਕਿ ਪੰਜਾਬੀ ਕਵਰ ਕਰ ਦਾਂਗੇ ਸਾਰੀ। ਜੇ ਕਿਸੇ ਦਾ ਕੋਈ ਪੇਪਰ ਵੀ ਆਉਣ ਵਾਲਾ ਤਾਂ ਉਹ ਸਾਰੇ ਪੇਪਰ ਤੁਸੀਂ ਮਤਲਬ ਪੰਜਾਬੀ ਤੁਹਾਡੀ ਇੱਕ ਲੈਵਲ ਦੀ ਹੋ ਜੂਗੀ, ਤੁਸੀਂ ਬੜੇ ਆਰਾਮ ਨਾਲ ਪੇਪਰ ਦੇ ਪਾਓਗੇ। ਤਾਂ ਇਹਦਾ ਆਨਸਰ ਮੇਰੇ ਕੋਲੇ ਦੂਜੇ ਦਾ ਕੀ ਹੋ ਗਿਆ? ਤਾਂ ਦੂਜੇ ਦਾ ਹੋ ਗਿਆ ਮੂਲ ਸ਼ਬਦ। ਅੱਗੇ ਆ ਜਾਓ। ਕੁੜੀਆਂ ਨੇ ਗਿੱਧਾ ਪਾਇਆ, ਕਿਹੜੀ ਕਿਰਿਆ ਦੀ ਕਿਸਮ ਆ? ਦੱਸੋ। ਹੁਣ ਇਹ ਤੁਸੀਂ ਨੇ ਦੱਸਣਾ ਮੈਨੂੰ। ਕੁੜੀਆਂ ਨੇ ਗਿੱਧਾ ਪਾਇਆ, ਕਿਰਿਆ ਦੀ ਕਿਸਮ ਦੱਸੋ ਵੀ ਕੁੜੀਆਂ ਕੀ ਹੈ? ਕਰਤਾ, ਪਾਇਆ ਕਰਮ, ਸੌਰੀ ਕਿਰਿਆ, ਕੀ ਪਾਇਆ? ਗਿੱਧਾ, ਸਾਰਾ ਕੁਝ ਹੀ ਹੈ। ਤੇ ਸਾਰਾ ਕੁਝ ਹੋਵੇ ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਸਕਰਮਕ ਕਿਰਿਆ। ਤਾਂ ਇਹਦਾ ਮਤਲਬ ਇਹ ਸਕਰਮਕ ਕਿਰਿਆ ਨੂੰ ਦਿਖਾ ਰਿਹਾ ਤੁਹਾਡਾ ਸੈਂਟੈਂਸ। ਅਗਲਾ ਆ ਆਇਆ ਸੀਗਾ ਹੁਣੇ ਰੀਸੈਂਟ ਕਿਸੇ ਪੇਪਰ ਦੇ ਵਿੱਚ, ਇਹਨੂੰ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਕਿੰਨੇ ਕੁ ਪੜ੍ਹ ਪਾਉਂਦੇ ਨੇ। ਕਲਰਕ ਨੇ ਖਚਰਾ ਜਾਂ ਹਾਸਾ ਹੱਸਦਿਆਂ ਤਰਸੇਮ ਨੂੰ ਤੱਕਿਆ ਤੇ ਕਿਹਾ, ਤੁਸੀਂ ਆਪ ਹੀ ਫਾਈਲ ਪੜ੍ਹ ਲਓ, ਆਪ ਹੀ ਫਾਈਲ ਪੜ੍ਹ ਲਓ। ਇਹਦੇ ਵਿੱਚ ਮੁੱਖ ਕਿਰਿਆ ਪਛਾਣੋ। ਦੱਸੋ ਕੀ ਆਨਸਰ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਤਾਂ ਉਹ ਮੁੱਖ ਕਿਰਿਆ ਦਾ ਬਹੁਤ ਡਿਟੇਲ 'ਚ ਪੜ੍ਹਾਤੀ। ਹੱਸਦੇ ਆ, ਫਾਈਲ ਪੜ੍ਹ ਲਓ ਜਾਂ ਇਕੱਲਾ ਪੜ੍ਹ? ਦੇਖੋ ਹੱਸਦਿਆਂ ਦਾ ਤਾਂ ਹੋਣ ਦਾ ਕੋਈ ਚਾਂਸ ਨਹੀਂ। ਖਚਰਾ ਜਾਂ ਹਾਸਾ ਹੱਸਦਿਆਂ ਦੇ ਵਿੱਚ ਕਿਹੜਾ ਮੇਰੇ ਕੋਲ ਇੱਥੇ ਮਤਲਬ ਮੁੱਕ ਰਿਹਾ, ਤਾਂ ਸੈਂਟੈਂਸ ਵੀ ਉਹੀ ਹੈ ਨਾ ਜਿਹੜੀ ਉਹਨੇ ਗੱਲ ਬੋਲੀ ਹੈ, ਤੁਸੀਂ ਫਾਈਲ ਉਹਦੇ ਵਿੱਚੋਂ ਹੀ ਨਿਕਲੂ ਆਨਸਰ। ਤਾਂ ਫਾਈਲ ਪੜ੍ਹ ਲਓ, ਕੀ ਪੜ੍ਹਨਾ ਹੈ? ਫਾਈਲ। ਤੇ ਫਾਈਲ ਤਾਂ ਫਿਰ ਕੀ ਹੋਗੀ? ਕਰਮ ਹੋ ਗਿਆ ਜਿਹਦੇ ਉੱਤੇ ਕੰਮ ਕੀਤਾ ਜਾ ਰਿਹਾ। ਤਾਂ ਇਹ ਵੀ ਨਹੀਂ ਹੋ ਸਕਦਾ ਕਿਉਂਕਿ ਕਰਮ ਵਿੱਚ ਫਿਰਦਾ। ਹੁਣ ਜਾਂ ਤਾਂ ਪੜ੍ਹ ਲਓ ਹੈ ਜਾਂ ਪੜ੍ਹ ਹੈ। ਤਾਂ ਮੈਂ ਤੁਹਾਨੂੰ ਦੱਸਿਆ ਕਿ ਮੇਨ ਵਰਬ ਦੇ ਵਿੱਚ ਤਾਂ ਫਿਰ ਬਾਕੀ ਸਹਾਇਕ ਕਿਰਿਆਵਾਂ ਦਾ ਸਾਰਾ ਕੁਝ ਛੱਡ ਦਿਓ ਨਾ। ਮੇਨ ਵਰਬ ਇੱਥੇ ਕੀ ਆ? ਪੜ੍ਹਨਾ ਹੈ ਕਿ ਪੜ੍ਹ ਹੈ। ਤਾਂ ਪੜ੍ਹ ਮੇਰੇ ਕੋਲੇ ਮੇਨ ਕਿਰਿਆ, ਮੁੱਖ ਕਿਰਿਆ ਦਾ ਕੰਮ ਕਰ ਰਿਹਾ ਇਸ ਦੇ ਵਿੱਚ। ਲਓ 'ਚ ਜਾਓਗੇ ਉਹ ਤਾਂ ਤੁਹਾਡੇ ਕੋਲੇ ਸੰਚਾਲਕ ਕਿਰਿਆ, ਪੜ੍ਹ ਲਓ ਤਾਂ ਸੰਚਾਲਕ ਦੱਸ ਰਿਹਾ ਮੇਰੇ ਕੋਲੇ, ਜਾਂ ਤੁਸੀਂ ਸਹਾਇਕ ਕਹਿ ਸਕਦੇ ਹੋ, ਠੀਕ ਹੈ। ਤਾਂ ਮੇਨ ਵਰਬ ਜੇ ਪੁੱਛਿਆ ਤਾਂ ਮੁੱਖ ਕਿਰਿਆ ਇਜ਼ ਪੜ੍ਹ, ਜਿਹੜਾ ਮੇਨ ਉਹ ਰੂਟ ਵਰਡ ਹੈ ਜਾਂ ਮੂਲ ਸ਼ਬਦ ਹੈ ਜਿਹੜਾ ਕਿਰਿਆ ਨੂੰ ਦਿਖਾ ਰਿਹਾ ਮੇਰੇ ਕੋਲੇ। ਉਹਦੇ ਪਿੱਛੇ ਹੁਣ ਤਾਂ ਆਪਾਂ ਕਿੰਨੀਆਂ ਟਾਈਪਸ ਪੜ੍ਹ ਲਈਆਂ ਕਿ ਪਿੱਛੇ ਤਾਂ ਤੁਹਾਡੇ ਕੋਲੇ ਸੰਚਾਲਕ ਵੀ ਆ ਸਕਦੀ ਹੈ, ਸਹਾਇਕ ਵੀ ਲੱਗ ਸਕਦੀ ਹੈ, ਠੀਕ ਹੈ। ਉਹ ਚੀਜ਼ ਨੂੰ ਛੱਡ ਦੇਣਾ ਵਿੱਚ। ਹੁਣ ਆ ਜਾਓ, ਆਹ ਦੱਸੋ ਕਿਰਿਆ ਸ਼ਬਦ ਚੁਣੋ। ਇਹਦੇ 'ਚ ਕਿਰਿਆ ਸ਼ਬਦ ਚੁਣੋ ਕਿਹੜੇ ਕਿਹੜੇ ਨੇ। ਇਹ ਸਾਰੇ ਪੁਰਾਣੇ ਪੇਪਰਾਂ ਦੇ ਸਵਾਲ ਨੇ ਜਿਹੜੇ ਰੀਸੈਂਟ 'ਚ ਹੋਏ ਨੇ। ਮੈਂ ਐਡ ਤਾਂ ਹੀ ਕਰੇ ਨੇ ਵੀ ਆਪਣਾ ਲੈਕਚਰ ਲਾਉਣ ਤੋਂ ਬਾਅਦ ਆਪਾਂ ਨਾ ਜੇ ਤਾਂ ਗੱਲ ਬਣ ਰਹੀ ਹੈ ਇਹਨਾਂ ਸਵਾਲਾਂ ਤੇ ਫਿਰ ਤਾਂ ਫਾਇਦਾ ਲੈਕਚਰ ਲਾਏ ਦਾ, ਨਹੀਂ ਕੀ ਫਾਇਦਾ ਫਿਰ। ਨੱਚਦੇ ਖੇਡਦੇ, ਲੜਕਾ ਲੜਕੇ, ਕੌਣ ਕੀ, ਮੋਰਨੀ ਸ਼ੇਰਨੀ। ਭਾਈ ਲੜਕਾ ਲੜਕੇ ਤਾਂ ਮੇਰੇ ਕੋਲੇ ਕੀ ਹੈ? ਬੇਸਿਕਲੀ ਨਾਊਨ ਨੇ, ਨਾਮ ਦਿਖਾ ਰਿਹਾ। ਮੋਰਨੀ ਸ਼ੇਰਨੀ ਵੀ ਨਾਮ ਹੀ ਦਿਖਾ ਰਿਹਾ, ਕਿਸੇ ਦਾ ਨਾਮ ਹੈ। ਕੌਣ ਕੀ ਪ੍ਰਨਾਊਨ, ਪੜਨਾਮ ਦਿਖਾ ਰਿਹਾ ਮੇਰੇ ਕੋਲੇ ਜੇ ਪ੍ਰਨਾਊਨ ਪੜ੍ਹੇ ਹੋਣਗੇ। ਨੱਚਣਾ ਖੇਡਣਾ, ਇਹੀ ਤਾਂ ਕਿਰਿਆਵਾਂ ਨੇ ਸਾਡੇ ਕੋਲੇ। ਤਾਂ ਆਨਸਰ ਹੋ ਗਿਆ ਮੇਰੇ ਕੋਲੇ ਊੜਾ। ਅੱਗੇ ਆ ਜਾਓ, ਇਹ ਵੀ ਰੀਸੈਂਟ ਦੇ ਕਿਸੇ ਪੇਪਰ 'ਚ ਸੀ। ਨਿਖੱਟੂ ਔਲਾਦ ਮਾਪਿਆਂ ਲਈ ਅਕਸਰ ਨਮੋਸ਼ੀ ਦਾ ਸਬੱਬ ਬਣਦੀ ਹੈ। ਇਹਦੇ 'ਚ ਮੁੱਖ ਕਿਰਿਆ ਲੱਭ ਕੇ ਦਿਓ ਕੀ ਹੈ, ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ?
पहचाणो। देखो मुख किरिया ते किन्ने सवाल आउंदे ने, बिल्कुल आसान है जिन्ना आपां पढ़ लिया। तो वेरी ईजी यार, सबब बनती है ना, बनना की है किरिया, जे है ला दोगे, है तेन सहायक बना रहा जिदे तो काल दस रहा हो। जे तेन पूछा जाए सहायक किरिया पुछदे फिर तो तुसीं है नाल लाउणा सी, जो मुख पिछे तो कली बनती ही होगी फिर मुख किरिया तो बनती मेरे को आंसर हो गया ईडी, ਇਹਦਾ करैक्ट आंसर। खेतां तो परे नदी वगदी सी, वाक मुताबक सहायक किरिया पहचाणो। सहायक किरिया किहड़ी है? वगदी की है? मुख किरिया। तो यदी सहायक किरिया जिहड़ी काल दस रही है वो की है? सी। तो मेरे को सी की आ गया फिर, वगदी सी तो है ही नहीं किते लिखिया, वगदी तो हो नहीं सकता, वगदी तो मुख किरिया है, तो पिछे काल तो फिर कला सी वो दस रहा, तो सी की हो गया? सी मेरा हो गया तुहाडे कोले सहायक किरिया। क्वेश्चन नूं समझो पूरे डिटेल च, लैक्चर नूं दोबारा सुनो, पढ़ो, हर सवाल का हल बनूगा, कोई इहो जिहा सवाल नहीं आंसर ना निकल पावे। मैं अमृतसर जा आया हाँ, वाक मुताबक हेठां दित्तिआं विचों संचालक किरिया दसो। किहड़ी है संचालक किरिया? हुण तां दस दो। जा की है? मुख किरिया। आया की है? संचालक किरिया। ते हाँ की है? सहायक किरिया। सिंपली। लाश नूं बहुता समा नहीं रखा जा सकता सी, मुख किरिया। ठीक है, सॉरी रखिया ही है, जा सकता तो फिर पिछे संचालक किरिया आ गई ने। मैं सकता तुहानूं पढ़ाया, पूरे मॉडल्स वाला पढ़ाया हिस्सा। अगे आ जाओ। ਐਤਵਾਰ ਨੂੰ ਨਾ ਸੌਰੀ ਐਤਵਾਰ ਆ ਗਿਆ, ਅੱਤਵਾਦ ਨੂੰ ਖਤਮ ਕਰਨ ਲਈ ਬੜੀਆਂ ਸਕੀਮਾਂ ਸੋਚੀਆਂ ਜਾ ਰਹੀਆਂ ਹਨ। ਇਹਦੇ ਵਿੱਚ ਗਤੀਵਾਚਕ ਸੰਚਾਲਕ ਕਿਰਿਆ ਦੱਸੋ। ਇਹ ਦੱਸੋ ਬਈ, ਗਤੀਵਾਚੀ मतलब ਕੰਟੀਨਿਊਟੀ ਦਿਖਾਊਗੀ, ਤਾਂ ਕੰਟੀਨਿਊਟੀ ਕਿਹੜੀ ਚੀਜ਼ ਦਿਖਾ ਰਹੀ ਹੈ? ਜਾ ਤਾਂ ਤੇਰੀ ਮੁੱਖ ਕਿਰਿਆ ਨਾ, ਤਾਂ ਰਹੀਆਂ ਮੇਰੇ ਕੋਲੇ ਇਕੱਲਾ ਕੀ ਹੈ? ਉਹ ਹੈ ਸੰਚਾਲਕ ਕਿਰਿਆ ਜਿਹੜਾ ਦਿਖਾ ਰਿਹਾ। ਜਾ ਰਹੀਆਂ ਤਾਂ ਦੋਨੋਂ ਆ ਗਏ, जा रही दे विच तां तुहाडे कोले मुख किरिया प्लस संचालक किरिया आ गईयां। जे कल्ली संचालक किरिया पुछी जा रही है तो तुसीं रहीआं नूं टिक करोगे, तो मुख किरिया संचालक किरिया हन सहायक किरिया होगी मेरे कोले। एवें तोड़ के पुछणगे, जो मर्जी पुछ लैण तुहानूं। पेपर पास करन लई राहुल 16 घंटे पढ़दा ही रहिंदा है। निपात पहचाणो। की है निपात? निपात जोर दऊगा उस वर्ब के उत्ते जिहड़े वर्ब के उत्ते तुसीं ने जोर पाउणागा, वो तो एग्जैक्ट बाद आऊगा। पढ़ना तो पढ़ने के उत्ते जोर वास्ते ही लाता, तो ही की है तुहाडे कोले? निपात है। अगे आ जाओ। ये पुराने पेपरों के सवाल ने सारे, मैं आपदे वल्लों नहीं कोई बनाया हैगा। ठीक है। बलदी चिखा विच होर लकड़ियां ना पाओ। इह किरदंत ते उहदी श्रेणी पहचाणो। ये पहचान के दो किहड़ी होनी चाहिए है। दो ही लिखे ने, एक भूत लिखा है, एक मेरे को लिखा वर्तमान। वर्तमान किरदंत च की दस्सिया मैं तुहानूं? प्लस की पैंदा है? पढ़। पढ़ दे पिछे की ला दोगे? दा। पढ़दा, दा दे दी, प्रेजेंट नूं दिखाऊगा। तो जे प्रेजेंट नूं देख लीए तुसीं आ बल दे नाल बलना, बल की है कि किरिया ही तो हो रही है बलना, तो किरिया दे पिछे दी लाता, तो मेरे को फिर उत्तर की निकलिया? ऊड़ा ही निकलिया, क्योंकि वर्तमान किरदंत है। दोबारा चलो किरदंत ते, क्योंकि ये इंपॉर्टेंट सवाल है, बहुत आसान है। तुसीं हले एक दो बार करोगे ना फिर गल बनेगी। आ देखो, आ जाओ। अगर मैं पिछे इयां लाना तां की बन रहा? भूत किरदंत। जे मैं पिछे दा लाना तां की बन रहा है? वर्तमान किरदंत। तो फिर यही तो पेपर ने पूछा। पेपर दे विच मैं तुहानूं दस्सिआ दो तो अगे गए ही नहीं पेपर, दो तीन सवाल इसे ही बने ने। आ लो हुण एक बलदी लाता। हुण बलदी होर तां इत्थे मेरे कोले वर्ब है ही नहीं यार, किरदंत किरिया दे उत्ते ही किरदंत लगदा ना, तो होर तां इत्थे आ तां ऑप्शनां हो ही नहीं सकदियां, क्योंकि होर इज नॉट ए वर्ब, वो तां किरिया है ही नहीं जिहड़ी किरदंत बन सकदी है। आ दो ने, हुण दोनों ऑप्शनां दे विचों जे पिछे दा दे दी लग गया तो मेरे कोले की होना चाहिए? वर्तमान होना चाहिए। जे आ ए ही लग्या हुंदा बढ़ना हुंदा बढ़ना, आ पिछे आ दी आवाज़ आउंदी, फिर मैं कहदा ना भूत किरदंत सीगा। बस दैट्स इट, इन्नी गल है। तो ये कुछ क्वेश्चन सीगे, अपनी अज की डिस्कशन इन्नी सी। ते किरिया नूं तुसीं बहुत डिटेल च करना है,
बहुत टाइम लै गया, चैप्टर घंटे का मतलब प्लस लैक्चर अपना बन गया, पर इनू एवें ही करना पैना सी। जे मैं तोड़ के दो हिस्सों 30-30 मिनट का बनाऊंगा गल नहीं बननी सी, क्योंकि अद्धी चीज़ हर चीज़ इंटरलिंक सी एक दूजे नाल। किरदंत भी तां ही समझाने सी, पिछों किरिया दे चलदी आ रही हुंदी, ਤਾਂ ਇਹਨੂੰ ਪੂਰੀ ਡਿਟੇਲ ਦੇ ਵਿੱਚ ਐਵੇਂ ਹੀ ਪੜ੍ਹਨਾ ਹੈ। ਤੇ ਤੁਹਾਡਾ ਮੈਂ ਗਰੰਟੀ ਦਿੰਦਾ ਕਿ ਉਹ ਕੁਐਸਚਨ ਸਕਿਪ ਨਹੀਂ ਹੋਣਗੇ ਜਿਹੜੇ ਅੱਜ ਦੇ ਟਾਈਮ 'ਚ ਪੇਪਰਾਂ ਦੇ ਵਿੱਚ ਆ ਰਹੇ ਨੇ। ਤਾਂ ਆਪਣੀ ਅੱਜ ਦੀ ਡਿਸਕਸ਼ਨ ਇੰਨੀ ਹੀ ਸੀ। ਥੈਂਕ ਯੂ, ਪੇਸ਼ੈਂਸ ਨਾਲ ਤੁਸੀਂ ਨੇ ਸੁਣਿਆ।